प्यारे बच्चों 10वीं क्लास ਦੀਆਂ ਜਿਹੜੀਆਂ ਵਰਕਸ਼ੀਟਸ ਨੇ ਉਹਨਾਂ ਦੇ ਮੈਂ 1 ਬਾਈ 1 ਜਿਹੜੇ ਸੋਲੂਸ਼ਨ ਨੇ ਉਹ ਅਪਲੋਡ ਕਰ ਰਿਹਾ ਵਾਂ। ਅੱਜ ਮੈਂ ਤੁਹਾਡੇ ਵਾਸਤੇ ਜਿਹੜੀ ਵਰਕਸ਼ੀਟ ਨੰਬਰ 10 ਸਰਕਲ ਯਾਨੀ ਕਿ ਚੱਕਰ ਤੇ ਜਿਹੜਾ ਚੈਪਟਰ ਵਾ ਉਹਦੇ ਤੇ ਆਧਾਰਿਤ ਆ। ਇਹ 10ਵੀਂ ਕਲਾਸ ਦੀਆਂ ਜਿਹੜੀਆਂ ਵਰਕਸ਼ੀਟਸ ਨੇ ਬੱਚਿਓ ਇਹ ਨੈਸ ਬੇਸਡ ਵੀ ਨੇ। ਇਹਦੇ ਵਿੱਚ ਓਬਜੈਕਟਿਵ ਟਾਈਪ ਜਿਹੜੇ ਕੁਐਸਚਨ ਹੈਗੇ ਆ ਉਹ ਵੀ ਦਿੱਤੇ ਹੋਏ ਨੇ। ਮੈਂ ਉਹਦੇ ਚੋਂ ਵਰਕਸ਼ੀਟ ਨੰਬਰ ਜਿਹੜੀ 16 ਵਾ ਉਹ ਅਪਲੋਡ ਕਰ ਚੁੱਕਾ ਜਿਹੜੀ ਓਬਜੈਕਟਿਵ ਟਾਈਪ ਕੁਐਸਚਨ ਤੇ ਬੇਸਡ ਸੀਗੀ। ਅੱਜ ਚਲੋ ਅਸੀਂ ਕਰਦੇ ਹਾਂ ਆਪਣਾ ਜਿਹੜਾ ਚੈਪਟਰ ਜਿਹੜਾ ਹੈਗਾ ਸਰਕਲ ਦਾ, ਦੇਖਦੇ ਹਾਂ ਇਹਦੇ ਵਿੱਚ ਕਿ ਕਿਸ ਤਰ੍ਹਾਂ ਦੇ ਕੁਐਸਚਨ ਨੇ ਔਰ ਉਹਨਾਂ ਦੇ ਹੱਲ ਕਿਸ ਤਰ੍ਹਾਂ ਕਰਨੇ ਆ। ਚਲੋ ਸਭ ਤੋਂ ਪਹਿਲਾਂ ਦੇਖੀਏ ਪਹਿਲਾ ਕੁਐਸਚਨ। ਇੱਕ ਚੱਕਰ ਤੇ ਇੱਕ ਬਾਹਰੀ ਬਿੰਦੂ ਤੋਂ ਕਿੰਨੀਆਂ ਸਪਰਸ਼ ਰੇਖਾਵਾਂ ਖਿੱਚੀਆਂ ਜਾ ਸਕਦੀਆਂ ਹਨ? The number of tangents that can be drawn from external point to a circle are। ਆ ਇਹ ਥੱਲੇ ਗਿਣਤੀ ਦਿੱਤੀ ਹੋਈ ਆ 1 2 3 4। ਚਲੋ ਮੈਂ ਤੁਹਾਨੂੰ ਇਹਦਾ ਥੋੜ੍ਹਾ ਜਿਹਾ ਪ੍ਰੈਕਟੀਕਲ ਜਿਹਾ ਦੱਸ ਦਿੰਦਾ ਕਿ ਅਸੀਂ ਚੱਕਰ ਦੇ ਬਾਹਰੀ ਬਿੰਦੂ ਤੋਂ ਕਿੰਨੀਆਂ ਸਪਰਸ਼ ਰੇਖਾਵਾਂ ਖਿੱਚ ਸਕਦੇ ਹਾਂ। ਆ ਦੇਖੋ ਬੱਚਿਓ, ਮੈਂ ਇੱਕ ਸਰਕਲ ਲੈ ਲਿਆ ਜਿਹਦਾ ਕੇਂਦਰ O ਆ। ਹੁਣ ਮੈਂ ਚੱਕਰ ਦੇ ਬਾਹਰਲੀ ਸਾਈਡ 'ਤੇ ਕਿਸੇ ਪਾਸੇ ਵੀ ਇੱਕ ਬਿੰਦੂ ਲੈ ਸਕਦਾ ਵਾਂ, ਚਾਹੇ ਮੈਂ ਬਿੰਦੂ ਇਸ ਸਾਈਡ 'ਤੇ ਲੈ ਲਾਂ, ਚਾਹੇ ਇੱਧਰ ਜਾਂ ਕਿਸੇ ਪਾਸੇ ਵੀ। ਇਹ ਤੁਹਾਡੀ ਆਪਣੀ ਚੋਇਸ ਹੋਏਗੀ, ਤੁਸੀਂ ਵੀ ਘਰ ਪ੍ਰੈਕਟੀਕਲ ਜ਼ਰੂਰ ਕਰਕੇ ਦੇਖਿਓ। ਮੈਂ ਮੰਨ ਲਓ ਸਰਕਲ ਦੇ ਬਾਹਰ ਇੱਥੇ ਕੋਈ ਬਿੰਦੂ ਲੈ ਲਿਆ, ਮੈਂ ਬਿੰਦੂ ਦਾ ਨਾਮ ਕੀ ਰੱਖ ਲਿਆ P। ਤੁਸੀਂ ਕੋਈ ਵੀ ਨਾਮ ਰੱਖ ਸਕਦੇ ਹੋ। ਹੁਣ ਮੈਂ ਇਹਦੇ ਤੋਂ ਸਪਰਸ਼ ਰੇਖਾ ਖਿੱਚਣੀ ਆ। ਆ ਦੇਖੋ ਮੈਂ ਸਕੇਲ ਲਿਆ ਔਰ ਚੱਕਰ ਦੇ ਨਾਲ ਸਿਰਫ ਸਪਰਸ਼ ਹੋਣੀ ਚਾਹੀਦੀ ਹੈ ਰੇਖਾ, ਚੱਕਰ ਨੂੰ ਕਿਤੋਂ ਕੱਟੇਗੀ ਨਹੀਂ ਉਹ। ਹੁਣ ਆ ਦੇਖੋ ਮੈਂ ਇਸ ਤਰ੍ਹਾਂ ਰੇਖਾ ਖਿੱਚੀ, ਆ ਦੇਖੋ ਚੱਕਰ ਦੇ ਨਾਲ ਇੱਥੇ ਇਹਨੇ ਸਪਰਸ਼ ਕੀਤਾ। ਇੱਥੇ ਮੰਨ ਲਓ ਕੋਈ ਬਿੰਦੂ ਮੈਂ ਲੈ ਲੈਣਾ A। ਹੁਣ ਇਸੇ ਤਰ੍ਹਾਂ ਹੀ ਮੈਂ ਦੂਸਰੀ ਸਾਈਡ 'ਤੇ ਦੇਖਦਾ ਵਾਂ ਵੀ ਕਿੱਥੋਂ ਸਪਰਸ਼ ਕਰਦੀ ਆ। ਮੈਂ ਤੁਹਾਨੂੰ ਇਹਦੇ ਬਾਰੇ ਹੋਰ ਵੀ ਦੱਸਾਂਗਾ ਵੀ ਇਹ ਹੋਰ ਕਿਤੇ ਸਪਰਸ਼ ਕਿਉਂ ਨਹੀਂ ਕਰ ਸਕਦੀ। ਆ ਦੇਖੋ ਮੈਂ ਇੱਥੋਂ ਇਹ ਲਾਈਨ ਡਰਾ ਕਰ ਲਈ। ਹੁਣ ਇਹ ਜਿਹੜੀਆਂ ਲਾਈਨਸ ਨੇ ਇੱਥੇ ਆ ਕੇ ਜਿੱਥੇ ਇਹਨੇ ਸਪਰਸ਼ ਕੀਤਾ ਇੱਥੇ ਮੈਂ ਬਿੰਦੂ ਲੈ ਲਿਆ B। ਹੁਣ ਦੇਖੋ ਇਹ ਦੋ ਬਿੰਦੂਆਂ 'ਤੇ ਸਪਰਸ਼ ਕਰ ਗਈ, ਇਸ ਤੋਂ ਵੱਧ ਨਹੀਂ ਕਰ ਸਕਦੀ। ਮੈਂ ਤੁਹਾਨੂੰ ਪਹਿਲਾਂ ਦੱਸਦਾ ਹੁਣ ਕਿਉਂ ਨਹੀਂ ਕਰ ਸਕਦੀ, ਉਹ ਧਿਆਨ ਨਾਲ ਸੁਣਿਓ। ਆ ਦੇਖੋ ਇਹ ਜਿਹੜੀ ਲਾਈਨ ਜਿਹੜੀ ਅਸੀਂ ਡਰਾ ਕੀਤੀ ਆ ਬਾਹਰੀ ਬਿੰਦੂ ਤੋਂ, ਜਿਹੜੀ ਇਹ ਰੇਖਾ ਡਰਾ ਕੀਤੀ ਆ, ਇਹ ਹੈਗੀ ਜੇ ਇਹਨੂੰ ਅਸੀਂ ਬੋਲਦੇ ਹਾਂ ਟੇਂਜੈਂਟ ਇੰਗਲਿਸ਼ ਦੇ ਵਿੱਚ, ਪੰਜਾਬੀ 'ਚ ਇਹਨੂੰ ਬੋਲਦੇ ਹਾਂ ਸਪਰਸ਼ ਰੇਖਾ। ਹੁਣ ਦੇਖੋ ਜੇ ਮੈਂ ਇਸੇ ਬਿੰਦੂ ਤੋਂ ਹੁਣ ਇਸ ਪਾਸੇ ਨੂੰ ਜੇ ਮੈਂ ਰੇਖਾ ਖਿੱਚਾਂਗਾ ਤਾਂ ਉਹ ਤਾਂ ਉਹੀ ਆਉਣੀ ਆ। ਜੇ ਮੈਂ ਇਹ ਤੋਂ ਥੋੜ੍ਹੀ ਜਿਹੀ ਥੱਲੇ ਕਰ ਦਿੰਦਾ, ਤੁਸੀਂ ਆ ਧਿਆਨ ਨਾਲ ਦੇਖਿਓ, ਮੈਂ ਇੱਥੇ ਇੱਕ ਰਫ ਜਿਹੀ ਲਾਈਨ ਬਣਾਉਣ ਲੱਗਾ ਵਿੱਚ ਤੁਹਾਨੂੰ ਸਮਝਾਉਣ ਵਾਸਤੇ। ਆ ਦੇਖੋ ਇਹ ਲਾਈਨ ਚੱਕਰ ਨੂੰ ਤੁਸੀਂ ਇਹ ਸੋਚੋਗੇ ਵੀ ਇਹਨੇ ਸਪਰਸ਼ ਕੀਤਾ ਵਾ ਇੱਥੇ ਅਤੇ ਇੱਥੇ ਵੀ, ਪਰ ਬੇਟਾ ਇਹ ਧਿਆਨ ਰੱਖਿਓ ਕਿ ਇਹ ਸਪਰਸ਼ ਰੇਖਾ ਨਹੀਂ ਜੇ ਹੈਗੀ। ਇਹ ਬਣ ਜਾਂਦੀ ਜੇ ਇਹਦੇ ਵਿੱਚੋਂ ਲੰਘਣ ਵਾਲੀ ਛੇਦਕ ਰੇਖਾ, ਜਿਹਨੂੰ ਅਸੀਂ ਸੀਕੈਂਟ ਬੋਲਦੇ ਹਾਂ। ਇਹ ਇੰਗਲਿਸ਼ ਦੇ ਵਿੱਚ ਇਹਨੂੰ ਕੀ ਬੋਲਦੇ ਹਾਂ? ਸੀਕੈਂਟ। ਇਹ ਦੇਖੋ ਇਹ ਚੱਕਰ ਨੂੰ ਇੱਧਰੋਂ ਵੀ ਕੱਟ ਗਈ, ਇੱਧਰੋਂ ਵੀ ਕੱਟ ਕੇ ਤੇ ਬਾਹਰ ਨਿਕਲ ਗਈ, ਇਹ ਛੇਦਕ ਰੇਖਾ ਬਣ ਗਈ। ਇਸ ਕਰਕੇ ਅਸੀਂ ਚੱਕਰ ਦੇ ਉੱਪਰ ਕਿਸੇ ਇੱਕ ਬਾਹਰੀ ਬਿੰਦੂ ਤੋਂ ਸਿਰਫ ਤੇ ਸਿਰਫ 2 ਸਪਰਸ਼ ਰੇਖਾਵਾਂ ਖਿੱਚ ਸਕਦੇ ਹਾਂ, ਇਸ ਤੋਂ ਵੱਧ ਨਹੀਂ ਖਿੱਚ ਸਕਦੇ। ਤੁਸੀਂ ਹੋਰ ਵੀ ਕਿਸੇ ਪਾਸੇ ਟਰਾਈ ਕਰ ਸਕਦੇ ਹੋ, ਜਾਂ ਤੁਸੀਂ ਸਿੱਧੀ ਲਾਈਨ ਵੀ ਲੈ ਸਕਦੇ ਹੋ ਕਿ ਤੁਸੀਂ ਇਹ ਸੋਚੋ ਵੀ ਇਸ ਤਰ੍ਹਾਂ ਕਰਕੇ ਬਣਾ ਲਈਏ। ਅਤੇ ਇਹ ਵੀ ਲਾਈਨ ਜਿਹੜੀ ਜੇ ਆ ਸਿੱਧੀ ਜਿਹੜੀ ਆ, ਇਹ ਵੀ ਦੇਖੋ ਇਹਦੇ ਵਿੱਚੋਂ ਛੇਦਕ ਰੇਖਾ ਬਣ ਗਈ, ਵਿੱਚੋਂ ਦੀ ਸਿੱਧੀ ਪਾਰ ਚਲ ਗਈ, ਇੱਥੋਂ ਵੀ ਕੱਟ ਗਈ ਅਤੇ ਇੱਥੇ ਵੀ ਕੱਟ ਗਈ। ਲੇਕਿਨ ਜਿਹੜੀ ਸਪਰਸ਼ ਰੇਖਾ ਹੁੰਦੀ ਜੇ ਇਹ ਚੱਕਰ ਨੂੰ ਸਿਰਫ ਤੇ ਸਿਰਫ ਇੱਕ ਬਿੰਦੂ 'ਤੇ ਕੱਟਦੀ ਆ, ਸਿਰਫ ਇੱਕ ਬਿੰਦੂ 'ਤੇ ਮਿਲਦੀ ਆ, ਇਸ ਤੋਂ ਵੱਧ ਨਹੀਂ ਮਿਲ ਸਕਦੀ। ਔਰ ਇਹ ਚੱਕਰ ਦੇ ਅੱਗੇ ਵਧਾਇਆ ਇਹ ਚੱਕਰ ਦੇ ਵਿੱਚੋਂ ਕ੍ਰੋਸ ਨਹੀਂ ਹੁੰਦੀ, ਸਿਰਫ ਉਹਨੂੰ ਟੱਚ ਕਰਕੇ ਅੱਗੇ ਲੰਬੀ ਹੋਈ ਜਾਏਗੀ ਰੇਖਾ ਇਹ, ਅਤੇ ਇਹਨੂੰ ਅਸੀਂ ਸਪਰਸ਼ ਰੇਖਾ ਬੋਲਦੇ ਹਾਂ। ਇਹ ਸੀਗਾ ਸਾਡਾ ਪਹਿਲਾ ਕੁਐਸਚਨ ਵੀ ਇਹ ਜਿਹੜੇ ਚੱਕਰ ਦੇ ਬਾਹਰੀ ਬਿੰਦੂ ਤੋਂ ਉਹਦੇ ਤੋਂ ਉੱਪਰ ਕਿੰਨੇ ਟੇਂਜੈਂਟ ਅਸੀਂ ਡਰਾ ਕਰ ਸਕਦੇ ਹਾਂ। ਉਹਦਾ ਆਨਸਰ ਜੇ ਸਿਰਫ 2 ਟੇਂਜੈਂਟ, ਇੱਕ ਆਹ ਵਾਲਾ ਜਿਹੜਾ ਬਣਾਇਆ ਇੱਧਰ ਅਤੇ ਇੱਕ ਆਹ ਜਿਹੜਾ ਬਿੰਦੂ A ਵਾਲਾ ਵਾ। ਆਹ ਜਿਹੜੇ ਦੂਸਰੇ ਦੱਸੇ ਸੀਗੇ ਇਹ ਸਾਡੇ ਜਿਹੜੇ ਸੀਕੈਂਟ ਬਣਦੇ ਨੇ, ਇਹ ਛੇਦਕ ਰੇਖਾਵਾਂ ਨੇ, ਇਹ ਸਪਰਸ਼ ਰੇਖਾਵਾਂ 'ਚ ਨਹੀਂ ਆਉਂਦੀਆਂ। ਸਾਡੇ ਪਹਿਲੇ ਕੁਐਸਚਨ ਦਾ ਆਨਸਰ ਦੇਖਦੇ ਹਾਂ ਵਰਕਸ਼ੀਟ ਦੇ ਉੱਪਰ। ਆਹ ਦੇਖੋ ਵਰਕਸ਼ੀਟ ਦੇ ਉੱਪਰ ਕਿ ਇੱਕ ਚੱਕਰ ਦੇ ਇੱਕ ਬਾਹਰੀ ਬਿੰਦੂ ਤੋਂ ਕਿੰਨੀਆਂ ਸਪਰਸ਼ ਰੇਖਾਵਾਂ ਖਿੱਚੀਆਂ ਜਾ ਸਕਦੀਆਂ ਨੇ? 2। ਪਹਿਲੇ ਕੁਐਸਚਨ ਦਾ ਆਨਸਰ ਆਪਸ਼ਨ ਨੰਬਰ 2 ਹੋਏਗਾ। ਚਲੋ ਦੇਖੋ ਦੂਸਰਾ ਕੁਐਸਚਨ ਇਹਦੇ ਨਾਲ ਹੀ। ਇੱਕ ਚੱਕਰ ਦੇ ਇੱਕ ਬਾਹਰੀ ਬਿੰਦੂ ਤੋਂ ਖਿੱਚੀਆਂ ਗਈਆਂ ਸਪਰਸ਼ ਰੇਖਾਵਾਂ ਦੀਆਂ ਲੰਬਾਈਆਂ ਬਰਾਬਰ ਹੁੰਦੀਆਂ ਹਨ। ਉਹਨਾਂ ਨੇ ਪੁੱਛਿਆ ਵੀ ਇਹ ਸੱਚ ਵਾ ਕਿ ਝੂਠ ਵਾ, ਇਹ ਟਰੂ ਫਾਲਸ ਵਾ ਕੁਐਸਚਨ। ਚਲੋ ਦੇਖਦੇ ਹਾਂ।
ਆ ਦੇਖੋ ਆ ਚੱਕਰ ਸੀਗਾ, ਚੱਕਰ ਦੇ ਉੱਪਰ ਆ ਦੇਖੋ ਮੈਂ ਸਪਰਸ਼ ਰੇਖਾਵਾਂ ਖਿੱਚੀਆਂ ਨੇ। ਇੱਕ ਚੀਜ਼ ਦਾ ਹਮੇਸ਼ਾ ਧਿਆਨ ਰੱਖਿਓ ਕਿ ਜਿਹੜਾ ਬਾਹਰੀ ਬਿੰਦੂ ਹੁੰਦਾ ਉਹਦੇ ਤੋਂ ਚੱਕਰ ਤੱਕ ਸਪਰਸ਼ ਰੇਖਾ ਤੁਸੀਂ ਕਿਸੇ ਵੀ ਸਾਈਡ ਤੇ ਖਿੱਚ ਲਓ, ਉਹਦਾ ਸਾਈਜ਼ ਹਮੇਸ਼ਾ ਬਰਾਬਰ ਹੁੰਦਾ ਜੇ। ਤੁਸੀਂ ਇਹਨੂੰ ਮੇਜਰ ਕਰਕੇ ਵੀ ਦੇਖ ਸਕਦੇ ਹੋ, ਤੇ ਸਾਡੇ ਕੋਲ ਥਿਊਰਮ ਹੈਗੀ ਆ, ਉਹਦੇ ਨਾਲ ਅਸੀਂ ਪ੍ਰੂਵ ਕਰ ਸਕਦੇ ਹਾਂ। ਜਿਹੜੀ ਥਿਊਰਮ ਆ ਦੇਖੋ ਇਹ ਲਗਭਗ ਜਿਹੜੀ ਆ ਉਹ 6 ਤੋਂ ਥੋੜ੍ਹੀ ਜਿਹੀ ਵੱਡੀ ਆ ਰਹੀ ਹੈ ਇੱਥੇ। ਜਦੋਂ ਅਸੀਂ ਇਹਨੂੰ ਥਿਊਰਮ ਦੇ ਨਾਲ ਪ੍ਰੂਵ ਕਰਦੇ ਹਾਂ ਤੇ ਥਿਊਰਮ ਦੇ ਨਾਲ ਪ੍ਰੂਵ ਕਰਕੇ ਅਸੀਂ ਦੇਖ ਸਕਦੇ ਹਾਂ ਕਿ ਇਹ ਸਪਰਸ਼ ਰੇਖਾਵਾਂ ਦੀਆਂ ਜਿਹੜੀਆਂ ਲੰਬਾਈਆਂ ਨੇ ਉਹ ਬਰਾਬਰ ਹੁੰਦੀਆਂ ਨੇ। ਔਰ ਤੁਸੀਂ ਜਦੋਂ ਇਹ ਸਪਰਸ਼ ਰੇਖਾ ਡਰਾ ਕਰੋਗੇ, ਤੁਸੀਂ ਘਰ ਅਗਰ ਥਿਊਰਮ ਨਾਲ ਪ੍ਰੂਵ ਨਹੀਂ ਕਰਨੀ ਵੀ ਚਾਹੁੰਦੇ, ਤੁਸੀਂ ਇਹਨਾਂ ਸਪਰਸ਼ ਰੇਖਾਵਾਂ ਨੂੰ ਸਕੇਲ ਦੇ ਨਾਲ ਮੇਜਰ ਕਰਿਓ ਬਾਹਰੀ ਬਿੰਦੂ ਤੋਂ। ਔਰ ਬਿੰਦੂ ਤੁਸੀਂ ਕਿਸੇ ਵੀ ਸਾਈਡ 'ਤੇ ਲੈ ਸਕਦੇ ਹੋ। ਤੁਸੀਂ ਇੱਧਰ ਵੀ ਬਿੰਦੂ ਲਓਗੇ, ਮੰਨ ਲਓ ਤੁਸੀਂ ਇੱਧਰ ਕੋਈ ਬਿੰਦੂ ਲੈ ਲੈਂਦੇ ਹੋ, ਅਤੇ ਇੱਥੋਂ ਤੁਸੀਂ ਸਪਰਸ਼ ਰੇਖਾਵਾਂ ਖਿੱਚੋਗੇ, ਉਹ ਵੀ 2 ਆਉਣਗੀਆਂ। ਔਰ ਜਦੋਂ ਉਹਨਾਂ ਦੀ ਲੰਬਾਈ ਮੇਜਰ ਕਰੋਗੇ ਤਾਂ ਉਹ ਵੀ ਬਰਾਬਰ ਹੋਏਗੀ। ਇਸ ਕਰਕੇ ਜਿਹੜਾ ਸਾਡਾ ਸੈਕਿੰਡ ਕੁਐਸਚਨ ਆ, ਉਹਦੇ 'ਚ ਜਿਹੜੀ ਸਟੇਟਮੈਂਟ ਪੁੱਛੀ ਗਈ ਆ ਕਿ ਇੱਕ ਚੱਕਰ ਦੇ ਇੱਕ ਬਾਹਰੀ ਬਿੰਦੂ ਤੋਂ ਖਿੱਚੀਆਂ ਸਪਰਸ਼ ਰੇਖਾਵਾਂ ਦੀਆਂ ਲੰਬਾਈਆਂ ਬਰਾਬਰ ਹੁੰਦੀਆਂ ਹਨ, ਇਹ ਟਰੂ ਆ ਕਿ ਫਾਲਸ ਵਾ, ਯਾਨੀ ਸੱਚ ਆ ਕਿ ਝੂਠਾ, ਤੇ ਬਿਲਕੁਲ ਟਰੂ ਜੇ। ਔਰ ਇਹਦੇ 'ਤੇ ਆਨਸਰ ਤੁਸੀਂ ਆ ਟਿਕ ਕਰ ਲੈਣਾ ਵੀ ਇਹ ਸੱਚ ਵਾ ਇਹ ਕਥਨ ਕਿ ਚੱਕਰ ਦੇ ਬਾਹਰੀ ਬਿੰਦੂ ਤੋਂ ਖਿੱਚੀਆਂ ਸਪਰਸ਼ ਰੇਖਾਵਾਂ ਦੀਆਂ ਲੰਬਾਈਆਂ ਹਮੇਸ਼ਾ ਬਰਾਬਰ ਹੁੰਦੀਆਂ ਹਨ। ਅੱਗੇ ਦੇਖੋ ਬੱਚਿਓ, ਜਿਹੜਾ ਥਰਡ ਕੁਐਸਚਨ ਆ ਉਹ ਕੀ ਆ ਦੇਖੋ ਬੱਚਿਓ, ਦੂਸਰਾ ਕੁਐਸਚਨ ਅਸੀਂ ਇੱਥੇ ਟਿਕ ਲਗਾ ਲਈ ਕਿ ਟਰੂ ਸੀਗੀ ਜਿਹੜੀ ਸਟੇਟਮੈਂਟ ਸੀ। ਤੀਸਰਾ ਕੁਐਸਚਨ ਦੇਖੋ, ਇੱਕ ਚੱਕਰ 'ਤੇ ਸੀਮਿਤ ਸਪਰਸ਼ ਰੇਖਾਵਾਂ ਖਿੱਚੀਆਂ ਜਾ ਸਕਦੀਆਂ ਹਨ, ਇਹ ਕਥਨ ਸੱਚ ਆ ਕਿ ਝੂਠਾ। ਅ ਸਰਕਲ ਕੈਨ ਹੈਵ ਫਾਈਨਾਈਟ ਟੈਂਜੈਂਟਸ, ਟਰੂ ਔਰ ਫਾਲਸ। ਚਲੋ ਦੇਖਦੇ ਹਾਂ ਅਸੀਂ। ਆ ਦੇਖੋ ਬੱਚਿਓ, ਉਹਦੇ 'ਚ ਜਿਹੜਾ ਕੁਐਸਚਨ ਪੁੱਛਿਆ ਵਾ ਤੁਹਾਡੀ ਵਰਕਸ਼ੀਟ ਦੇ ਵਿੱਚ, ਤੀਸਰਾ ਕੁਐਸਚਨ ਆ ਕਿ ਇੱਕ ਚੱਕਰ 'ਤੇ ਸੀਮਿਤ ਸਪਰਸ਼ ਰੇਖਾਵਾਂ ਖਿੱਚੀਆਂ ਜਾ ਸਕਦੀਆਂ ਹਨ, ਯਾਨੀ ਕਿ ਅ ਸਰਕਲ ਕੈਨ ਹੈਵ ਫਾਈਨਾਈਟ ਟੈਂਜੈਂਟਸ। ਦੇਖੋ ਬੱਚਿਓ, ਸੀਮਿਤ ਤੇ ਇਹ ਤਾਂ ਹੋਣਗੀਆਂ ਜੇ ਸਰਕਲ ਦੇ ਬਾਹਰ ਅਸੀਂ ਸਿਰਫ ਇੱਕੋ ਹੀ ਬਿੰਦੂ ਲੈ ਸਕਦੇ ਹੋਈਏ, ਫਿਰ ਤੇ ਇਹ ਸੀਮਿਤ ਹੋ ਗਈਆਂ ਵੀ ਇਹੀ ਸਿਰਫ 2 ਖਿੱਚ ਸਕਦੇ ਆ, ਇਹਨਾਂ ਦੀ ਗਿਣਤੀ ਵੱਧ ਨਹੀਂ ਸਕਦੀ। ਪਰ ਬੱਚਿਓ ਇਹ ਗੱਲ ਧਿਆਨ ਰੱਖਿਓ ਕਿ ਇੱਕ ਚੱਕਰ 'ਤੇ ਅਸੀਂ ਅਸੀਮਿਤ ਸਪਰਸ਼ ਰੇਖਾਵਾਂ ਖਿੱਚ ਸਕਦੇ ਹਾਂ। ਕਿਉਂ? ਕਿਉਂਕਿ ਦੇਖੋ ਮੰਨ ਲਓ ਤੁਸੀਂ ਇੱਥੇ ਬਿੰਦੂ ਲੈ ਲੈਂਦੇ ਹੋ, ਬਾਹਰੀ ਬਿੰਦੂ ਕੋਈ, ਤੁਸੀਂ ਆਹ ਜਗ੍ਹਾ 'ਤੇ ਬਾਹਰੀ ਬਿੰਦੂ ਲੈ ਲਿਆ। ਹੁਣ ਇੱਥੋਂ ਤੁਸੀਂ ਸਕੇਲ ਰੱਖ ਕੇ ਤੇ ਇਹਦੇ ਉੱਪਰ ਜਿਹੜੀਆਂ ਸਪਰਸ਼ ਰੇਖਾਵਾਂ ਖਿੱਚੋਗੇ, ਆ ਦੇਖੋ ਇਸ ਤਰ੍ਹਾਂ ਕਰਕੇ ਇਹ ਸਪਰਸ਼ ਰੇਖਾ ਇੱਧਰ ਚਲੀ ਗਈ, ਇੱਧਰੋਂ ਦੂਸਰੀ ਸਾਈਡ 'ਤੇ ਤੁਸੀਂ ਖਿੱਚੋਗੇ, ਇਹ ਸਪਰਸ਼ ਰੇਖਾ ਇਸ ਤਰ੍ਹਾਂ ਬਣ ਗਈ। ਹੁਣ ਇਹ ਵੀ ਸਪਰਸ਼ ਰੇਖਾਵਾਂ ਨੇ, ਬਾਹਰੀ ਬਿੰਦੂ ਕੋਈ ਵੀ ਦਾ ਨਾਮ ਰੱਖ ਦਿਓ, ਕਿਊ ਰੱਖ ਦਿਓ। ਹੁਣ ਤੁਸੀਂ ਪੁਆਇੰਟ ਮੰਨ ਲਓ ਕਿਸੇ ਬਾਹਰੀ ਬਿੰਦੂ ਨੂੰ ਤੁਸੀਂ ਇਸ ਸਾਈਡ 'ਤੇ ਕੋਈ ਬਿੰਦੂ ਲੈ ਲੈਂਦੇ ਹੋ, ਤੁਸੀਂ ਇੱਧਰੋਂ ਸਪਰਸ਼ ਰੇਖਾਵਾਂ ਡਰਾ ਕਰਦੇ ਹੋ ਤਾਂ ਉਹ ਵੀ ਬਣ ਜਾਣੀਆਂ ਨੇ। ਅਤੇ ਇਸ ਕਰਕੇ ਜਿਹੜੀ ਇਹ ਸਟੇਟਮੈਂਟ ਦਿੱਤੀ ਹੋਈ ਹੈ ਥਰਡ ਜਿਹੜੀ ਕੁਐਸਚਨ ਦੀ ਆ, ਉਹ ਫਾਲਸ ਜੇ ਕਿ ਅਸੀਂ ਚੱਕਰ ਦੇ ਤੁਹਾਨੂੰ ਮੈਂ ਦਿਖਾਉਣਾ ਤੁਹਾਡੀ ਵਰਕਸ਼ੀਟ ਦੇ ਉੱਪਰ। ਆ ਦੇਖੋ ਇੱਕ ਚੱਕਰ 'ਤੇ ਸੀਮਿਤ ਸਪਰਸ਼ ਰੇਖਾਵਾਂ ਖਿੱਚੀਆਂ ਜਾ ਸਕਦੀਆਂ ਹਨ, ਇਹ ਗਲਤ ਸਟੇਟਮੈਂਟ ਆ, ਇਹ ਝੂਠ ਜੇ। ਇਹਦਾ ਫਾਲਸ, ਪੰਜਾਬੀ ਦੇ ਵਿੱਚ ਸੱਚ ਤੇ ਝੂਠ ਪੁੱਛਿਆ ਹੋਇਆ ਵਾ, ਉਹਦੇ ਉੱਪਰ ਟਿਕ ਲਗਾਉਣੀ ਆ, ਇਹ ਫਾਲਸ ਸਟੇਟਮੈਂਟ ਆ। ਕਿਉਂਕਿ ਚੱਕਰ ਦੇ ਸਪਰਸ਼ ਰੇਖਾਵਾਂ ਦੀ ਗਿਣਤੀ ਸੀਮਿਤ ਨਹੀਂ ਜੇ ਹੁੰਦੀ, ਜਿੰਨੀਆਂ ਮਰਜ਼ੀ ਸਪਰਸ਼ ਰੇਖਾਵਾਂ ਖਿੱਚ ਸਕਦੇ ਹਾਂ। ਹਾਂ, ਇਹਦੇ ਨਾਲ ਮੈਂ ਇੱਕ ਚੀਜ਼ ਤੁਹਾਨੂੰ ਦੱਸਦਾ, ਅਗਰ ਇਹੀ ਕੁਐਸਚਨ ਤੁਹਾਨੂੰ ਇਸ ਤਰ੍ਹਾਂ ਪੁੱਛਿਆ ਜਾਏ ਕਿ ਕੀ ਇੱਕ ਚੱਕਰ ਦੇ ਕਿਸੇ ਬਾਹਰੀ ਬਿੰਦੂ ਤੋਂ, ਜਿਸ ਤਰ੍ਹਾਂ ਪਹਿਲਾ ਕੁਐਸਚਨ ਸੀਗਾ ਕਿ ਸਿਰਫ 2 ਹੀ ਸਪਰਸ਼ ਰੇਖਾਵਾਂ ਖਿੱਚੀਆਂ ਜਾ ਸਕਦੀਆਂ ਹਨ, ਤੇ ਉਹ ਕਥਨ ਸੱਚ ਹੋਏਗਾ। ਜੇ ਬਾਹਰ ਇੱਕ ਬਿੰਦੂ ਦਿੱਤਾ ਵਾ ਤੇ ਉਹ ਗਿਣਤੀ ਸੀਮਿਤ ਹੋਏਗੀ 2 ਤੱਕ, ਉਸ ਤੋਂ ਘੱਟ ਨਹੀਂ ਹੋ ਸਕਦੀ, ਉਸ ਤੋਂ ਵੱਧ ਨਹੀਂ ਹੋ ਸਕਦੀ। ਤੇ ਜੇ ਆਹ ਕੁਐਸਚਨ ਸਿਰਫ ਵੈਸੇ ਹੀ ਪੁੱਛਿਆ ਵਾ ਕਿ ਇੱਕ ਚੱਕਰ 'ਤੇ ਸੀਮਿਤ ਸਪਰਸ਼ ਰੇਖਾਵਾਂ ਖਿੱਚੀਆਂ ਜਾ ਸਕਦੀਆਂ ਹਨ, ਤੇ ਇਹ ਕਥਨ ਜਿਹੜਾ ਗਲਤ ਹੋਏਗਾ। ਕਿਉਂਕਿ ਇੱਕ ਚੱਕਰ ਦੇ ਬਾਹਰੀ ਬਿੰਦੂ ਤੋਂ ਅਸੀਂ ਕਿਤੇ ਵੀ ਬਿੰਦੂ ਲੈ ਕੇ ਬਾਹਰ ਤੋਂ ਉਹ ਤੋਂ ਜਿੰਨੀਆਂ ਮਰਜ਼ੀ ਸਪਰਸ਼ ਰੇਖਾਵਾਂ ਬਣਾ ਸਕਦੇ ਹਾਂ, ਇੱਕ ਬਿੰਦੂ ਤੋਂ 2 ਬਣਨੀਆਂ ਨੇ। ਤੁਸੀਂ ਬਿੰਦੂ ਵੱਧ ਲਈ ਜਾਓ ਅਤੇ ਸਪਰਸ਼ ਰੇਖਾਵਾਂ ਖਿੱਚੀ ਜਾਓ, ਯਾਨੀ ਕਿ ਉਹਨਾਂ ਦੀ ਗਿਣਤੀ ਅਸੀਮਿਤ ਹੁੰਦੀ ਆ। ਚਲੋ ਦੇਖਦੇ ਹਾਂ ਨੈਕਸਟ ਕੁਐਸਚਨ। ਚੌਥਾ ਕੁਐਸਚਨ ਕੀ ਆ? ਫਿਲ ਇਨ ਦਾ ਬਲੈਂਕਸ, ਖਾਲੀ ਥਾਂ ਭਰੋ। ਕਿਸੇ ਚੱਕਰ ਦੀ ਸਪਰਸ਼ ਰੇਖਾ ਉਸ ਨੂੰ ਡੈਸ਼ ਬਿੰਦੂਆਂ 'ਤੇ ਕੱਟਦੀ ਹੈ। ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀਗਾ, ਜਿਹੜਾ ਮੈਂ ਪਹਿਲਾ ਕੁਐਸਚਨ ਕਰਾਇਆ ਸੀ, ਡਾਇਗਰਾਮ ਬਣਾਈ ਸੀ ਵੀ ਜਿਹੜੀ ਕਿਸੇ ਚੱਕਰ ਦੀ ਸਪਰਸ਼ ਰੇਖਾ ਵਾ ਉਹਨੂੰ ਕਿੰਨੇ ਬਿੰਦੂਆਂ 'ਤੇ ਕੱਟਦੀ ਆ। ਮੈਂ ਤੁਹਾਨੂੰ ਦਿਖਾਉਣਾ ਵਾ ਅਤੇ ਫਿਰ ਤੁਹਾਨੂੰ ਫਿਲਅਪ ਇਹਦੇ ਵਿੱਚ ਭਰਵਾਵਾਂਗਾ। ਆਹ ਦੇਖੋ, ਇਹ ਸਾਡੇ ਕੋਲ ਆਹ ਸੀਗਾ ਚੱਕਰ, ਆਹ ਦੇਖੋ ਇਹ ਜਿਹੜੀ ਸਪਰਸ਼ ਰੇਖਾ ਜਿਹੜੀ ਬਣੀ ਆ, ਉਹ ਦੇਖੋ ਆਹ ਸਪਰਸ਼ ਰੇਖਾ ਗਈ, ਇਹ ਸਪਰਸ਼ ਰੇਖਾ ਉਹਨੂੰ ਕਿੰਨੇ ਬਿੰਦੂਆਂ 'ਤੇ ਕੱਟੀ? ਇੱਕ ਬਿੰਦੂ 'ਤੇ। ਇਸੇ ਤਰ੍ਹਾਂ ਹੀ ਦੂਸਰੀ ਸਪਰਸ਼ ਰੇਖਾ ਆਈ, ਉਹ ਵੀ ਇੱਕ ਬਿੰਦੂ 'ਤੇ ਕੱਟਤੀ ਆ। ਆਹ ਜਿਹੜੀ ਨਵੀਂ ਸਪਰਸ਼ ਰੇਖਾ ਬਣਾਈ ਆ, ਇਹ ਵੀ ਇੱਕ ਬਿੰਦੂ 'ਤੇ ਕੱਟੇਗੀ। ਯਾਨੀ ਕਿ ਜਿਹੜਾ ਸਾਡਾ ਇਹ ਕੁਐਸਚਨ ਜਿਹੜਾ ਵਾ, ਆਹ ਜਿਹੜੀਆਂ ਫਿਲਅਪਸ ਦਿੱਤੀਆਂ ਹੋਈਆਂ ਨੇ,
ਇਹਦੇ 'ਚ ਪਹਿਲੇ ਕੁਐਸਚਨ ਦਾ ਆਨਸਰ ਕੀ ਆਏਗਾ ਕਿ ਕਿਸੇ ਚੱਕਰ ਦੀ ਸਪਰਸ਼ ਰੇਖਾ ਉਸ ਨੂੰ ਇੱਕ ਬਿੰਦੂ 'ਤੇ, ਕਿੰਨੇ ਬਿੰਦੂਆਂ 'ਤੇ, ਇੱਥੇ ਤੁਸੀਂ ਕੀ ਭਰੋਗੇ, ਇੱਕ ਬਿੰਦੂ 'ਤੇ, ਤੇ ਇੰਗਲਿਸ਼ ਵਿੱਚ ਇਨ 1 ਪੁਆਇੰਟ, ਸਿਰਫ ਇੱਕ ਬਿੰਦੂ 'ਤੇ ਹੀ ਉਸ ਨੂੰ ਕੱਟਦੀ ਆ। ਇਹ ਤੁਹਾਡਾ ਹੋ ਗਿਆ ਚੌਥੇ ਕੁਐਸਚਨ ਦੀ ਪਹਿਲੀ ਫਿਲਅਪ ਹੋ ਗਈ। ਅੱਗੇ ਦੂਸਰੀ ਦੇਖੋ, ਚੱਕਰ ਅਤੇ ਉਸ ਦੀ ਸਪਰਸ਼ ਰੇਖਾ, ਚੱਕਰ ਅਤੇ ਉਸ ਦੀ ਸਪਰਸ਼ ਰੇਖਾ ਦੇ ਸਾਂਝੇ ਬਿੰਦੂ ਨੂੰ ਡੈਸ਼ ਕਹਿੰਦੇ ਹਨ। ਦ ਕਾਮਨ ਪੁਆਇੰਟ ਆਫ ਅ ਟੇਂਜੈਂਟ ਟੂ ਅ ਸਰਕਲ ਐਂਡ ਦ ਸਰਕਲ ਇਜ਼ ਕਾਲਡ, ਟੇਂਜੈਂਟ ਟੂ ਅ ਸਰਕਲ ਐਂਡ ਸਰਕਲ, ਇਹਨਾਂ ਦੋਨਾਂ ਦਾ ਜਿਹੜਾ ਕਾਮਨ ਪੁਆਇੰਟ ਬਣਦਾ ਵਾ ਉਸ ਨੂੰ ਅਸੀਂ ਕੀ ਕਹਿੰਦੇ ਆ, ਉਸ ਨੂੰ ਅਸੀਂ ਸਪਰਸ਼ ਬਿੰਦੂ ਕਹਿੰਦੇ ਆ। ਪੰਜਾਬੀ 'ਚ ਮੈਂ ਤੁਹਾਨੂੰ ਦੱਸਿਆ ਸੀ ਸਪਰਸ਼ ਰੇਖਾ ਜਿਹੜੀ ਆ ਜਿਹੜੇ ਬਿੰਦੂ 'ਤੇ ਮਿਲਦੀ ਆ ਉਸ ਨੂੰ ਅਸੀਂ ਕੀ ਕਹਾਂਗੇ, ਸਪਰਸ਼ ਬਿੰਦੂ। ਕੀ ਲਿਖਾਂਗੇ ਇੱਥੇ, ਸਪਰਸ਼ ਬਿੰਦੂ। ਅਤੇ ਇੰਗਲਿਸ਼ ਦੇ ਵਿੱਚ ਪੁਆਇੰਟ ਆਫ ਕੰਟੈਕਟ ਇਜ਼ ਕਾਲਡ ਪੁਆਇੰਟ ਆਫ ਕੰਟੈਕਟ। ਇਹ ਤੁਹਾਡੀ ਹੋ ਗਈ ਸੈਕਿੰਡ ਫਿਲਅਪ, ਖਾਲੀ ਥਾਂ ਪੁਆਇੰਟ ਆਫ ਕੰਟੈਕਟ ਪਤਾ ਲੱਗ ਗਿਆ ਕਿ ਜਿੱਥੇ ਆਹ ਵਾਰ ਮੈਂ ਦਿਖਾ ਵੀ ਦਿੰਦਾ ਵਾਂ, ਆਹ ਦੇਖੋ ਆਹ ਡਾਇਗਰਾਮ ਦੇ ਵਿੱਚ ਜਿਹੜਾ ਆਹ ਬਿੰਦੂ ਆ ਇਹ ਸਪਰਸ਼ ਬਿੰਦੂ ਆ, ਔਰ ਇਹਨੂੰ ਇੰਗਲਿਸ਼ ਅਸੀਂ ਕੀ ਕਹਾਂਗੇ, ਪੁਆਇੰਟ ਆਫ ਕੰਟੈਕਟ। ਔਰ ਇਹ ਬਿੰਦੂ ਕਿਹੜਾ ਵਾ, ਚੱਕਰ ਦਾ ਅਤੇ ਸਪਰਸ਼ ਰੇਖਾ ਦਾ ਸਾਂਝਾ ਬਿੰਦੂ, ਇਹ ਇੱਥੇ ਕਾਮਨ ਵਾ। ਠੀਕ ਆ, ਇਹ ਤੁਹਾਡੇ ਕੁਐਸਚਨ ਦਾ ਆਨਸਰ ਜੇ, ਇਹਨੂੰ ਅਸੀਂ ਬੋਲਦੇ ਹਾਂ ਸਪਰਸ਼ ਬਿੰਦੂ। ਇਹ ਯਾਦ ਰੱਖਿਓ, ਪੁਆਇੰਟ ਆਫ ਕੰਟੈਕਟ ਇਹ ਵਾਲਾ। ਚਲੋ ਦੇਖਦੇ ਹਾਂ ਨੈਕਸਟ ਕੁਐਸਚਨ। ਚੱਕਰ ਨੂੰ ਦੋ ਬਿੰਦੂਆਂ 'ਤੇ ਕੱਟਣ ਵਾਲੀ ਰੇਖਾ ਨੂੰ ਡੈਸ਼ ਕਹਿੰਦੇ ਹਨ। ਹੁਣ ਮੈਂ ਤੁਹਾਨੂੰ ਜਦੋਂ ਪਹਿਲਾ ਕੁਐਸਚਨ ਕਰਵਾ ਰਿਹਾ ਸੀਗਾ, ਮੈਂ ਤੁਹਾਨੂੰ ਉਦੋਂ ਹੀ ਦੱਸਿਆ ਸੀਗਾ ਕਿ ਜਿਹੜੀ ਚੱਕਰ ਨੂੰ, ਆਹ ਦੇਖੋ ਮੈਂ ਇੱਥੇ ਤੁਹਾਨੂੰ ਉਦੋਂ ਡਰਾ ਕੀਤੀ ਸੀ, ਮੈਂ ਇਹਨੂੰ ਦੁਬਾਰਾ ਤੁਹਾਨੂੰ ਡਰਾ ਕਰਕੇ ਦੱਸ ਦਿੰਦਾ। ਆਹ ਦੇਖੋ ਮੰਨ ਲਓ ਆ ਬਾਹਰੀ ਬਿੰਦੂ ਆ, ਇਹਦੇ ਵਿੱਚੋਂ ਦੀ ਕਿਤੋਂ ਵੀ ਕੋਈ ਰੇਖਾ ਵਿੱਚੋਂ ਨਿਕਲ ਗਈ, ਆਹ ਦੇਖੋ ਇਸ ਤਰ੍ਹਾਂ। ਹੁਣ ਇਹਨੂੰ ਦੋ ਬਿੰਦੂਆਂ 'ਤੇ ਕੱਟ ਗਈ, ਇੱਕ ਮੰਨ ਲਓ ਇੱਥੇ ਬਿੰਦੂ ਕੋਈ ਹੈਗਾ ਵਾ ਆਰ, ਅਤੇ ਆਹ ਵਾਲਾ ਬਿੰਦੂ ਹੈਗਾ ਐਸ। ਆਹ ਰੇਖਾ ਸਿੱਧੀ ਆਈ ਇੱਧਰੋਂ ਅਤੇ ਇਹਨੂੰ ਵਿੱਚੋਂ ਦੋ ਬਿੰਦੂਆਂ ਤੋਂ ਕੱਟ ਕੇ ਚਲੀ ਗਈ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਇਸ ਰੇਖਾ ਨੂੰ ਅਸੀਂ ਬੋਲਦੇ ਹਾਂ ਛੇਦਕ ਰੇਖਾ। ਇਹਨੂੰ ਪੰਜਾਬੀ 'ਚ ਅਸੀਂ ਕੀ ਬੋਲਦੇ ਹਾਂ, ਛੇਦਕ ਰੇਖਾ। ਇਹ ਬਣ ਗਈ ਛੇਦਕ ਰੇਖਾ, ਅਤੇ ਇੰਗਲਿਸ਼ ਦੇ ਵਿੱਚ ਇਹਨੂੰ ਅਸੀਂ ਕੀ ਬੋਲਦੇ ਹਾਂ, ਸੀਕੈਂਟ। ਮੈਂ ਤੁਹਾਨੂੰ ਪਹਿਲਾਂ ਜਦੋਂ ਕੁਐਸਚਨ ਕਰਵਾ ਰਿਹਾ ਸੀ ਮੈਂ ਨਾਲ ਹੀ ਦੱਸਦਾ ਜਾ ਰਿਹਾ ਸੀ ਤੁਹਾਨੂੰ ਇਹ ਸਾਰਾ। ਆਹ ਦੇਖੋ ਦੋ ਬਿੰਦੂਆਂ 'ਤੇ ਕੱਟੀ, ਛੇਦਕ ਰੇਖਾ ਬਣੀ, ਯਾਨੀ ਕਿ ਕੀ ਬਣਿਆ, ਸੀਕੈਂਟ। ਅਤੇ ਜਿਹੜੀ ਅਸੀਂ ਖਾਲੀ ਥਾਂ ਭਰਨੀ ਆ ਆਪਣੀ ਵਰਕਸ਼ੀਟ ਦੇ ਉੱਪਰ, ਉਹ ਦੇਖੋ ਥਰਡ, ਚੱਕਰ ਨੂੰ ਦੋ ਬਿੰਦੂਆਂ 'ਤੇ ਕੱਟਣ ਵਾਲੀ ਰੇਖਾ ਨੂੰ ਅਸੀਂ ਛੇਦਕ ਰੇਖਾ ਕਹਿੰਦੇ ਹਾਂ। ਇੱਥੇ ਤੁਸੀਂ ਭਰ ਲਿਓ ਛੇਦਕ ਰੇਖਾ। ਅਤੇ ਇੰਗਲਿਸ਼ ਮੀਡੀਅਮ ਵਾਲੇ ਬੱਚੇ ਕੀ ਲਿਖਣਗੇ ਇੱਥੇ, ਸੀਕੈਂਟ। ਇਹ ਸੀਗਾ ਸਾਡਾ ਕੁਐਸਚਨ ਨੰਬਰ 4 ਫਿਲਅਪਸ ਵਾਲਾ। ਉਸ ਤੋਂ ਬਾਅਦ ਦੇਖਦੇ ਹਾਂ ਨੈਕਸਟ ਕੁਐਸਚਨ ਨੰਬਰ 5। ਉਹਦੇ 'ਚ ਕੀ ਆ, ਜੇਕਰ ਟੀ ਪੀ ਅਤੇ ਟੀ ਕਿਊ ਕੇਂਦਰ O ਵਾਲੇ ਕਿਸੇ ਚੱਕਰ ਦੇ ਦੋ ਸਪਰਸ਼, ਕਿਸੇ ਚੱਕਰ 'ਤੇ ਦੋ ਸਪਰਸ਼ ਰੇਖਾਵਾਂ ਇਸ ਤਰ੍ਹਾਂ ਹਨ ਕਿ ਐਂਗਲ POQ 120 ਡਿਗਰੀ, ਤਾਂ ਐਂਗਲ PTQ ਦਾ ਮੁੱਲ ਹੈ, ਆਹ ਦੇਖੋ ਥੱਲੇ ਡਾਇਗਰਾਮ ਦਿੱਤੀ ਹੋਈ ਆ, ਆਹ ਦੇਖੋ ਇੱਥੇ ਕੀ ਲਿਖਿਆ ਇੰਗਲਿਸ਼ ਵਿੱਚ, ਇਫ TP ਐਂਡ TQ ਆਰ ਟੂ ਟੈਂਜੈਂਟਸ ਟੂ ਅ ਸਰਕਲ with center O so that angle POQ is equal to 120 degree then angle PTQ is, ਆ ਦੇਖੋ ਜਿਹੜਾ ਐਂਗਲ PT ਅਤੇ Q ਆ ਅਸੀਂ ਆਹ ਫਾਈਂਡ ਕਰਨਾ ਜੇ ਵੀ ਆਹ ਐਂਗਲ ਕਿੰਨੇ ਡਿਗਰੀ ਦਾ ਹੋਏਗਾ। ਆਹ ਸਾਨੂੰ ਐਂਗਲ 120 ਡਿਗਰੀ ਦਿੱਤਾ। ਹੁਣ ਬੱਚੋ ਇੱਥੇ ਜਿਹੜੀ ਸਭ ਤੋਂ ਜ਼ਰੂਰੀ ਗੱਲ ਆ ਉਹ ਧਿਆਨ ਨਾਲ ਸੁਣਿਓ। ਦੇਖੋ ਆਹ ਬਾਹਰੀ ਬਿੰਦੂ ਸੀਗਾ T, ਆਹ ਸਪਰਸ਼ ਰੇਖਾ ਆਈ, ਇਹਨੂੰ P ਬਿੰਦੂ 'ਤੇ ਮਿਲੀ, ਇੱਧਰੋਂ T ਤੋਂ ਫਿਰ ਇੱਕ ਦੂਸਰੀ ਸਪਰਸ਼ ਰੇਖਾ Q 'ਤੇ ਕੱਟੀ। ਹੁਣ ਇਹ ਜਿਹੜੇ ਸਪਰਸ਼ ਬਿੰਦੂ ਨੇ ਜਿਹਨੂੰ ਅਸੀਂ, ਮੈਂ ਤੁਹਾਨੂੰ ਹੁਣੇ ਦੱਸਿਆ ਸੀਗਾ ਪੁਆਇੰਟ ਆਫ ਕੰਟੈਕਟ, ਸਪਰਸ਼ ਬਿੰਦੂ ਜਿਹੜਾ ਵਾ, ਇਸ ਬਿੰਦੂ ਤੋਂ ਜਦੋਂ ਅਸੀਂ ਚੱਕਰ ਦੇ ਕੇਂਦਰ ਤੱਕ ਇੱਕ ਰੇਖਾ ਖੰਡ ਖਿੱਚਦੇ ਹਾਂ, ਆਹ ਦੇਖੋ Q ਤੋਂ O ਤੱਕ ਅਤੇ P ਤੋਂ ਵੀ O ਤੱਕ, ਇਹ ਹੁੰਦਾ ਜੇ ਚੱਕਰ ਦਾ ਅਰਧ ਵਿਆਸ, ਚੱਕਰ ਦਾ ਅਰਧ ਵਿਆਸ ਯਾਨੀ ਰੇਡੀਅਸ। ਔਰ ਜਿਹੜਾ ਰੇਡੀਅਸ ਵਾ, ਇਹ ਧਿਆਨ ਨਾਲ ਸੁਣਿਓ, ਜਿਹੜਾ ਚੱਕਰ ਦਾ ਰੇਡੀਅਸ ਯਾਨੀ ਅਰਧ ਵਿਆਸ ਵਾ, ਉਹ ਸਪਰਸ਼ ਜਿਹੜੀ ਰੇਖਾ ਆ ਰਹੀ ਆ ਉਹਦੇ ਨਾਲ ਹਮੇਸ਼ਾ 90 ਡਿਗਰੀ ਦਾ ਕੋਣ ਬਣਾਉਂਦਾ ਜੇ। ਆਹ ਚੀਜ਼ ਇਹਦੇ ਵਿੱਚ ਧਿਆਨ ਰੱਖਣ ਵਾਲੀ ਜੇ ਕਿ ਇਹ ਜਿਹੜੇ ਪੁਆਇੰਟ ਆਫ ਕੰਟੈਕਟ ਰੇਡੀਅਸ ਦੇ ਨਾਲ
और जिथे स्पर्श रेखा दोनों टच करदियां ने इस बिंदु के उपर जिहड़ा एंगल बनता वा वो 90 डिग्री का बनता जे। ये ध्यान तुसीं रखना जे इहदा बिल्कुल। हुण देखो साडे कोल एक बन गई चतुर्भुज। किहड़ी चतुर्भुज का नाम जो मर्जी रख लो, PTQO या OPTQ कुछ भी, या TQOP। ये जिहड़ी चतुर्भुज वा सानूं पता कि चतुर्भुज के चारां कोणां दा जोड़ कितना हुंदा 360 डिग्री। तो 360 डिग्री दे विच असीं आ चार कोण लिखांगे, इन्हां दा फिर मिनती लिखांगे, इन्हां नूं प्लस करके माइनस करांगे तो फिर आंसर आ जाएगा साडा। चलो देखते हैं इसदा सलूशन। आ देखो बच्चों, सानू इन्हां जिहड़ा क्वेश्चन नंबर 5 च मैं तुहानूं डायग्राम दिखा चुका वा, तुसीं नाल नाल देखते रहो वर्कशीट के उपरों। उहदे च की दिता आ TP अते जिहड़ा TQ आ, ये की ने केंद्र O वाले किसी चक्कर दियां स्पर्श रेखावां हन। केंद्र O वाले किसी चक्कर ते दो स्पर्श रेखावां हन। हुण ये स्पर्श रेखावां जिहड़ियां की करदियां ने, जिहड़ी एंगल बना रही है POQ, वो कितना बना रही है 120 डिग्री। फाइंड असीं की करना वा एंगल PT ते Q। ये कहते पता करो भी ये कितना होएगा। मैं डायग्राम तुहानूं एक बार फिर दिखा दिना वा। आ देखो, आ डायग्राम सीगी, आ PT या TP ते TQ दो स्पर्श रेखावां। आ देखो ये केंद्र O है इहदा, इत्थे 120 डिग्री का कोण बना रहा, तो आ कोण असीं जिहड़ा PTQ आ वो असीं फाइंड करना वा। मैं तुहानूं दस्सिया सी भी एक ये चतुर्भुज बन गई। हुण असीं इहदा नाम लिख लांगे क्वाड्रिलेटरल दा। इत्थे लिखांगे चतुर्भुज, उहदा नाम तुसीं जिधरों मर्जी शुरू कर सकते हो, TPOQ विच। हुण तुसीं आ सारे एंगल्स जिहड़े नाम लिख लेने इत्थे, किहड़ा किहड़ा एंगल वा, जिहड़ा एंगल असीं फाइंड करना वा T एंगल PTQ प्लस एंगल TPO प्लस एंगल TQO प्लस जिहड़ा लास्ट एंगल वा वो आ गया POQ इज़ इक्वल टू 360 डिग्री। मैं तुहानूं एक बार एंगल्स के नाम दस दिना असीं कितना लिखे आ। देखो, आ जिस तरह इत्थे डायग्राम दे विच दस्सिया होया वा, आ तुसीं नाल नाल देखी जाओ। पहला एंगल मैं लिख लिया आ T, इहदा नाम की लिखिया PTQ, ये आ गई। उस तो बाद TPO आ वाला एंगल, उस तो बाद TQO जिहड़ा वा वो इधरों TQO ते आ POQ एंगल आ वाला। ये मैं चारे एंगल लिख ले, इन्हां दा जोड़ 360। हुण इन्हां दी वैल्यूज़ पुट कर दांगे इहदे च। PTQ प्लस TPO 90 डिग्री तुहानूं मैं दस्सिया सीगा, यह भी 90 डिग्री। तो जिहड़ा एंगल POQ आ सानूं स्टेटमेंट च 120 डिग्री दिता होया इज़ इक्वल टू 360 डिग्री। हुण आ देखो, इन्हां नूं प्लस कर लेना, PTQ प्लस आ देखो 90 90 180, 180 तो 120 कितना हो गया 300। ये 300 डिग्री आ गया इज़ इक्वल टू 360। हुण आ 300 इधर आके माइनस हो जाएगा। एंगल PTQ इज़ इक्वल टू 360 डिग्री माइनस 300 डिग्री। तो कितना एंगल आ गया ये वाला, एंगल PTQ इज़ इक्वल टू 60 डिग्री आंसर। यह साडा आंसर आ गया इहदा। हुण देखते हैं अपनी वर्कशीट के उपर असीं। आ देखो बच्चों, वर्कशीट के उपर इहदा जिहड़ा ऑप्शन नंबर 3 आ देखो, ऑप्शन नंबर 3 60 डिग्री, यह इहदा आंसर होएगा 5वें क्वेश्चन का कि आ एंगल जिहड़ा वा T एंगल जिहड़ा इत्थे बन रहा वा, इहदा नाम PTQ या QTP कुछ भी रख सकते हैं, क्योंकि T सेंटर च रहना जिहड़ा एंगल फाइंड करना हुंदा। ये एंगल साढ़े को कितना आया 60 डिग्री। यह सीगा बच्चों क्वेश्चन नंबर 5। चलो देखते हैं कि नैक्सट क्वेश्चन नंबर 6। आ देखो बच्चों, जिहड़ा 6वां क्वेश्चन आ
ਇੱਕ ਬਿੰਦੂ ਤੋਂ ਕਿਹੜਾ ਬਿੰਦੂ ਆ ਜੋ ਇੱਕ ਚੱਕਰ ਦੇ ਕੇਂਦਰ ਤੋਂ 13 ਸੈਂਟੀਮੀਟਰ ਦੂਰੀ ਤੇ ਹੈ। ਯਾਨੀ ਕਿ ਇੱਕ ਚੱਕਰ ਲਵਾਂਗੇ, ਉਹਦਾ ਸੈਂਟਰ ਲਵਾਂਗੇ, ਸੈਂਟਰ ਤੋਂ 13 ਸੈਂਟੀਮੀਟਰ ਦੂਰੀ ਤੇ ਇੱਕ ਅਸੀਂ ਜਿਹੜਾ ਉਹ ਬਾਹਰ ਬਿੰਦੂ ਲੈਣਾ ਵਾ ਚੱਕਰ ਤੋਂ ਬਾਹਰ। ਉਹਦੇ ਤੋਂ ਕੀ ਕਰਨਾ, ਚੱਕਰ ਤੇ ਸਪਰਸ਼ ਰੇਖਾ ਦੀ ਲੰਬਾਈ 12 ਸੈਂਟੀਮੀਟਰ ਹੈ। ਜਿਹੜਾ ਬਿੰਦੂ ਚੱਕਰ ਤੋਂ ਆ ਦੇਖੋ, ਤਾਂ ਮੈਂ ਇੱਥੇ ਰਫ ਦੱਸ ਦਿੰਦਾ, ਫਿਰ ਮੈਂ ਕਾਪੀ ਤੇ ਡਾਇਗਰਾਮ ਬਣਾ ਕੇ ਦੱਸਾਂਗਾ। ਆ ਦੇਖੋ ਸਟੇਟਮੈਂਟ 'ਚ ਕੀ ਕਹਿ ਰਿਹਾ, ਮੰਨ ਲਓ ਆ ਚੱਕਰ ਆ ਇਹਦਾ ਕੇਂਦਰ ਆ, ਕੇਂਦਰ ਤੋਂ ਬਾਹਰ ਇੱਕ ਕੋਈ ਬਿੰਦੂ ਆ ਜਿਹੜਾ ਇੱਥੋਂ ਕਿੰਨੇ ਸੈਂਟੀਮੀਟਰ ਦੂਰੀ ਤੇ ਆ, 13 ਸੈਂਟੀਮੀਟਰ। ਆ ਦੇਖੋ ਸਟੇਟਮੈਂਟ ਨਾਲ ਨਾਲ ਦੇਖੀ ਜਾਓ। ਕਹਿੰਦੇ ਵੀ ਇੱਕ ਬਿੰਦੂ ਤੋਂ, ਕਿਹੜਾ ਬਿੰਦੂ ਜੋ ਇੱਕ ਚੱਕਰ ਦੇ ਕੇਂਦਰ ਤੋਂ 13 ਸੈਂਟੀਮੀਟਰ ਦੂਰੀ ਤੇ ਹੈ। ਆਹ ਬਿੰਦੂ ਆ, ਮੰਨ ਲਓ ਬਾਹਰ ਕੋਈ ਵੀ, ਇਹਦਾ ਨਾਮ ਪੀ ਕਿਊ ਕੁਛ ਵੀ ਤੁਸੀਂ ਰੱਖ ਸਕਦੇ ਹੋ, ਪੀ ਰੱਖ ਲਓ ਜਾਂ ਕਿਊ ਰੱਖ ਲਓ, ਇਹ ਤੁਹਾਡੀ ਆਪਣੀ ਮਰਜ਼ੀ ਆ। ਠੀਕ ਆ, ਆਹ ਬਾਹਰ ਬਿੰਦੂ ਲੈ ਲਿਆ। ਉਸ ਤੋਂ ਬਾਅਦ ਇਹਦੀ ਦੂਰੀ ਕਿੰਨੀ ਦਿੱਤੀ ਸੀ ਕੇਂਦਰ ਤੋਂ, ਆ ਬਾਹਰੀ ਬਿੰਦੂ ਦੀ 13 ਸੈਂਟੀਮੀਟਰ ਮੈਂ ਉਹ ਡਰਾ ਕਰਤੀ। ਅੱਗੇ ਕਹਿੰਦੇ ਚੱਕਰ ਤੇ ਸਪਰਸ਼ ਰੇਖਾ ਦੀ ਲੰਬਾਈ 12 ਸੈਂਟੀਮੀਟਰ ਹੈ। ਚੱਕਰ ਤੇ ਸਪਰਸ਼ ਰੇਖਾ ਬਾਹਰੀ ਬਿੰਦੂ ਤੋਂ ਹੀ ਆਉਣੀ ਆ। ਇਹ ਮੰਨ ਲਓ ਇਸ ਤਰ੍ਹਾਂ ਕਰਕੇ ਇੱਕ ਸਪਰਸ਼ ਰੇਖਾ ਬਣਾ ਲਈ ਇਹਦੇ ਉੱਪਰ ਇਸ ਬਿੰਦੂ ਤੱਕ। ਇਹਦੀ ਲੰਬਾਈ ਕਿੰਨੀ ਦਿੱਤੀ ਹੋਈ ਆ, 12 ਸੈਂਟੀਮੀਟਰ। ਚੱਕਰ ਦਾ ਅਰਧ ਵਿਆਸ ਪਤਾ ਕਰੋ। ਅਸੀਂ ਪਤਾ ਕੀ ਕਰਨਾ ਵਾ, ਆਹ ਜਿਹੜਾ ਅਰਧ ਵਿਆਸ ਅਸੀਂ ਇਹ ਪਤਾ ਕਰਨਾ। ਮੰਨ ਲਓ ਇੱਥੇ ਕੋਈ ਬਿੰਦੂ ਪੀ ਆ, ਆਹ ਕੇਂਦਰ O ਆ, ਅਤੇ ਅਸੀਂ ਇਹਦੇ 'ਚੋਂ OP ਦੀ ਲੰਬਾਈ ਪਤਾ ਕਰਨੀ ਹੈ, ਯਾਨੀ ਕਿ ਚੱਕਰ ਦਾ ਅਰਧ ਵਿਆਸ ਪਤਾ ਕਰਨਾ। ਚਲੋ ਦੇਖਦੇ ਹਾਂ ਇਹਦਾ ਸੋਲੂਸ਼ਨ। ਆਹ ਦੇਖੋ ਬੱਚਿਓ, ਮੈਂ ਕੁਐਸਚਨ ਦੀ ਜਿਹੜੀ ਡਾਇਗਰਾਮ ਆ ਉਹ ਇੱਥੇ ਬਣਾ ਲਈ ਆ। ਜਿਹੜਾ ਸਾਡਾ ਕੁਐਸਚਨ ਨੰਬਰ 6 ਆ, ਇਹਦੀ ਡਾਇਗਰਾਮ ਮੈਂ ਇੱਥੇ ਬਣਾ ਲਈ ਆ। ਹੁਣ ਆਹ ਦੇਖੋ ਕੁਐਸਚਨ ਨੰਬਰ ਜਿਹੜਾ 6 ਸੀਗਾ। ਹੁਣ ਇਹਦੀ ਡਾਇਗਰਾਮ 'ਚ ਤੁਸੀਂ ਧਿਆਨ ਨਾਲ ਦੇਖੋ, ਮੈਂ ਇੱਕ ਬਾਹਰੀ ਬਿੰਦੂ ਲੈ ਲਿਆ, ਚੱਕਰ ਦੇ ਕੇਂਦਰ ਤੋਂ ਲੈ ਕੇ ਇਹਦੀ ਦੂਰੀ ਕਿੰਨੀ ਦਿੱਤੀ ਹੋਈ ਹੈ ਸਾਨੂੰ ਸਟੇਟਮੈਂਟ 'ਚ, 13 ਸੈਂਟੀਮੀਟਰ। ਮੈਂ ਤੁਹਾਨੂੰ ਵਰਕਸ਼ੀਟ ਦੇ ਉੱਪਰ ਵੀ ਰਫ ਜੀ ਡਾਇਗਰਾਮ ਦੱਸੀ ਸੀ। ਹੁਣ ਕਹਿੰਦੇ ਵੀ ਇੱਥੋਂ ਜਿਹੜੀ ਸਪਰਸ਼ ਰੇਖਾ ਆ ਰਹੀ ਆ ਉਹਦੀ ਲੰਬਾਈ ਕਿੰਨੀ ਜੇ, 12 ਸੈਂਟੀਮੀਟਰ। ਅਤੇ ਪਤਾ ਕੀ ਕਰਨਾ ਵਾ, ਚੱਕਰ ਦਾ ਅਰਧ ਵਿਆਸ। ਆ ਦੇਖੋ ਇੱਥੋਂ ਲੈ ਕੇ ਅਤੇ ਆਹ ਸਪਰਸ਼ ਬਿੰਦੂ ਤੱਕ, ਪੁਆਇੰਟ ਆਫ ਕੰਟੈਕਟ ਤੱਕ ਇਹ ਅਰਧ ਵਿਆਸ ਆ। ਅਸੀਂ ਇਹ ਪਤਾ ਕਰਨਾ ਵਾ, ਯਾਨੀ ਕਿ ਇਹਦਾ ਰੇਡੀਅਸ R। ਹੁਣ ਮੈਂ ਜਿਹੜੀ ਤੁਹਾਨੂੰ ਇੱਕ ਪਿਛਲੇ ਕੁਐਸਚਨ 'ਚ ਇੱਕ ਗੱਲ ਦੱਸੀ ਸੀ, ਉਹਨੂੰ ਹੁਣ ਇੱਥੇ ਧਿਆਨ 'ਚ ਰੱਖਿਓ ਕਿ ਜਿਹੜਾ ਅਰਧ ਵਿਆਸ ਵਾ ਉਹ ਸਪਰਸ਼ ਰੇਖਾ ਦੇ ਨਾਲ ਕਿੰਨੇ ਡਿਗਰੀ ਦਾ ਕੋਣ ਬਣਾਉਂਦਾ, 90 ਡਿਗਰੀ ਦਾ। ਆਹ ਦੇਖੋ ਆਹ ਕੋਣ 90 ਡਿਗਰੀ ਦਾ ਬਣ ਗਿਆ। ਹੁਣ ਆਹ ਸਾਡੇ ਕੋਲ ਇੱਕ ਤ੍ਰਿਭੁਜ ਆ ਗਈ। ਤ੍ਰਿਭੁਜ ਕਿਹੜੀ ਬਣ ਗਈ, POQ, ਜਾਂ ਇਹਦਾ ਨਾਂ QPO ਜਾਂ OPQ, ਕੋਈ ਵੀ ਨਾਮ ਤੁਸੀਂ ਰੱਖ ਸਕਦੇ ਹੋ। ਇਹ ਤ੍ਰਿਭੁਜ ਕਿਹੜੀ ਬਣ ਗਈ, ਸਮਕੋਣੀ ਤ੍ਰਿਭੁਜ। ਹੁਣ ਸਾਨੂੰ ਸਮਕੋਣੀ ਤ੍ਰਿਭੁਜ ਦੇ ਵਿੱਚ ਪਤਾ ਕਿ ਪਾਇਥਾਗੋਰਸ ਦਾ ਫਾਰਮੂਲਾ ਲੱਗਦਾ ਵਾ ਜਦੋਂ ਅਸੀਂ ਉਹਦੀਆਂ ਸਾਈਡਾਂ ਕੱਢਦੇ ਹਾਂ। 2 ਸਾਈਡਾਂ ਦਿੱਤੀਆਂ, ਤੀਸਰੀ ਅਸੀਂ ਲੱਭ ਲੈਣੀ ਆ। ਹੁਣ ਇਸ ਸਵਾਲ ਨੂੰ ਅਸੀਂ ਪਾਇਥਾਗੋਰਸ ਦੇ ਸਿਧਾਂਤ ਦੇ ਅਨੁਸਾਰ ਹੀ ਸੋਲਵ ਕਰਾਂਗੇ, ਜਿਹਦੇ 'ਚ ਫਾਰਮੂਲਾ ਕੀ ਹੁੰਦਾ ਵਾ, ਕਰਨ ਦਾ ਵਰਗ ਬਰਾਬਰ ਏ ਆਧਾਰ ਦਾ ਵਰਗ ਜਮਾ ਲੰਬ ਦਾ ਵਰਗ। ਚਲੋ ਇਹਨੂੰ ਕਰਦੇ ਹਾਂ ਸੋਲਵ। ਸਭ ਤੋਂ ਪਹਿਲਾਂ ਇੱਥੇ ਤੁਸੀਂ ਕੀ ਲਿਖਣਾ, ਜਿਹੜੀ ਲੰਬਾਈ ਦਿੱਤੀ ਹੋਈ ਆ ਉਹ ਲਿਖ ਲਓ। ਪਹਿਲਾਂ ਸਾਨੂੰ ਦਿੱਤਾ ਆ OQ ਕਿੰਨਾ ਵਾ, 13 ਸੈਂਟੀਮੀਟਰ। ਉਸ ਤੋਂ ਬਾਅਦ ਜਿਹੜੀ PQ ਦੀ ਲੰਬਾਈ ਆ, ਯਾਨੀ ਜਿਹੜਾ ਸਾਡੀ ਸਪਰਸ਼ ਰੇਖਾ ਇਹਦੇ 'ਚ ਬਣੀ ਆ, ਉਹਦੀ ਲੰਬਾਈ ਹੈਗੀ 12 ਸੈਂਟੀਮੀਟਰ। ਅਸੀਂ ਪਤਾ ਕੀ ਕਰਨਾ, OP ਕੀ ਆ, ਅਰਧ ਵਿਆਸ। ਇਹ ਅਸੀਂ ਪਤਾ ਕਰਨਾ। ਹੁਣ ਦੇਖੋ ਸਭ ਤੋਂ ਪਹਿਲਾਂ ਅਸੀਂ ਕੀ ਕਰਨਾ, ਸਾਨੂੰ ਪਤਾ ਕਿ ਆਹ ਜਿਹੜਾ ਮੈਂ ਤੁਹਾਨੂੰ ਹੁਣੇ ਦੱਸਿਆ ਵੀ 90 ਡਿਗਰੀ ਦਾ ਕੋਣ ਵਾ, ਕੀ ਲਿਖਾਂਗੇ, ਸਮਕੋਣੀ ਤ੍ਰਿਭੁਜ, ਇਨ ਰਾਈਟ ਐਂਗਲਡ ਟਰਾਈਐਂਗਲ। ਇੰਗਲਿਸ਼ ਮੀਡੀਅਮ ਵਾਲੇ ਬੱਚੇ ਲਿਖ ਲਿਓ ਲਾਈਨ, ਇਨ ਰਾਈਟ ਐਂਗਲ ਟਰਾਈਐਂਗਲ, ਅਤੇ ਪੰਜਾਬੀ ਮੀਡੀਅਮ ਵਾਲੇ ਸਮਕੋਣੀ ਤ੍ਰਿਭੁਜ। ਹੁਣ ਇਹਦਾ ਨਾਮ ਲਿਖਣਾ, ਇਨ ਰਾਈਟ ਐਂਗਲ ਟਰਾਈਐਂਗਲ ਜਿਹੜੀ ਵੀ ਬਣਦੀ ਆ POQ, ਆਹ ਨਾਮ ਲਿਖ ਲਓ ਵਿੱਚ। ਇਹਦੇ ਵਿੱਚ ਕੀ ਆ, ਕਰਨ ਦਾ ਵਰਗ ਪਾਇਥਾਗੋਰਸ ਸਿਧਾਂਤ ਜਿਹੜਾ ਵਾ, ਕਰਨ ਦਾ ਵਰਗ ਬਰਾਬਰ ਆਧਾਰ ਦਾ ਵਰਗ ਜਮਾ ਲੰਬ ਦਾ ਵਰਗ। ਹੁਣ ਸਾਡੇ ਕੋਲ ਇਹਦੇ 'ਚ ਕਰਨ ਕਿੰਨਾ, ਹਾਈਪੋਟੀਨਿਊਸ। ਆ ਦੇਖੋ ਉਹ ਹੈਗਾ ਜੇ OQ, ਕਿਉਂਕਿ ਤੁਹਾਨੂੰ ਪਤਾ 90 ਡਿਗਰੀ ਦੇ ਕੋਣ ਦੇ ਸਾਹਮਣੇ ਵਾਲੀ ਭੁਜਾ ਸਭ ਤੋਂ ਲੰਬੀ ਭੁਜਾ ਹੁੰਦੀ ਹੈ, ਜਿਹਨੂੰ ਅਸੀਂ ਕਰਨ ਬੋਲਦੇ ਹਾਂ। ਅਤੇ ਇਹ ਕਿੰਨੀ ਆ, ਇਹਦਾ ਨਾਮ ਕੀ ਆ, OQ
ਦਾ ਵਰਗ ਆਧਾਰ OP ਉਹਦਾ ਵਰਗ ਅਤੇ ਲੰਬ PQ ਇਹਦਾ ਵਰਗ। ਹੁਣ ਇਹ 'ਚ ਵੈਲਿਊਜ਼ ਪੁੱਟ ਕਰ ਦਿਓ। OQ ਹੈਗਾ ਜੀ ਸਾਡੇ ਕੋਲ 13 ਸੈਂਟੀਮੀਟਰ, OP ਰੇਡੀਅਸ ਅਸੀਂ ਫਾਈਂਡ ਕਰਨਾ, PQ 12 ਸੈਂਟੀਮੀਟਰ ਦਿੱਤਾ ਹੋਇਆ ਵਾ ਜਿਹੜੀ ਸਪਰਸ਼ ਰੇਖਾ ਵਾ। 13 13 169, OP ਦਾ ਵਰਗ ਇਸੇ ਤਰ੍ਹਾਂ ਹੀ ਪਲੱਸ 144 ਬਾਹਰੋਂ ਬਾਹਰ 144। ਹੁਣ ਇਹਨੂੰ ਇਹਦੇ 'ਚੋਂ ਮਾਈਨਸ ਕਰ ਦਾਂਗੇ। 169 ਮਾਈਨਸ 144 ਬਰਾਬਰ OP ਦਾ ਵਰਗ, ਮਾਈਨਸ ਕਰਾਂਗੇ 9 ਚੋਂ 4 ਗਏ 5, 6 ਚੋਂ 4 ਗਏ 2 ਅਤੇ 1 ਚੋਂ 1 ਗਏ 0, 25। 25 ਸਾਡੇ ਕੋਲ ਆ ਗਿਆ OP ਦਾ ਵਰਗ। ਹੁਣ ਇਹਨੂੰ ਇਹਦੇ ਉੱਪਰ ਅਸੀਂ ਸਕੇਅਰ ਰੂਟ ਪਾਵਾਂਗੇ ਕਿਉਂਕਿ ਸਕੇਅਰਿੰਗ ਬੋ ਸਾਈਡਸ ਕਰਾਂਗੇ। ਇਹਦੇ ਉੱਪਰ ਸਕੇਅਰ ਰੂਟ ਆ ਜਾਏਗਾ ਅਤੇ ਇੱਧਰ ਕੀ ਬਚ ਜਾਏਗਾ OP। ਇੱਥੋਂ ਸਾਡੇ ਕੋਲ OP ਦੀ ਵੈਲਿਊ ਕਿੰਨੀ ਆਈ? 25 ਦਾ ਸਕੇਅਰ ਰੂਟ 5, OP ਬਰਾਬਰ 5 ਸੈਂਟੀਮੀਟਰ, ਯਾਨੀ ਕਿ OP ਕੀ ਆ? ਇਸ ਲਈ ਚੱਕਰ ਦਾ ਅਰਧ ਵਿਆਸ, ਇਹ ਤੁਸੀਂ ਧਿਆਨ ਰੱਖਿਓ ਨਾਲ ਨਾਲ, ਅਰਧ ਵਿਆਸ ਰੇਡੀਅਸ R ਇਜ਼ ਇਕੁਅਲ ਟੂ 5 ਸੈਂਟੀਮੀਟਰ ਆਨਸਰ। ਇਹ ਸੀਗਾ ਬੱਚਿਓ ਸਾਡੇ ਕੋਲ ਕੁਐਸਚਨ ਨੰਬਰ 6। ਆ ਦੇਖੋ ਜੀ ਡਾਇਗਰਾਮ ਬੜੇ ਧਿਆਨ ਨਾਲ ਤੁਸੀਂ ਸਮਝਣੀ ਆ ਔਰ ਧਿਆਨ ਨਾਲ ਕਰਨੀ ਆ। ਜਦੋਂ ਤੁਸੀਂ ਡਾਇਗਰਾਮ ਵਧੀਆ ਬਣਾ ਲਓਗੇ, ਸਭ ਕੁਝ ਜੋ ਦਿੱਤਾ ਹੋਇਆ ਵਾ ਉਹਦੇ ਉੱਪਰ ਲਿਖ ਲਓਗੇ ਅਤੇ ਤੁਹਾਡੇ ਵਾਸਤੇ ਸਵਾਲ ਜਿਹੜਾ ਵਾ ਓਨਾ ਹੀ ਆਸਾਨ ਹੋ ਜਾਏਗਾ। ਚਲੋ ਦੇਖਦੇ ਹਾਂ ਕੁਐਸਚਨ ਨੰਬਰ 7। ਆਹ ਦੇਖੋ ਬੱਚਿਓ 7ਵਾਂ ਕੁਐਸਚਨ, ਸਿੱਧ ਕਰੋ ਕਿ ਕਿਸੇ ਚੱਕਰ ਦੇ ਕਿਸੇ ਵਿਆਸ ਦੇ ਸਿਰਿਆਂ 'ਤੇ ਖਿੱਚੀਆਂ ਗਈਆਂ ਸਪਰਸ਼ ਰੇਖਾਵਾਂ ਸਮਾਂਤਰ ਹੁੰਦੀਆਂ ਹਨ। ਪ੍ਰੂਵ ਦੈਟ ਦਾ ਟੈਂਜੈਂਟਸ ਡਰਾਨ ਐਟ ਐਂਡਸ ਆਫ ਅ ਡਾਇਆਮੀਟਰ ਆਫ ਅ ਸਰਕਲ ਆਰ ਪੈਰਲਲ। ਮੈਂ ਤੁਹਾਨੂੰ ਇੱਥੇ ਰਫ ਡਾਇਗਰਾਮ ਦੱਸਦਾ ਵਾਂ, ਬਾਕੀ ਫਿਰ ਮੈਂ ਜਦੋਂ ਸੋਲਵ ਕਰਾਂਗਾ ਉਦੋਂ ਮੈਂ ਡਾਇਗਰਾਮ ਦੂਸਰੀ ਬਣਾ ਲਾਂਗਾ। ਤੁਹਾਨੂੰ ਸਟੇਟਮੈਂਟ ਦੇ ਨਾਲ ਮੈਂ ਸਮਝਾ ਦਾਂ ਕਿ ਜਿਹੜੀ ਡਾਇਗਰਾਮ ਆ ਉਹ ਕਿਸ ਤਰ੍ਹਾਂ। ਇੱਥੇ ਮੈਂ ਇੱਕ ਸਰਕਲ ਬਣਾ ਹੀ ਲੈਣਾ ਪ੍ਰਕਾਰ ਨਾਲ। ਆਹ ਦੇਖੋ ਬੱਚਿਓ, ਆਹ ਮੈਂ ਸਰਕਲ ਡਰਾ ਕਰ ਲਿਆ। ਮੰਨ ਲਓ ਇਹਦਾ ਕੇਂਦਰ ਆ O ਆ। ਹੁਣ ਇਹਦੇ 'ਚ ਕੀ ਕਹਿੰਦੇ ਆ ਕਿ ਸਿੱਧ ਕਰੋ ਕਿ ਕਿਸੇ ਚੱਕਰ ਦੇ ਕਿਸੇ ਵਿਆਸ ਦੇ ਸਿਰਿਆਂ 'ਤੇ। ਹੁਣ ਮੰਨ ਲਓ ਇੱਥੋਂ ਮੈਂ ਸਕੇਲ ਦੇ ਨਾਲ ਇੱਧਰ ਨੂੰ ਵਿਆਸ ਬਣਾ ਲੈਣਾ ਇਸ ਤਰ੍ਹਾਂ। ਇਹ ਚੱਕਰ ਦਾ ਵਿਆਸ ਹੁੰਦਾ ਜੇ ਜਿਹੜਾ ਕੇਂਦਰ 'ਚੋਂ ਹੋ ਕੇ ਅਤੇ ਚੱਕਰ ਨੂੰ ਦੋਨੋਂ ਪਾਸਿਆਂ 'ਤੇ ਛੂੰਹਦਾ ਹੋਵੇ। ਹੁਣ ਇੱਥੇ ਮੰਨ ਲਓ ਮੈਂ ਬਿੰਦੂ ਲੈ ਲਏ ਨੇ A ਅਤੇ B। ਤੁਸੀਂ ਇੱਥੇ ਬਿੰਦੂ AB PQ RS ਕੁਛ ਵੀ ਲੈ ਸਕਦੇ ਹੋ। ਕਹਿੰਦੇ ਜਿਹੜੇ ਆ ਸਟੇਟਮੈਂਟ ਨਾਲ ਦੇਖਿਓ ਕਿ ਕਿਸੇ ਚੱਕਰ ਦੇ ਕਿਸੇ ਵਿਆਸ ਦੇ ਸਿਰਿਆਂ 'ਤੇ। ਹੁਣ ਵਿਆਸ ਦੇ ਸਿਰੇ ਕਿਹੜੇ ਬਣੇ? ਆਹ ਬਿੰਦੂ A ਅਤੇ B। ਖਿੱਚੀਆਂ ਗਈਆਂ ਸਪਰਸ਼ ਰੇਖਾਵਾਂ। ਹੁਣ ਇੱਥੇ ਅਸੀਂ ਸਪਰਸ਼ ਰੇਖਾ ਖਿੱਚਾਂਗੇ ਅਤੇ ਤੁਸੀਂ ਧਿਆਨ ਰੱਖਿਓ ਵੀ ਕਦੀ ਵੀ ਸਪਰਸ਼ ਰੇਖਾ ਜਿਹੜੀ ਆ ਬਿਲਕੁਲ ਕੇਂਦਰ ਦੇ ਸਾਹਮਣੇ ਨਹੀਂ ਆਉਂਦੀ। ਇਹ ਹਲਕੀ ਜਿਹੀ ਪਿੱਛੇ ਰਹਿੰਦੀ। ਕਿਸੇ ਵੀ ਵਰਗ ਬਿੰਦੂ ਤੋਂ ਤੁਸੀਂ ਬਣਾ ਕੇ ਦੇਖਿਓ, ਕੋਈ ਵੀ ਐਕਸਟਰਨਲ ਪੁਆਇੰਟ ਤੋਂ ਤੁਸੀਂ ਜਦੋਂ ਇੱਥੇ ਸਪਰਸ਼ ਰੇਖਾ ਖਿੱਚੋਗੇ ਤਾਂ ਪਿੱਛੇ ਟੱਚ ਕਰੇਗੀ। ਹੁਣ ਜਿਹੜੀ ਇੱਥੇ ਸਪਰਸ਼ ਰੇਖਾ ਆਉਣੀ ਆ ਉਹ ਬਿਲਕੁਲ ਸਿੱਧੀ ਆਉਣੀ ਆ। ਹੁਣ ਇਹਨੂੰ ਮੈਂ ਇੱਥੇ ਸਕੇਲ ਦੇ ਨਾਲ ਤੁਹਾਡੇ ਸਾਹਮਣੇ ਮੈਂ ਡਰਾ ਕਰ ਦਿੰਦਾ, ਦੇਖਿਓ। ਜਿਸ ਤਰ੍ਹਾਂ ਮੰਨ ਲਓ ਕਿ ਆਹ ਸਪਰਸ਼ ਰੇਖਾ ਬਣ ਗਈ ਇੱਧਰ, ਇਸੇ ਤਰ੍ਹਾਂ ਹੀ ਦੂਸਰੇ ਪੁਆਇੰਟ 'ਤੇ ਬਣ ਗਈ ਸਪਰਸ਼ ਰੇਖਾ। ਇਹ ਮੈਂ ਰਫ ਜੀ ਬਣਾ ਰਿਹਾ ਜੇ ਇਸ ਤਰ੍ਹਾਂ ਹੀ। ਆਹ ਦੇਖੋ, ਹੁਣ ਇਹ ਜਿਹੜੀਆਂ ਸਪਰਸ਼ ਰੇਖਾਵਾਂ ਨੇ ਉਹਨਾਂ ਨੇ ਕਿਹਾ ਕੀ ਆ ਕਿ ਇਹ ਆਪਸ ਵਿੱਚ ਕੀ ਹੁੰਦੀਆਂ ਨੇ? ਸਮਾਂਤਰ। ਕੀ ਹੁੰਦੀਆਂ ਨੇ? ਆਹ ਦੇਖੋ ਪੁੱਛਿਆ ਕੀ ਆ? ਸਪਰਸ਼ ਰੇਖਾਵਾਂ ਸਮਾਂਤਰ ਹੁੰਦੀਆਂ ਹਨ, ਆਰ ਪੈਰਲਲ। ਹੁਣ ਆਹ ਰੇਖਾਵਾਂ ਅਸੀਂ ਦੱਸਣੀਆਂ ਨੇ ਜਿਹੜੀਆਂ ਸਪਰਸ਼ ਰੇਖਾਵਾਂ ਨੇ ਕਿ ਇਹ ਪੈਰਲਲ ਨੇ। ਇਹਨਾਂ ਨੂੰ ਅਸੀਂ ਕਿਸ ਤਰ੍ਹਾਂ ਪ੍ਰੂਵ ਕਰਨਾ ਵਾ? ਚਲੋ ਦੇਖਦੇ ਹਾਂ ਇਹਦਾ ਹੱਲ। ਆਹ ਦੇਖੋ ਬੱਚਿਓ, ਮੈਂ ਇਹ ਡਾਇਗਰਾਮ ਬਣਾ ਲਈ ਜਿਸ ਤਰ੍ਹਾਂ ਮੈਂ ਦੱਸੀ ਸੀ ਵਰਕਸ਼ੀਟ ਦੇ ਉੱਪਰ। ਇਹ ਸਰਕਲ ਲਿਆ, ਇਹ ਉਹਦਾ ਵਿਆਸ ਡਾਇਆਮੀਟਰ ਲੈ ਲਿਆ AB, 2 ਸਪਰਸ਼ ਰੇਖਾਵਾਂ ਅਤੇ ਚੱਕਰ ਦਾ ਕੇਂਦਰ O। ਸਪਰਸ਼ ਰੇਖਾਵਾਂ ਦੇ ਨਾਮ ਤੁਸੀਂ ਕੁਛ ਵੀ ਰੱਖ ਸਕਦੇ ਹੋ, MN LM, ਨੋਰਮਲੀ ਜਿਹੜੇ ਸੌਖੇ ਰਹਿੰਦੇ ਆ। ਔਰ ਰੱਖਣੇ ਹਮੇਸ਼ਾ ਛੋਟੇ ਅੱਖਰਾਂ ਵਿੱਚ ਜੇ। ਛੋਟੇ ਅੱਖਰਾਂ 'ਚ ਇਹਦਾ ਨਾਮ ਰੱਖਿਓ, ਜਿਸ ਤਰ੍ਹਾਂ L ਅਤੇ ਇੱਕ ਨਾਮ ਰੱਖ ਲਿਆ ਅਸੀਂ M। ਤੁਸੀਂ MN ST ਕੋਈ ਵੀ ਨਾਮ ਦੇ ਸਕਦੇ ਹੋ। ਹੁਣ ਜਿਹੜੀ ਮੈਂ ਤੁਹਾਨੂੰ ਪਿਛਲੇ ਸਵਾਲ 'ਚ ਵੀ ਗੱਲ ਦੱਸੀ ਸੀਗੀ, ਮੈਂ ਤੁਹਾਨੂੰ 5ਵੇਂ ਕੁਐਸਚਨ 'ਚ ਸਭ ਤੋਂ ਪਹਿਲਾਂ ਦੱਸਿਆ ਸੀ ਕਿ ਜਿਹੜਾ ਅਰਧ ਵਿਆਸ ਵਾ, ਚੱਕਰ ਦਾ ਅਰਧ ਵਿਆਸ ਜਿਹੜਾ ਵਾ ਉਹ ਸਪਰਸ਼ ਰੇਖਾ ਦੇ ਨਾਲ ਕਿੰਨੇ ਡਿਗਰੀ ਦਾ ਕੋਣ ਬਣਾਉਂਦਾ? 90 ਡਿਗਰੀ ਦਾ। ਅਤੇ ਆਹ ਦੇਖੋ ਇੱਥੇ ਵੀ ਕੋਣ 90 ਡਿਗਰੀ ਦਾ ਹੋਏਗਾ ਅਤੇ ਦੂਜੇ ਪਾਸੇ ਵੀ ਕੋਣ ਆਹ ਵਾਲਾ 90 ਡਿਗਰੀ ਦਾ ਹੋਏਗਾ। ਇਹ ਦੋਨੋਂ ਕੋਣ 90 ਡਿਗਰੀ ਦੇ ਆ ਗਏ। ਇਹ ਚੀਜ਼ ਬਿਲਕੁਲ ਧਿਆਨ 'ਚ ਰੱਖਣੀ ਜੇ। ਸਪਰਸ਼ ਰੇਖਾ ਅਰਧ ਵਿਆਸ ਦੇ ਨਾਲ 90 ਡਿਗਰੀ ਦਾ ਕੋਣ ਬਣਾਉਂਦੀ ਆ। ਹੁਣ ਆਹ ਜਿਹੜਾ ਕੋਣ ਵਾ ਅਸੀਂ ਇੱਕ ਕੋਣ ਨੂੰ
ਉਹਦਾ ਨਾਮ ਰੱਖ ਲੈਂਦੇ ਹਾਂ ਕੋਣ 1। ਅਸੀਂ ਇਹਨੂੰ ਸੋਲਵ ਕਰਨਾ, ਪ੍ਰੂਵ ਕਰਨਾ ਵਾ। ਦੂਸਰੇ ਕੋਣ ਜਿਹੜਾ ਆਹ ਵਾਲਾ ਕੋਣ ਵਾ, ਇਹਦਾ ਨਾਮ ਅਸੀਂ ਕੀ ਰੱਖ ਲੈਂਦੇ ਹਾਂ ਕੋਣ 2। ਆਹ ਅਸੀਂ ਇਹਨਾਂ ਦੇ ਨਾਮ ਰੱਖ ਲਏ। ਹੁਣ ਦੇਖੀਏ ਅਸੀਂ ਲਿਖਣਾ ਕਿਸ ਤਰ੍ਹਾਂ ਵਾ ਇਸ ਕੁਐਸਚਨ ਦੇ ਵਿੱਚ। ਸਭ ਤੋਂ ਪਹਿਲਾਂ ਲਿਖਾਂਗੇ ਗਿਵਨ, ਵੀ ਜੋ ਸਾਨੂੰ ਦਿੱਤਾ ਹੋਇਆ ਵਾ ਉਹ ਕੀ ਆ, ਅਸੀਂ ਨਾਲ ਨਾਲ ਲਿਖਦੇ ਜਾਵਾਂਗੇ ਗਿਵਨ। ਅਤੇ ਪੰਜਾਬੀ 'ਚ ਕੀ ਲਿਖਾਂਗੇ, ਦਿੱਤਾ ਹੈ। ਸਾਨੂੰ ਕੀ ਦਿੱਤਾ ਹੋਇਆ ਵਾ ਵੀ ਉਹ ਕੇਂਦਰ ਵਾਲੇ ਚੱਕਰ ਦਾ ਜਿਹੜਾ ਵਿਆਸ ਵਾ ਉਹ ਕਿਹੜਾ ਵਾ AB, ਕਿਉਂਕਿ ਸਾਨੂੰ ਉਹਨਾਂ ਨੇ ਪਹਿਲਾਂ ਹੀ ਸਟੇਟਮੈਂਟ 'ਚ ਕਿਹਾ ਸੀਗਾ ਕਿ ਕਿਸੇ ਚੱਕਰ ਦੇ ਕਿਸੇ ਵਿਆਸ ਦੇ ਸਿਰਿਆਂ ਦੇ। ਅਸੀਂ ਉਹ ਹੁਣ AB ਲਿਆ ਵਾ, ਅਸੀਂ ਉਹ ਲਿਖਾਂਗੇ ਉਹ ਕੇਂਦਰ ਵਾਲੇ ਚੱਕਰ ਦਾ AB ਕੀ ਆ, ਡਾਇਮੀਟਰ ਹੈ, ਯਾਨੀ ਕਿ ਵਿਆਸ ਹੈ। ਇਹ ਅਸੀਂ ਲਿਖ ਲਿਆ। ਹੁਣ ਇਹਦੇ ਨਾਲ ਸਪਰਸ਼ ਰੇਖਾਵਾਂ ਕਿਹੜੀਆਂ ਲਈਆਂ, L ਅਤੇ M। ਅਸੀਂ ਉਹ ਲਿਖਾਂਗੇ ਹੁਣ L ਅਤੇ M। ਇਹ ਜਿਹੜੀਆਂ ਸਪਰਸ਼ ਰੇਖਾਵਾਂ ਨੇ L ਅਤੇ M ਸਪਰਸ਼ ਰੇਖਾਵਾਂ ਕਿਹੜੇ ਕਿਹੜੇ ਬਿੰਦੂਆਂ 'ਤੇ ਕੱਟਦੀਆਂ ਨੇ, ਬਿੰਦੂਆਂ A ਅਤੇ B 'ਤੇ ਖਿੱਚੀਆਂ ਗਈਆਂ ਹਨ। ਇਹ ਆਹ ਬਿੰਦੂ 'ਤੇ ਕੱਟਦੀਆਂ ਨੇ A ਅਤੇ B 'ਤੇ। ਇਹ ਅਸੀਂ ਸਪਰਸ਼ ਰੇਖਾਵਾਂ ਇੱਥੇ ਖਿੱਚੀਆਂ ਨੇ। ਹੁਣ ਇਹਦੇ 'ਚੋਂ ਅਸੀਂ ਜੋ ਸਿੱਧ ਕਰਨਾ ਵਾ ਉਹ ਕੀ ਸੀ, ਟੂ ਪ੍ਰੂਵ, ਯਾਨੀ ਕਿ ਸਿੱਧ ਕਰਨਾ ਹੈ। ਸਿੱਧ ਅਸੀਂ ਕੀ ਕਰਨਾ ਇਹਦੇ 'ਚੋਂ, ਸਾਨੂੰ ਜੋ ਸਟੇਟਮੈਂਟ 'ਚ ਪੁੱਛਿਆ ਸੀ, ਮੈਂ ਤੁਹਾਨੂੰ ਸਟੇਟਮੈਂਟ ਦਿਖਾ ਦਾਂ। ਆਹ ਦੇਖੋ ਸਟੇਟਮੈਂਟ ਦੇ ਵਿੱਚ ਕੀ ਕਿਹਾ ਸੀਗਾ ਕਿ ਜਿਹੜੀਆਂ ਇਹ ਸਪਰਸ਼ ਰੇਖਾਵਾਂ ਨੇ ਉਹ ਕੀ ਹੁੰਦੀਆਂ ਨੇ, ਸਮਾਂਤਰ ਹੁੰਦੀਆਂ ਨੇ। ਵੀ ਜਿਹੜੀਆਂ ਟੇਂਜੈਂਟਸ ਜਿਹੜੇ ਡਰਾਨ ਕੀਤੇ ਗਏ ਨੇ ਉਹ ਪੈਰਲਲ ਹੁੰਦੇ ਨੇ। ਅਸੀਂ ਇਹ ਟੇਂਜੈਂਟ ਕਿਹੜੇ ਕਿਹੜੇ ਡਰਾ ਕੀਤੇ, ਜੋ ਅਸੀਂ ਨਾਮ ਰੱਖਾਂਗੇ। ਜੇ ਮੈਂ ਇੱਥੇ LM ਲਿਆ ਵਾ ਅਤੇ ਮੈਂ ਇੱਥੇ ਕੀ ਪ੍ਰੂਵ ਕਰਨਾ ਵਾ ਕਿ L ਪੈਰਲਲ ਟੂ M। ਅਤੇ ਜੇ ਤੁਸੀਂ ਇੱਥੇ PQ ਲਓਗੇ ਸਮੋਲ ਲੈਟਰਸ ਵਿੱਚ, ਅਤੇ ਇੱਥੇ ਤੁਸੀਂ ਕੀ ਲਿਖੋਗੇ P ਪੈਰਲਲ ਟੂ Q। ਜੋ ਤੁਸੀਂ ਨਾਮ ਰੱਖੋਗੇ ਅਸੀਂ ਉਹੀ ਸਿੱਧ ਕਰਨਾ। ਇਹ ਅਸੀਂ ਸਮਾਂਤਰ ਰੇਖਾਵਾਂ ਜਿਹੜੀਆਂ ਨੇ ਉਹ ਸਿੱਧ ਕਰਨੀਆਂ ਨੇ। ਹੁਣ ਇਹਦਾ ਪ੍ਰੂਫ ਦੇਵਾਂਗੇ। ਪ੍ਰੂਫ ਪੰਜਾਬੀ 'ਚ ਕੀ ਲਿਖਦੇ ਆ, ਸਬੂਤ। ਹੁਣ ਦੇਖੋ ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਕੀ ਲਿਖਾਂਗੇ ਕਿ ਜਿਹੜੀ ਆਹ ਰੇਖਾ L ਵਾ, ਇਹ ਬਿੰਦੂ A 'ਤੇ ਜਿਹੜੀ ਆ ਸਪਰਸ਼ ਰੇਖਾ ਵਾ, ਅਤੇ AO ਕੀ ਆ, ਚੱਕਰ ਦਾ ਅਰਧ ਵਿਆਸ। ਅਸੀਂ ਇੱਧਰੋਂ ਸ਼ੁਰੂ ਕਰਾਂਗੇ, ਇੱਕ ਸਾਈਡ ਪਹਿਲਾਂ ਲੈ ਲੈਂਦੇ ਹਾਂ। ਕੀ ਲਿਖਾਂਗੇ ਕਿ ਜਿਹੜੀ ਰੇਖਾ L ਬਿੰਦੂ A 'ਤੇ ਇਹ ਕੀ ਆ, ਸਪਰਸ਼ ਰੇਖਾ ਹੈ, ਅਤੇ ਜਿਹੜਾ AO ਆ ਉਹ ਕੀ ਹੈ, ਇਹਦਾ ਅਰਧ ਵਿਆਸ। AO ਚੱਕਰ ਦਾ ਅਰਧ ਵਿਆਸ ਹੈ। ਹੁਣ ਅਰਧ ਵਿਆਸ ਵਾ, ਅਤੇ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਕਿ ਆਹ ਜਿਹੜਾ ਕੋਣ 90 ਡਿਗਰੀ ਦਾ ਬਣੇਗਾ, ਅਤੇ ਇਹਦੇ 'ਚ ਕਿਹੜਾ ਕੋਣ 90 ਡਿਗਰੀ ਦਾ ਆ। ਇਸ ਲਈ ਕੋਣ 1, ਮੈਂ ਇਹਦਾ ਨਾਮ 1 ਰੱਖਿਆ ਸੀਗਾ, ਅਤੇ 1 ਇਜ਼ ਇਕੁਅਲ ਟੂ 90 ਡਿਗਰੀ। ਹੁਣ ਇਸੇ ਤਰ੍ਹਾਂ ਹੀ ਅਸੀਂ ਦੂਸਰੇ ਪਾਸੇ ਲਿਖ ਲੈਣਾ ਕਿ ਰੇਖਾ M ਜਿਹੜੀ ਆ ਉਹ ਕਿੱਥੇ ਆ, ਉਹਦੇ ਨਾਲ ਹੀ ਲਿਖਾਂਗੇ ਅਸੀਂ ਇੱਥੇ। ਆਹ ਦੇਖੋ ਰੇਖਾ M ਬਿੰਦੂ B 'ਤੇ ਸਪਰਸ਼ ਰੇਖਾ ਹੈ, ਅਤੇ ਹੁਣ ਇਹਦਾ ਅਰਧ ਵਿਆਸ ਕਿਹੜਾ, BO, ਅਤੇ BO ਚੱਕਰ ਦਾ ਅਰਧ ਵਿਆਸ ਹੈ। ਇਹ ਲਿਖ ਲਿਆ।
इस लई हुण इत्थे एंगल किहड़ा आ गया, एंगल नंबर 2। ये कितना आएगा, ये भी 90 डिग्री। इस तो बाद असीं इहदे नाल ही दोनों कोणां दा जोड़ करांगे। की लिखांगे, 9 जां इत्थे तुसीं लिख लिओ हुण एंगल 1 प्लस एंगल 2 जिहड़ा वा इन्हां दोवां दा जोड़ कितना आएगा, 90 डिग्री प्लस 90 डिग्री दोनों ने, ये बराबर ही कितना आ गया, 180 डिग्री दे। हुण देखो बच्चों, जिहड़े दोनों कोणां दा जोड़ 180 डिग्री आ रहा, वो कोण है किस तरह के ने, चलो डायग्राम 'च देखते हाँ। आ देखो आ दो रेखावां ने, ए बी इन्हां दी काटवीं रेखा बनी, तो काटवीं रेखा दे इक्को पासे दे जिहड़े अंदरूनी कोण वा, जे उन्हां दा जोड़ 180 डिग्री होवे ते जिहड़ियां रेखावां बनदियां ने बाहर वालियां, वो हमेशा समांतर हुंदियां जे। असीं उही थ्योरम दे नाल इत्थे लिखांगे सीधा डायरैक्ट। हुण आ देखो इत्थे असीं की लिखांगे, लाइन काटवीं रेखा ए बी ते दे इक्को पासे बने किहड़े कोण सीगे, अंदरूनी। अंदरूनी कोणां दा जोड़ एंगल्स ऑन द सेम साइड ऑफ ट्रांसवर्सल। कितना जोड़ आया, 180 डिग्री। हुण जे ये कोण दा जिहड़ा कोणां दा जोड़ 180 डिग्री होवे ते फिर लाइनस की हुंदियां ने, पैरलल। देयरफॉर जिहड़ियां लाइनस असीं लईआं सी एल पैरलल एम, ते यही असीं सिद्ध करना सीगा। ये साडा क्वेश्चन हो गया, क्वेश्चन नंबर 7। आ देखो इहदे च फिर एक बारी समझ लो। मान लो दो समांतर रेखावां दित्तियां ने, इत्थे समांतर असीं प्रूव करनियां ने। मैं तुहानूं दस्सण लगा, इत्थे बना के दसदा रफ दे विच कि मान लो दो रेखावां पहिलां ही समांतर दित्तियां ने, ते आ काटवीं रेखा दित्ती है विच। जिहड़ी काटवीं रेखा दे इक्को साइड दे अंदरले कोण जिहड़े बनदे आ ना, इन्हां दा जोड़ 180 डिग्री आएगा। फिर इहदा कन्वर्स की सीगा कि जे दो रेखावां दे विच एक काटवीं रेखा वा ते और उहदे इक्को पासे दे अंदरूनी कोणां दा जोड़ 180 डिग्री आ रहा वा, ते आ जिहड़ियां रेखावां ने फिर ये की होणगीਆਂ समांतर। इहो थ्योरम असीं इत्थे लगा के ते असीं ये सिद्ध कर दिता कि जे अंदरले जिहड़े इक्को पासे दे कोण जिहड़े दोनां दा जोड़ 180 डिग्री आया, ते जिहड़ियां रेखावां होणगीਆਂ वो की होणगीਆਂ समांतर। ते इस करके एल पैरलल एम। ये सीगा साडा बच्चों क्वेश्चन नंबर 7। अगे देखते हैं आ देखो बच्चों, जिहड़ा अगे नैक्सट 8वां क्वेश्चन वा, उहदे विच की आ, एक ਚੱਕਰ ਨੂੰ ਬਾਹਰਲੇ ਪਾਸਿਆਂ ਤੋਂ ਛੂੰਹਦਾ ਇੱਕ ਚਤੁਰਭੁਜ ABCD ਖਿੱਚਿਆ ਗਿਆ ਹੈ। ਸਿੱਧ ਕਰੋ ਕਿ AB plus CD is equal to BC plus AD. A quadrilateral ABCD is drawn to circumscribe a circle. Prove that AB plus CD is equal to BC plus AD. ਹੁਣ ਦੇਖੋ ਆ ਇੱਕ ਚੱਕਰ ਵਾ, ਇਹਨੂੰ ਬਾਹਰਲੇ ਪਾਸਿਆਂ ਤੋਂ ਛੂੰਹਦਾ ਹੋਇਆ ਜਿਹੜਾ ਚਤੁਰਭੁਜ ਬਣਿਆ ਵਾ। ਹੁਣ ਆ ਦੇਖੋ ਇਹ ਟੱਚ ਕਿੱਥੇ ਕਿੱਥੇ ਕਰ ਰਿਹਾ। ਮੰਨ ਲਓ ਕਿ ਇੱਥੇ ਜਿਹੜਾ ਆ ਬਿੰਦੂ ਆ, ਮੈਂ ਇਹਨੂੰ ਬਿੰਦੂ P ਮੰਨ ਲੈਣਾ, ਇਸ ਬਿੰਦੂ ਨੂੰ ਮੈਂ Q, R ਤੇ ਆ ਬਿੰਦੂ S। ਹੁਣ ਆ ਦੇਖੋ ਬੱਚਿਓ, ਹੁਣ ਇਸ ਡਾਇਗਰਾਮ ਨੂੰ ਪਹਿਲਾਂ ਸਮਝ ਲਓ, ਫਿਰ ਮੈਂ ਤੁਹਾਨੂੰ ਇਹਦਾ ਜਿਹੜਾ ਵਾ ਸੋਲੂਸ਼ਨ ਕਰਾਵਾਂਗਾ ਵੀ ਇਹਨੂੰ ਸੋਲਵ ਕਿਸ ਤਰ੍ਹਾਂ ਕਰਨਾ। ਅਸੀਂ ਬਿਲਕੁਲ ਈਜ਼ੀ ਕੁਐਸਚਨ ਆ। ਸਭ ਤੋਂ ਪਹਿਲਾਂ ਡਾਇਗਰਾਮ ਸਮਝੋ। ਦੇਖੋ ਆ ਸਰਕਲ ਦਾ ਐਕਸਟਰਨਲ ਪੁਆਇੰਟ B, ਮੈਂ ਤੁਹਾਨੂੰ ਪਿੱਛੇ ਦੱਸਿਆ ਸੀਗਾ ਕਿ ਬਾਹਰੀ ਬਿੰਦੂ ਤੋਂ ਖਿੱਚੀਆਂ ਗਈਆਂ ਸਪਰਸ਼ ਰੇਖਾਵਾਂ ਦੀ ਲੰਬਾਈ ਹਮੇਸ਼ਾ ਬਰਾਬਰ ਹੁੰਦੀ ਆ। B ਬਿੰਦੂ ਤੋਂ ਸਪਰਸ਼ ਰੇਖਾ ਕਿਹੜੀ ਕਿਹੜੀ ਆ ਗਈ, ਇੱਕ BP ਜਾਂ PB ਤੇ ਇੱਕ BQ ਜਾਂ QB, ਜਿਸ ਤਰ੍ਹਾਂ ਮਰਜ਼ੀ ਕਰੋ ਤੁਸੀਂ, BP ਤੇ BQ। ਇਹ ਦੋਨੋਂ ਕੀ ਹੋਣਗੀਆਂ ਸਪਰਸ਼ ਰੇਖਾਵਾਂ, ਬਰਾਬਰ। ਕਿਹੜੀ ਕਿਹੜੀ, B ਤੋਂ P ਤੱਕ ਤੇ B ਤੋਂ Q ਤੱਕ। ਇਹ B ਬਾਹਰੀ ਬਿੰਦੂ ਆ, ਇਹ ਤੋਂ ਖਿੱਚੀਆਂ ਸਪਰਸ਼ ਰੇਖਾਵਾਂ ਦੀ ਲੰਬਾਈ ਬਰਾਬਰ। ਹੁਣ C ਬਾਹਰੀ ਬਿੰਦੂ ਆ ਗਿਆ। ਜਦੋਂ C ਬਾਹਰੀ ਬਿੰਦੂ ਆ ਤਾਂ C ਤੋਂ CQ ਤੇ CR, ਯਾਨੀ ਕਿ ਇਹ ਦੋਨੋਂ ਬਰਾਬਰ ਹੋਣਗੇ, CQ ਤੇ CR। D ਬਾਹਰੀ ਬਿੰਦੂ ਆ ਗਿਆ ਤੇ ਇਹ ਤੋਂ ਖਿੱਚੀ ਗਈ ਸਪਰਸ਼ ਰੇਖਾ ਜਿਹੜੀ ਆ ਉਹ ਕਿਹੜੀ, DR ਤੇ DS, ਇਹ ਵੀ ਦੋਨੋਂ ਬਰਾਬਰ ਨੇ। ਤੇ ਆਹ ਵਾਲਾ ਬਿੰਦੂ A ਬਾਹਰੀ ਬਿੰਦੂ ਜੇ, ਇੱਥੋਂ ਖਿੱਚੀ ਗਈ ਜਿਹੜੀ ਸਪਰਸ਼ ਰੇਖਾ ਜਿਹੜੀ ਆ
AP ਤੇ AS ਇਹ ਵੀ ਕੀ ਹੋਣਗੀਆਂ ਆਪਸ ਵਿੱਚ ਬਰਾਬਰ। ਹੁਣ ਅਸੀਂ ਜਿਹੜਾ ਪਿੱਛੇ ਜਿੰਨੇ ਕੁਐਸਚਨ ਕੀਤੇ ਆ ਕਿ ਬਾਹਰੀ ਬਿੰਦੂ ਤੋਂ ਜਿਹੜੀਆਂ ਖਿੱਚੀਆਂ ਗਈਆਂ ਸਪਰਸ਼ ਰੇਖਾਵਾਂ ਦੀ ਲੰਬਾਈਆਂ ਜਿਹੜੀਆਂ ਬਰਾਬਰ ਹੁੰਦੀਆਂ ਨੇ, ਪਿਛਲੇ ਕੁਐਸਚਨਾਂ ਵਿੱਚ ਮੈਂ ਤੁਹਾਨੂੰ ਬੱਚਿਓ ਦੱਸਿਆ ਸੀਗਾ ਕਿ ਜਿਹੜਾ ਬਾਹਰੀ ਬਿੰਦੂ ਹੁੰਦਾ ਵਾ ਉਤੋਂ ਸਪਰਸ਼ ਰੇਖਾਵਾਂ ਦੀ ਲੰਬਾਈ ਜਿਹੜੀ ਆ ਉਹ ਬਰਾਬਰ ਹੁੰਦੀ ਆ। ਚਲੋ ਇਹਨੂੰ ਦੇਖਦੇ ਹਾਂ ਕਿ ਅਸੀਂ ਇਸ ਕੁਐਸਚਨ ਨੂੰ ਕਿਸ ਤਰ੍ਹਾਂ ਹੱਲ ਕਰਾਂਗੇ ਤੇ ਅਸੀਂ ਜੋ ਪ੍ਰੂਵ ਕਰਨਾ ਵਾ ਉਹ ਕਿਸ ਤਰ੍ਹਾਂ ਪ੍ਰੂਵ ਕਰਦੇ ਹਾਂ। ਚਲੋ ਬੱਚਿਓ ਅਸੀਂ ਇਹ ਸਿੱਧ ਕਰਦੇ ਹਾਂ ਹੁਣ ਇਹਨੂੰ ਕਿ ਇਹ ਕਿਸ ਤਰ੍ਹਾਂ ਸਾਡੇ ਕੋਲ ਇਹ ਜਿਹੜਾ ਜੋ ਅਸੀਂ ਸਿੱਧ ਕਰਨਾ ਵਾ ਉਹ ਕਿਸ ਤਰ੍ਹਾਂ ਹੁੰਦਾ ਵਾ। ਆਹ ਦੇਖੋ ਬੱਚਿਓ, ਮੈਂ ਡਾਇਗਰਾਮ ਜਿਹੜੀ ਆ ਕਾਪੀ ਦੇ ਉੱਪਰ ਡਰਾ ਕਰ ਲਈ ਆ। ਤੁਸੀਂ ਆਪਣੀ ਵਰਕਸ਼ੀਟ ਆਪਣੇ ਲਾਗੇ ਰੱਖਿਓ। ਉਹਦੇ ਉੱਪਰ ਤੁਸੀਂ ਜਿਸ ਤਰ੍ਹਾਂ ਪੁਆਇੰਟ ਮੈਂ ਵਰਕਸ਼ੀਟ ਦੇ ਉੱਪਰ ਦੱਸੇ ਸੀ P Q R ਤੇ S, ਇਹ ਅਸੀਂ ਜਿਹੜੇ ਇਹਨਾਂ ਦੇ ਸਪਰਸ਼ ਬਿੰਦੂ ਲੈ ਲਏ ਨੇ। ਇਹ ਐਕਸਟਰਨਲ ਪੁਆਇੰਟ ਦਿੱਤੇ ਹੋਏ ਨੇ A B C D। ਚਲੋ ਦੇਖਦੇ ਹਾਂ ਜਿਸ ਤਰ੍ਹਾਂ ਜੋ ਗਿਵਨ ਸੀਗਾ ਅਸੀਂ ਇਹਨੂੰ ਉਸੇ ਤਰ੍ਹਾਂ ਲਿਖਦੇ ਜਾਵਾਂਗੇ। ਸਭ ਤੋਂ ਪਹਿਲਾਂ ਲਿਖਾਂਗੇ ਗਿਵਨ, ਯਾਨੀ ਕਿ ਦਿੱਤਾ ਹੈ। ਜੋ ਸਾਨੂੰ ਦਿੱਤਾ ਵਾ ਅਸੀਂ ਉਹ ਲਿਖਦੇ ਜਾਵਾਂਗੇ। ਇੱਕ ਤੁਸੀਂ ਆਪਣੀ ਨਾਲ ਸਟੇਟਮੈਂਟ ਦੇਖਿਓ, ਉਹਦੇ 'ਚ ਹੀ ਲਿਖਿਆ ਹੋਇਆ ਵਾ ਚੱਕਰ ਨੂੰ ਬਾਹਰਲੇ ਪਾਸਿਆਂ ਤੋਂ ਛੂੰਹਦਾ ਇੱਕ ਚਤੁਰਭੁਜ ABCD ਖਿੱਚਿਆ ਗਿਆ ਹੈ। ਇਹ ਜੋ ਸਾਨੂੰ ਗਿਵਨ ਸੀਗਾ ਅਸੀਂ ਉਹੀ ਲਿਖ ਲਿਆ ਇਹਦੇ 'ਚ, ਜਿਸ ਤਰ੍ਹਾਂ ਉਹਦੇ 'ਤੇ ਵਰਕਸ਼ੀਟ ਦੇ ਉੱਪਰ ਲਿਖੀ ਸਟੇਟਮੈਂਟ ਸੀਗੀ ਇਹ ਸਾਰਾ ਲਿਖ ਲਿਆ। ਇਹ ਸਾਡੇ ਕੋਲ ਸੀਗਾ ਗਿਵਨ। ਹੁਣ ਅਸੀਂ ਸਿੱਧ ਕੀ ਕਰਨਾ ਵਾ? ਟੂ ਪ੍ਰੂਵ। ਸਿੱਧ ਕੀ ਕਰਨਾ ਅਸੀਂ? ਸਾਨੂੰ ਉਹ ਦੇਖਿਓ ਤੁਸੀਂ ਵਰਕਸ਼ੀਟ ਦੇ ਉੱਪਰ ਕਿ AB ਪਲੱਸ CD ਇਜ਼ ਇਕੁਅਲ ਟੂ BC ਪਲੱਸ AD। ਇਹ ਅਸੀਂ ਪ੍ਰੂਵ ਕਰਨਾ। ਹੁਣ ਤੁਸੀਂ ਦੇਖੋ ਕਿ ਇਹਦੇ 'ਚ ਇੱਕ ਸਾਈਡ 'ਤੇ ਕੀ ਆ ਰਿਹਾ? AB ਪੂਰੀ ਰੇਖਾ ਆ ਰਹੀ, ਇੱਧਰ ਵਾਲੀ ਲਾਈਨ ਸੈਗਮੈਂਟ ਕਰ ਲਓ। ਆ ਜਿਹੜਾ AB ਤੇ ਪਲੱਸ CD ਇਹ ਜਿਹੜੀ ਉੱਪਰ ਵਾਲੀ ਆ, ਇਹ ਦੋਨੋਂ ਕਿਹਦੇ ਬਰਾਬਰ ਨੇ? BC ਇਹ ਵਾਲੀ ਪਲੱਸ AD ਇਹ ਵਾਲੀ। ਹੁਣ ਅਸੀਂ ਇਹਨੂੰ ਪ੍ਰੂਵ ਕਿਸ ਤਰ੍ਹਾਂ ਕਰਨਾ ਦੇਖਿਓ, ਕਈ ਵਾਰੀ ਸਾਨੂੰ ਕਨਫਿਊਜ਼ਨ ਹੋ ਜਾਂਦੀ ਆ। ਤੁਸੀਂ ਇਹ ਧਿਆਨ ਰੱਖਣਾ ਵਾ ਕਿ ਸਾਨੂੰ ਆਹ ਲਾਈਨ ਪੂਰੀ ਇਕੱਠੀ ਚਾਹੀਦੀ ਆ AB। ਆਹ ਦੇਖੋ ਜੋ ਅਸੀਂ ਪ੍ਰੂਵ ਕਰਨਾ ਵਾ ਉਹਦੇ 'ਚ ਸਾਨੂੰ ਆਹ ਲਾਈਨ ਪੂਰੀ ਇਕੱਠੀ ਚਾਹੀਦੀ ਆ, ਯਾਨੀ ਕਿ ਜਿਹੜਾ ਆਹ ਪਾਸਾ ਵਾ ਨਾ AP ਤੇ ਜਿਹੜਾ ਨਾਲ ਹੈਗਾ ਵਾ BP, ਇਹ ਸਾਡਾ ਇਕੱਠਾ ਆਵੇ ਇੱਕੋ ਸਾਈਡ 'ਤੇ, ਲੈਫਟ ਹੈਂਡ ਸਾਈਡ 'ਤੇ। ਲੈਫਟ ਹੈਂਡ ਸਾਈਡ ਕਿਸ ਤਰ੍ਹਾਂ ਬਣਨੀ ਆ? ਮੈਂ ਜਿਸ ਤਰ੍ਹਾਂ ਕੁਐਸਚਨ ਨੂੰ ਸੋਲਵ ਕਰਦਾ ਜਾਊਂਗਾ, ਲਿਖਦਾ ਜਾਊਂਗਾ ਜੋ ਵੀ ਅਸੀਂ ਇਹਨੂੰ ਸਿੱਧ ਕਰਨਾ ਵਾ। ਤੁਸੀਂ ਉਹ ਦੇਖਿਓ ਕਿ ਉਹ ਸਟੈਪ ਬਾਈ ਸਟੈਪ ਮੈਂ ਇਹਨੂੰ ਕਿਸ ਤਰ੍ਹਾਂ ਲੈਣਾ ਵਾ। ਬਿਲਕੁਲ ਈਜ਼ੀ ਆ। ਸਭ ਤੋਂ ਪਹਿਲਾਂ ਦੇਖਿਓ ਜਦੋਂ ਅਸੀਂ ਇਹਦੇ 'ਚ ਪ੍ਰੂਫ ਦੇਣਾ ਵਾ, ਪ੍ਰੂਫ ਯਾਨੀ ਕਿ ਸਬੂਤ। ਹੁਣ ਅਸੀਂ ਕਿੱਥੋਂ ਸ਼ੁਰੂ ਕਰ ਲੈਂਦੇ ਹਾਂ? ਆਹ ਬਾਹਰੀ ਬਿੰਦੂ ਤੋਂ ਅਸੀਂ ਇੱਥੋਂ ਸ਼ੁਰੂ ਕਰ ਲੈਂਦੇ ਹਾਂ ਅਤੇ ਅੱਗੇ ਅਸੀਂ ਚੱਲਦੇ ਜਾਵਾਂਗੇ। ਕੀ ਲਿਖਾਂਗੇ? ਕਿਉਂਕਿ A ਜਿਹੜਾ ਵਾ ਇਹ ਬਿੰਦੂ ਚੱਕਰ ਦਾ ਕਿਹੜਾ ਬਿੰਦੂ ਆ? ਬਾਹਰੀ ਬਿੰਦੂ। ਇਹ ਚੱਕਰ ਦਾ ਬਾਹਰੀ ਬਿੰਦੂ ਆ ਅਤੇ ਬਾਹਰੀ ਬਿੰਦੂ ਤੋਂ ਜਿਹੜੀਆਂ ਸਪਰਸ਼ ਰੇਖਾਵਾਂ ਦੀ ਲੰਬਾਈ ਹਮੇਸ਼ਾ ਬਰਾਬਰ ਹੁੰਦੀ ਹੈ ਅਤੇ ਉਹਦੇ 'ਚ ਕਿਹੜੀ ਆਏਗੀ? AP ਇਜ਼ ਇਕੁਅਲ ਟੂ AS। ਮੈਂ ਇੱਥੇ ਲਿਖ ਲਾਂਗਾ AP ਇਜ਼ ਇਕੁਅਲ ਟੂ, ਇੱਥੇ ਲਿਖ ਲਓ ਦੇਅਰਫੋਰ, ਕਿ ਇਸ ਲਈ AP ਬਰਾਬਰ AS ਹੋਵੇਗਾ ਅਤੇ ਇਹਨੂੰ ਮੈਂ ਨੰਬਰ 1 ਪਾ ਦੇਣਾ। ਹੁਣ ਤੁਸੀਂ ਦੇਖੋ ਕਿ ਮੈਨੂੰ ਲੈਫਟ ਹੈਂਡ ਸਾਈਡ 'ਤੇ AB ਚਾਹੀਦੀ ਆ ਅਤੇ AB ਕਿੱਥੋਂ ਬਣਨੀ ਆ? AP ਪਲੱਸ BP ਤੋਂ। ਹੁਣ ਅਗਲਾ ਪੁਆਇੰਟ ਮੈਂ ਲੈਫਟ ਹੈਂਡ ਸਾਈਡ 'ਤੇ ਯਾਨੀ ਕਿ ਇਸੇ ਪਾਸੇ AP ਵਾਲੇ ਪਾਸੇ ਹੀ ਕਿਹੜਾ ਲੈਣਾ ਵਾ? B ਅਤੇ P ਇੱਧਰ।
ਹੁਣ ਮੈਂ ਦੂਸਰੀ ਵਾਰੀ ਕੀ ਲਿਖਾਂਗਾ, ਇੱਥੇ ਤੁਸੀਂ ਲਾਈਨ ਬਿਲਕੁਲ ਇਸੇ ਤਰ੍ਹਾਂ ਹੀ ਵੀ ਜਿਹੜਾ ਏ ਬਾਹਰੀ ਬਿੰਦੂ ਸੀ, ਹੁਣ ਬਾਹਰੀ ਬਿੰਦੂ ਕਿਹੜਾ ਆ ਗਿਆ, ਇੱਥੇ ਤੁਸੀਂ ਲਿਖਿਓ ਕਿਉਂਕਿ ਬਿੰਦੂ ਬੀ ਚੱਕਰ ਦਾ ਬਾਹਰੀ ਬਿੰਦੂ ਹੈ, ਇਸ ਲਈ ਹੁਣ ਸਾਨੂੰ ਮੈਂ ਤੁਹਾਨੂੰ ਕੀ ਦੱਸਿਆ ਸੀ ਵੀ ਅਸੀਂ ਇੱਧਰ ਏ ਪੀ ਜਿਹੜਾ ਵਾ ਏ ਬੀ ਪ੍ਰੂਵ ਕਰਨਾ, ਅਤੇ ਏ ਪੀ ਪਲੱਸ ਬੀ ਪੀ ਇੱਧਰਲੀ ਸਾਈਡ 'ਤੇ ਲਿਖਣਾ। ਇਹ ਲੈਫਟ ਹੈਂਡ ਸਾਈਡ ਬਣ ਰਹੀ ਹੈ ਇਹਦੀ, ਆਹ ਵਾਲੀ ਲੈਫਟ ਹੈਂਡ ਸਾਈਡ, ਅਤੇ ਆਹ ਰਾਈਟ ਹੈਂਡ ਸਾਈਡ। ਲੈਫਟ ਹੈਂਡ ਸਾਈਡ 'ਤੇ ਆ ਗਿਆ ਬੀ ਪੀ ਕਿਹਦੇ ਬਰਾਬਰ ਆਇਆ, ਆਹ ਦੇਖੋ ਆਹ ਐਕਸਟਰਨਲ ਪੁਆਇੰਟ ਆ ਗਿਆ, ਅਤੇ ਬੀ ਪੀ ਪਲੱਸ ਬੀ ਕਿਊ, ਆਹ ਦੇਖੋ ਡਾਇਗਰਾਮ ਧਿਆਨ ਨਾਲ, ਇਹ ਸਪਰਸ਼ ਰੇਖਾਵਾਂ ਜਿਹੜੀਆਂ ਬਣੀਆਂ ਨੇ ਦੋਨੋਂ ਬਰਾਬਰ ਹੋਣਗੀਆਂ। ਇਹ ਕਿਹੜੀ ਆ ਗਈ ਨਾਲ ਬੀ ਕਿਊ। ਹੁਣ ਇਹਨੂੰ ਨੰਬਰ ਅਸੀਂ ਕਿਹੜਾ ਦੇ ਦਾਂਗੇ, ਨੰਬਰ 2। ਹੁਣ ਅੱਗੇ ਅਸੀਂ ਹਰ ਵਾਰੀ ਐਕਸਟਰਨਲ ਪੁਆਇੰਟ ਇਸ ਤਰ੍ਹਾਂ ਲਿਖਣਾ, ਸਾਨੂੰ ਪਤਾ ਲੱਗ ਗਿਆ ਹੁਣ ਵੀ ਏ ਵੀ ਐਕਸਟਰਨਲ ਪੁਆਇੰਟ ਸੀ ਤਾਂ ਇਸ ਤਰ੍ਹਾਂ ਆ ਗਿਆ, ਬੀ ਐਕਸਟਰਨਲ ਪੁਆਇੰਟ ਆ, ਅਤੇ ਅਸੀਂ ਅੱਗੇ ਲਿਖ ਸਕਦੇ ਹਾਂ ਸਿਮੀਲਰਲੀ। ਕੀ ਲਿਖ ਸਕਦੇ ਹਾਂ, ਸਿਮੀਲਰਲੀ। ਪੰਜਾਬੀ 'ਚ ਇਸੇ ਤਰ੍ਹਾਂ ਤੁਸੀਂ ਜੇ ਲਿਖਣਾ ਚਾਹੋ ਲਾਈਨ ਤਾਂ ਪੂਰੀ ਲਿਖ ਵੀ ਸਕਦੇ ਹੋ, ਅਤੇ ਜੇ ਨਹੀਂ ਤਾਂ ਤੁਸੀਂ ਇਹਨੂੰ ਸ਼ਾਰਟ ਕਰਕੇ ਇਸ ਤਰ੍ਹਾਂ ਵੀ ਕਰ ਸਕਦੇ ਹੋ। ਉਸ ਤੋਂ ਅੱਗੇ ਸਾਨੂੰ ਕੀ ਚਾਹੀਦਾ ਸੀਗਾ, ਇਸੇ ਸਾਈਡ 'ਤੇ ਧਿਆਨ ਨਾਲ ਦੇਖਿਓ, ਸੀ ਅਤੇ ਡੀ। ਪਹਿਲਾਂ ਮੈਂ ਤੁਹਾਨੂੰ ਦੱਸਿਆ ਸੀ ਏ ਬੀ ਬਾਰੇ ਕਿ ਏ ਬੀ ਲਾਈਨ ਜਿਹੜੀ ਆ ਦੇਖੋ ਏ ਬੀ ਚਾਹੀਦਾ ਸੀਗਾ, ਅਤੇ ਏ ਬੀ ਕਿੱਥੋਂ ਬਣੀ, ਏ ਪੀ ਪਲੱਸ ਬੀ ਪੀ ਤੋਂ। ਦੂਸਰੀ ਇਸ ਪਾਸੇ ਕਿਹੜੀ ਚੀਜ਼ ਚਾਹੀਦੀ ਆ, ਦੇਖੋ ਸੀ ਡੀ। ਹੁਣ ਆਹ ਜਿਹੜਾ ਸੀ ਡੀ ਆ ਇਹ ਕਿਸ ਤਰ੍ਹਾਂ ਬਣੇਗਾ, ਉਹ ਧਿਆਨ ਨਾਲ ਦੇਖਿਓ ਇਹਦੇ ਤੋਂ। ਅਤੇ ਸਾਨੂੰ ਹੁਣ ਇੱਧਰ ਕੀ ਚਾਹੀਦਾ, ਇੱਕ ਸੀ ਆਰ ਅਤੇ ਡੀ ਆਰ, ਇਹ ਦੋਨੋਂ ਮਿਲ ਕੇ ਪਲੱਸ ਕਰਾਂਗੇ ਤਾਂ ਕੀ ਬਣੇਗਾ, ਸੀ ਡੀ। ਅਤੇ ਹੁਣ ਇੱਧਰ ਕੀ ਲਿਖਾਂਗਾ, ਅਗਲੇ ਪੁਆਇੰਟ 'ਚ ਕੀ ਆ ਗਿਆ, ਸੀ ਆਰ ਇਜ਼ ਇਕੁਅਲ ਟੂ ਸੀ ਕਿਊ, ਕਿਉਂਕਿ ਸੀ ਕਿਊ ਦੇ ਦੂਸਰੇ ਪਾਸੇ ਆਉਣਾ ਹੀ ਆਉਣਾ। ਪਹਿਲਾਂ ਸੀ ਆਰ ਆ ਗਿਆ ਅਤੇ ਸੀ ਕਿਊ ਆ ਗਿਆ। ਹੁਣ ਜਿਹੜਾ ਡੀ ਪੁਆਇੰਟ ਵਾ, ਹੁਣ ਮੈਨੂੰ ਇਸ ਸਾਈਡ 'ਤੇ ਕੀ ਚਾਹੀਦਾ, ਡੀ ਆਰ। ਹੁਣ ਡੀ ਐਕਸਟਰਨਲ ਪੁਆਇੰਟ ਆ, ਇਹਨੂੰ ਮੈਂ ਨੰਬਰ ਲਿਖਾਂਗਾ 3। ਇਸ ਤੋਂ ਬਾਅਦ ਆ ਗਿਆ ਨੈਕਸਟ ਜਿਹੜਾ ਲਾਸਟ 'ਚ ਬਚਿਆ ਡੀ ਆਰ। ਡੀ ਆਰ ਕਿਹਦੇ ਬਰਾਬਰ ਆ, ਡੀ ਐਸ ਦੇ। ਤੁਸੀਂ ਇਹ ਡਾਇਗਰਾਮ ਦੇਖ ਸਕਦੇ ਹੋ ਇੱਥੋਂ, ਆਹ ਦੇਖੋ ਜਿਹੜਾ ਡੀ ਆਰ ਵਾ ਉਹ ਕਿਹਦੇ ਬਰਾਬਰ ਆ, ਡੀ ਐਸ ਦੇ। ਹੁਣ ਮੈਂ ਸਾਰੇ ਪੁਆਇੰਟ ਲਿਖ ਲਏ। ਹੁਣ ਆਹ ਜਿਹੜੇ ਚਾਰੇ ਪੁਆਇੰਟ ਆਏ ਆ ਮੇਰੇ ਕੋਲ, ਚਾਰੇ ਇਕੁਏਸ਼ਨਸ ਨੇ, ਮੈਂ ਇਹਨਾਂ ਨੂੰ ਪਲੱਸ ਕਰ ਦਾਂਗਾ। ਕੀ ਲਿਖਾਂਗਾ, ਜਿਹੜੀਆਂ ਸਮੀਕਰਨਾਂ ਬਣੀਆਂ ਨੇ ਐਡਿੰਗ, ਜਾਂ ਤੁਸੀਂ ਇੰਗਲਿਸ਼ ਮੀਡੀਅਮ ਵਾਲੇ ਲਿਖ ਲਓ ਐਡਿੰਗ 1 2 3 ਐਂਡ 4। ਪੰਜਾਬੀ ਮੀਡੀਅਮ ਵਾਲੇ ਕਿ ਸਮੀਕਰਨ ਜਿਹੜੀ ਆ 1 2 3 ਅਤੇ 4 ਨੂੰ ਕੀ ਕਰਨਾ, ਜੋੜਨ 'ਤੇ। ਇਹਨਾਂ ਚਾਰਾਂ ਨੂੰ ਜੋੜਾਂਗੇ ਅਤੇ ਫਿਰ ਦੇਖਦੇ ਹਾਂ ਸਾਨੂੰ ਕੀ ਮਿਲਦਾ। ਸਾਡੇ ਕੋਲ ਕੀ ਆਏਗਾ ਚਾਰਾਂ ਨੂੰ ਜੋੜਨ 'ਤੇ, ਏ ਪੀ ਪਲੱਸ ਬੀ ਪੀ ਪਲੱਸ ਸੀ ਆਰ ਪਲੱਸ ਡੀ ਆਰ। ਇਹ ਕਿਹਦੇ ਬਰਾਬਰ ਆ ਗਿਆ, ਜਿਹੜੇ ਦੂਜੀ ਸਾਈਡ 'ਤੇ ਰਾਈਟ ਹੈਂਡ ਸਾਈਡ ਵਾਲੇ ਆ ਉਹ ਸਾਰਿਆਂ ਨੂੰ ਅਸੀਂ ਇੱਥੇ ਜੋੜ ਕੇ ਲਿਖ ਦਾਂਗੇ। ਪਹਿਲੇ ਨੰਬਰ 'ਤੇ ਸਾਡੇ ਕੋਲ ਕੀ ਸੀ, ਏ ਪੀ ਦੇ ਬਰਾਬਰ ਕੀ ਸੀਗਾ, ਏ ਐਸ ਪਲੱਸ ਬੀ ਕਿਊ। ਉਸ ਤੋਂ ਬਾਅਦ ਸੀਗਾ ਸੀ ਕਿਊ, ਸੀ ਆਰ ਦੇ ਨਾਲ ਸੀ ਕਿਊ, ਅਤੇ ਨਾਲ ਡੀ ਐਸ, ਜਿਹੜਾ ਲਾਸਟ ਪੁਆਇੰਟ ਸੀਗਾ ਉਹ ਡੀ ਐਸ। ਇਹ ਸਾਡੇ ਕੋਲ ਆ ਗਏ ਸਾਡੀਆਂ ਇਹ ਪਲੱਸ ਕਰਕੇ ਚਾਰੇ ਇਕੁਏਸ਼ਨਾਂ। ਹੁਣ ਦੇਖੋ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਇਹਦੇ ਤੋਂ ਏ ਪੀ ਪਲੱਸ ਬੀ ਪੀ ਕੀ ਬਣਦੀ ਆ, ਇਹ ਅਸੀਂ ਇਕੱਠੇ ਕਰ ਲਾਂਗੇ। ਉਸ ਤੋਂ ਬਾਅਦ ਸੀ ਆਰ ਪਲੱਸ ਡੀ ਆਰ ਕੀ ਬਣਦਾ, ਏ ਐਸ ਪਲੱਸ ਬੀ ਕਿਊ ਕੀ ਬਣਦਾ, ਅਤੇ ਸੀ ਕਿਊ ਪਲੱਸ ਡੀ ਐਸ ਇਹ ਕੀ ਬਣਦਾ। ਮੈਂ ਤੁਹਾਨੂੰ ਵਰਕਸ਼ੀਟ ਜਿਹੜੀ ਤੁਹਾਡੀ ਉਹਦੇ ਉੱਪਰ ਹੁਣ ਡਾਇਗਰਾਮ ਦਿਖਾਉਣਾ, ਨਾਲ ਨਾਲ ਦੇਖਿਓ। ਆਹ ਦੇਖੋ ਧਿਆਨ ਨਾਲ ਇੱਥੇ। ਹੁਣ ਸਾਡੇ ਕੋਲ ਜਿਹੜਾ ਆ ਰਿਹਾ ਵਾ, ਆਹ ਦੇਖੋ ਏ ਪੀ ਪਲੱਸ ਬੀ ਪੀ। ਆਹ ਦੇਖੋ ਏ ਪੀ ਪਲੱਸ ਬੀ ਪੀ, ਇਹ ਕੀ ਬਣਿਆ, ਪੂਰੀ ਲਾਈਨ ਏ ਅਤੇ ਬੀ। ਇਹਦੀ ਜਗ੍ਹਾ 'ਤੇ ਮੈਂ ਕੀ ਲਿਖ ਦੇਣਾ ਇੱਥੇ, ਏ ਬੀ ਪਲੱਸ। ਹੁਣ ਜਿਹੜੀ ਸੀ ਆਰ ਪਲੱਸ ਡੀ ਆਰ ਵਾ ਉਹ ਦੇਖੋ,
ਆ ਦੇਖੋ ਜਿਹੜੀ ਲਾਈਨ ਹੈਗੀ ਆ ਵਾਲੀ CR ਪਲੱਸ DR, ਇਹ ਪੂਰੀ ਲਾਈਨ ਕਿਹੜੀ ਬਣ ਗਈ? SCD ਲਾਈਨ। ਹੁਣ ਇੱਥੇ ਕੀ ਲਿਖ ਦਾਂਗੇ? ਪਲੱਸ CD। ਹੁਣ ਆ ਦੇਖੋ ਇਹ ਵਾਲੀਆਂ ਲਾਈਨਾਂ ਤਾਂ ਸਿੱਧੀਆਂ ਸਿੱਧੀਆਂ ਆ ਗਈਆਂ। ਹੁਣ ਪਰ ਇੱਧਰ ਵਾਲੀ ਜਿਹੜੀ AS ਤੇ BQ ਤੇ CQ ਤੇ DS ਇਹ ਵੱਖਰੀਆਂ ਵੱਖਰੀਆਂ ਨੇ। ਆ ਦੇਖੋ ਡਾਇਗਰਾਮ ਧਿਆਨ ਨਾਲ, ਆ ਦੇਖੋ AS ਤੇ BQ ਤੇ ਦੂਸਰੇ ਪਾਸੇ ਜਿਹੜੀ ਆ ਰਹੀ ਆ ਉਹ ਕਿਹੜੀ ਆ ਰਹੀ ਹੈ ਸਾਡੇ ਕੋਲ? CQ ਇੱਧਰੋਂ ਤੇ ਇੱਧਰੋਂ DS। ਹੁਣ ਅਸੀਂ ਇਹ ਇਕੱਠੀਆਂ ਕਰਨੀਆਂ ਨੇ, ਫਿਰ ਕਿਹੜੀਆਂ ਕਿਹੜੀਆਂ ਲਾਈਨਾਂ ਨਾਲ ਇੱਕ ਪੂਰੀ ਲਾਈਨ ਬਣਦੀ ਆ। ਆ ਦੇਖੋ ਅਸੀਂ ਇਹਨਾਂ ਨੂੰ ਇਕੱਠੇ ਕਿਸ ਤਰ੍ਹਾਂ ਕਰਾਂਗੇ? ਇਹਨੂੰ ਅਸੀਂ ਲਿਖ ਲਾਂਗੇ AS ਦੇ ਨਾਲ ਕਿਹੜੀ ਜਿਹੜੀ ਆਏਗੀ? DS। AS ਪਲੱਸ DS ਇਹ ਦੋਨੋਂ ਇਕੱਠੀਆਂ ਹੋ ਗਈਆਂ। ਦੂਸਰੇ ਪਾਸੇ ਇਹਦੇ ਵਿੱਚੋਂ ਹੁਣ BQ ਪਲੱਸ CQ ਇਹ ਦੋ ਆ ਗਈਆਂ। ਇਹਨਾਂ ਨੂੰ ਤੁਸੀਂ ਚਾਹੇ ਤਾਂ ਬ੍ਰੈਕਟ ਵੀ ਪਾ ਸਕਦੇ ਹੋ ਕਿ ਹੁਣ ਇਹ ਇਕੱਠੀਆਂ ਹੋ ਗਈਆਂ ਨੇ। ਅਤੇ ਇਹਨਾਂ ਨੂੰ ਅਸੀਂ ਦੇਖਦੇ ਹਾਂ ਹੁਣ ਇਹ ਡਾਇਗਰਾਮ ਤੋਂ ਕਿ ਇਹਨਾਂ ਦਾ ਲਾਈਨ ਸੈਗਮੈਂਟ ਜਿਹੜਾ ਉਹ ਕਿਹੜਾ ਬਣੇਗਾ। ਆ ਦੇਖੋ ਹੁਣ ਸਾਡੇ ਕੋਲ ਹੈਗਾ ਸੀ AS ਪਲੱਸ DS, ਅਤੇ ਆਹ ਦੇਖੋ AS ਪਲੱਸ DS ਕਿਹੜੀ ਬਣ ਗਈ ਹੁਣ? AD। ਅਤੇ ਇਹਦੀ ਜਗ੍ਹਾ 'ਤੇ ਮੈਂ ਹੁਣ ਕੀ ਲਿਖ ਸਕਦਾ ਵਾਂ? AD। ਅਤੇ ਦੂਸਰੇ ਪਾਸੇ BQ ਪਲੱਸ CQ ਉਹ ਕਿਹੜੀ ਬਣ ਗਈ? BC। ਇਹ ਕਿਹੜੀ ਬਣ ਗਈ? BC। ਦੂਸਰੇ ਪਾਸੇ ਹੁਣ ਆਹ ਵਾਲੇ ਬਣ ਗਏ ਅਤੇ ਇਹਨਾਂ ਨੂੰ ਮੈਂ ਇਸ ਤਰ੍ਹਾਂ ਹੀ ਲਿਖ ਲੈਂਦਾ, ਆਹ ਵਾਲੇ AB ਪਲੱਸ CD। ਇਹ ਸਾਡੇ ਕੋਲ ਆ ਗਿਆ। ਹੁਣ ਦੇਖੋ ਜੋ ਅਸੀਂ ਪ੍ਰੂਵ ਕਰਨਾ ਸੀਗਾ, ਜਿੱਥੋਂ ਅਸੀਂ ਸਵਾਲ ਲੈ ਕੇ ਚੱਲੇ ਸੀਗੇ ਉਹ ਅਸੀਂ ਪ੍ਰੂਵ ਕਰ ਲਿਆ। ਮੈਂ ਤੁਹਾਨੂੰ ਵਰਕਸ਼ੀਟ ਦਿਖਾਉਣਾ। ਆਹ ਦੇਖੋ ਵਰਕਸ਼ੀਟ 'ਚ ਕੀ ਸੀਗਾ ਪ੍ਰੂਵ ਕਰਨ ਵਾਲਾ? AB ਪਲੱਸ CD ਇਜ਼ ਇਕੁਅਲ ਟੂ BC ਪਲੱਸ AD। ਆ ਦੇਖੋ BC ਪਲੱਸ AD, BC ਚਾਹੇ ਪਿੱਛੇ ਆ ਜਾਂ ਅੱਗੇ ਆ, ਪਲੱਸ ਦਾ ਸਾਈਨ ਵਾ। ਤੁਸੀਂ ਜੇ ਚਾਹੋ ਤਾਂ ਉਹਨੂੰ ਉਸ ਤਰ੍ਹਾਂ ਵੀ ਲਿਖ ਸਕਦੇ ਹੋ, ਅਤੇ ਜੇ ਇਹਨੂੰ ਇਸ ਤਰ੍ਹਾਂ ਵੀ ਛੱਡਣਾ ਵਾ ਤਾਂ ਇਸ ਤਰ੍ਹਾਂ ਵੀ ਛੱਡ ਸਕਦੇ ਹੋ। ਪਲੱਸ ਵਾਲੇ ਟਰਮ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ। ਆ ਦੇਖੋ ਇਹਨੂੰ ਤੁਸੀਂ ਇਸ ਤਰ੍ਹਾਂ ਵੀ ਕਰ ਸਕਦੇ ਹੋ, BC ਪਲੱਸ AD। ਅਤੇ ਇਹ ਕੀ ਹੋ ਗਿਆ? ਪ੍ਰੂਵ। ਅਸੀਂ ਇਹ ਪ੍ਰੂਵ ਕੀਤਾ, ਸਿੱਧ ਕਰ ਦਿੱਤਾ। ਇਹ ਸਾਡਾ ਸੀਗਾ ਕੁਐਸਚਨ ਨੰਬਰ 8। ਉਸ ਤੋਂ ਬਾਅਦ ਦੇਖਦੇ ਹਾਂ ਨੈਕਸਟ ਕੁਐਸਚਨ। ਆ ਦੇਖੋ ਬੱਚੋ ਜਿਹੜਾ 9ਵਾਂ ਕੁਐਸਚਨ ਵਾ ਉਹਦੇ ਵਿੱਚ ਕੀ ਆ? ਜੇਕਰ ਦੋ ਸਮਕੇਂਦਰੀ ਚੱਕਰਾਂ ਦੇ ਅਰਧ ਵਿਆਸ ਕ੍ਰਮਵਾਰ 15 ਸੈਂਟੀਮੀਟਰ ਅਤੇ 17 ਸੈਂਟੀਮੀਟਰ ਹੋਣ ਤਾਂ ਵੱਡੇ ਚੱਕਰ ਦੀ ਜੀਵਾ ਦੀ ਲੰਬਾਈ ਪਤਾ ਕਰੋ ਜੋ ਛੋਟੇ ਚੱਕਰ ਦੀ ਸਪਰਸ਼ ਰੇਖਾ ਹੋਵੇ। ਹੁਣ ਸਭ ਤੋਂ ਪਹਿਲਾਂ ਤਾਂ ਬੱਚਿਓ ਦੇਖੋ ਅਸੀਂ ਆਹ ਸਟੇਟਮੈਂਟ ਨੂੰ ਸਮਝ ਕੇ ਅਤੇ ਡਾਇਗਰਾਮ ਬਣਾਵਾਂਗੇ ਅਤੇ ਫਿਰ ਅਸੀਂ ਕੁਐਸਚਨ ਨੂੰ ਸੋਲਵ ਕਰਾਂਗੇ। ਇੰਗਲਿਸ਼ ਮੀਡੀਅਮ 'ਚ ਵੀ ਦੇਖ ਲਓ ਜਿਹੜੇ ਬੱਚੇ ਆ, ਇਫ ਰੇਡੀਆਈ ਆਫ ਦਾ 2 ਕੰਸੈਂਟਰਿਕ ਸਰਕਲਸ ਆਰ 15 ਸੈਂਟੀਮੀਟਰ ਐਂਡ 17 ਸੈਂਟੀਮੀਟਰ then find the length of the chord of the larger circle, ਜਿਹੜਾ ਲਾਰਜਰ ਸਰਕਲ ਆ which touches the smaller circle। ਹੁਣ ਦੇਖਦੇ ਹਾਂ ਕਿ ਇਸ ਸਟੇਟਮੈਂਟ ਦੇ ਨਾਲ ਡਾਇਗਰਾਮ ਜਿਹੜੀ ਉਹ ਕਿਸ ਤਰ੍ਹਾਂ ਦੀ ਬਣੇਗੀ। ਆ ਦੇਖੋ ਬੱਚਿਓ ਮੈਂ ਕੀ ਕੀਤਾ, 9ਵੇਂ ਕੁਐਸਚਨ ਦੇ ਵਿੱਚ ਜਿਹੜੀ ਡਾਇਗਰਾਮ ਬਣਾਉਣੀ ਸੀਗੀ, ਸਭ ਤੋਂ ਪਹਿਲਾਂ ਤਾਂ ਇੱਕ ਸੈਂਟਰ ਲੈ ਕੇ ਉਹਦੇ ਤੋਂ ਸਰਕਲ ਬਣਾ ਲਏ ਦੋਨੋਂ, ਕਿਉਂਕਿ ਸਰਕਲ ਸਾਨੂੰ ਕਿਹੜੇ ਦਿੱਤੇ ਸੀ? ਸਮਕੇਂਦਰੀ। ਸਮਕੇਂਦਰੀ ਸਰਕਲ ਦਾ ਮਤਲਬ ਹੁੰਦਾ ਕਿ ਇੱਕੋ ਕੇਂਦਰ ਤੋਂ ਹੀ ਦੋ ਸਰਕਲ ਬਣਾਉਣੇ ਆ। ਹੁਣ ਬਣਾਉਣੇ ਕਿਸ ਤਰ੍ਹਾਂ ਦੇ ਸੀਗੇ? ਕਹਿੰਦੇ ਜਿਹੜਾ ਪਹਿਲਾ ਸਰਕਲ ਵਾ ਉਹਦਾ ਅਰਧ ਵਿਆਸ ਕਿੰਨਾ ਦਿੱਤਾ ਹੋਇਆ ਵਾ? ਪਹਿਲੇ ਸਰਕਲ ਦਾ 15 ਸੈਂਟੀਮੀਟਰ। ਮੈਂ ਤੁਹਾਨੂੰ ਇੱਥੇ ਸਕੇਲ ਨਾਲ ਡਰਾ ਕਰ ਦੇਣਾ ਡਾਇਗਰਾਮ ਥੋੜ੍ਹੀ ਥੋੜ੍ਹੀ ਨਾਲ ਨਾਲ। ਆ ਦੇਖੋ ਮੰਨ ਲਓ ਕਿ ਆ ਇਸ ਤਰ੍ਹਾਂ ਸਰਕਲ ਦਾ ਅਰਧ ਵਿਆਸ ਆ ਗਿਆ ਪਹਿਲਾ। ਇਹ ਅਰਧ ਵਿਆਸ ਜਿਹੜਾ ਪਹਿਲਾ ਵਾ ਇਹ ਸਰਕਲ ਦਾ ਕੇਂਦਰ ਮੰਨ ਲਓ O ਆ। ਇਹਦਾ ਅਰਧ ਵਿਆਸ ਕਿੰਨਾ ਦਿੱਤਾ ਹੋਇਆ ਵਾ? 15 ਸੈਂਟੀਮੀਟਰ। ਹੁਣ ਕਹਿੰਦੇ ਜਿਹੜਾ ਦੂਸਰਾ ਸਰਕਲ ਵਾ, ਕਿਉਂਕਿ ਦੋਨੋਂ ਸਰਕਲ ਕਨਸੈਂਟਰਿਕ ਨੇ, ਉਹ ਤੁਸੀਂ ਇਹ 'ਚ ਸਟੇਟਮੈਂਟ ਦੇ ਵਿੱਚ ਦੇਖਿਆ ਸੀਗਾ, ਇੰਗਲਿਸ਼ ਮੀਡੀਅਮ ਵਾਲੇ ਬੱਚਿਆਂ ਨੇ ਵੀ ਪੜ੍ਹਿਆ ਨਾਲ ਨਾਲ। ਹੁਣ ਆਹ ਦੇਖੋ ਇਹਦੇ 'ਚ ਪਹਿਲੇ ਦਾ ਜਿਹੜਾ ਸੀਗਾ ਅਰਧ ਵਿਆਸ 15 ਵਾ ਅਤੇ ਦੂਸਰੇ ਦਾ ਕਿੰਨਾ? 17, ਯਾਨੀ ਕਿ ਉਹ 15 ਸੈਂਟੀਮੀਟਰ ਤੋਂ ਸਿਰਫ 2 ਸੈਂਟੀਮੀਟਰ ਅੱਗੇ ਵੱਡਾ ਵਾ ਜਿਹੜਾ ਦੂਸਰਾ ਸਰਕਲ ਵੱਡਾ ਵਾ ਬਾਹਰ ਵਾਲਾ। ਮੈਂ ਇਹ ਲਾਈਨ ਨੂੰ ਸਿੱਧੇ ਇੱਥੋਂ ਤੱਕ ਕਰ ਦਿੰਦਾ ਕਿ ਤੁਸੀਂ ਉਹ ਕਿਸੇ ਪਾਸੇ ਵੀ ਲੈ ਸਕਦੇ ਹੋ, ਲੇਕਿਨ ਕੁਐਸਚਨ ਦੇ ਅਕੋਰਡਿੰਗਲੀ ਸਾਨੂੰ ਜਿਸ ਤਰ੍ਹਾਂ ਲੋੜ ਵਾ ਮੈਂ ਉਸ ਤਰ੍ਹਾਂ ਇਹਨੂੰ ਸੋਲਵ ਕਰੀ ਜਾਵਾਂਗਾ। ਤੁਸੀਂ ਡਾਇਗਰਾਮ ਨਾਲ ਨਾਲ ਬਣਾਈ ਜਾਓ। ਆਹ ਦੇਖੋ ਹੁਣ ਇਹ ਸਰਕਲ ਜਿਹੜਾ ਵਾ ਉਹਦਾ ਕੇਂਦਰ O ਹੀ ਆ। ਹੁਣ ਵੱਡੇ ਸਰਕਲ ਦਾ ਜਿਹੜਾ ਰੇਡੀਅਸ ਵਾ ਉਹ ਇੱਥੋਂ ਲੈ ਕੇ ਅਤੇ O ਤੱਕ ਕਿੰਨੇ ਸੈਂਟੀਮੀਟਰ ਆ ਗਿਆ?
17 ਸੈਂਟੀਮੀਟਰ। ਹੁਣ ਆਹ ਦੇਖੋ, ਇਹ ਸਾਡੀ ਹੋ ਗਈ ਸਟੇਟਮੈਂਟ ਦਾ ਇੱਕ ਹਿੱਸਾ। ਹੁਣ ਅੱਗੇ ਉਹਨਾਂ ਨੇ ਕੀ ਕਿਹਾ ਸਟੇਟਮੈਂਟ 'ਚ, ਆ ਤੁਸੀਂ ਨਾਲ ਦੀ ਨਾਲ ਦੇਖੋ। ਅੱਗੇ ਉਹ ਕਹਿ ਰਹੇ ਆ, ਜੇ ਇਹ ਉਹਨਾਂ ਦਾ ਅਰਧ ਵਿਆਸ ਕ੍ਰਮਵਾਰ 15 ਤੇ 17 ਸੈਂਟੀਮੀਟਰ ਹੋਣ ਤਾਂ ਵੱਡੇ ਚੱਕਰ ਦੀ ਜੀਵਾ ਦੀ ਲੰਬਾਈ ਪਤਾ ਕਰੋ ਜੋ ਛੋਟੇ ਚੱਕਰ ਦੀ ਸਪਰਸ਼ ਰੇਖਾ ਹੋਵੇ। ਹੁਣ ਦੇਖੋ, ਇੱਕ ਜੀਵਾ ਅਸੀਂ ਖਿੱਚਣੀ ਆ। ਜੀਵਾ ਅਸੀਂ ਕਿਹਨੂੰ ਕਹਿੰਦੇ ਆ? ਕੌਰਡ ਆਫ ਸਰਕਲ ਜਿਹੜੀ ਆ ਉਹ ਕਿਹੜੀ ਹੁੰਦੀ ਆ? ਕੌਰਡ ਹੁੰਦੀ ਆ ਜਿਹੜੀ ਸਰਕਲ ਨੂੰ ਦੋਨੋਂ ਪਾਸਿਓਂ ਟੱਚ ਕਰੇ। ਹੁਣ ਵੱਡੇ ਸਰਕਲ ਦੀ ਕੌਰਡ ਖਿੱਚਣੀ ਆ, ਲੇਕਿਨ ਖਿੱਚਣੀ ਕਿਸ ਤਰ੍ਹਾਂ ਦੀ ਆ? ਜਿਹੜੀ ਛੋਟੇ ਸਰਕਲ ਨੂੰ ਸਪਰਸ਼ ਕਰਦੀ ਹੋਵੇ। ਹੁਣ ਆਹ ਦੇਖੋ, ਇਹਨੂੰ ਅਸੀਂ ਐਕਸਟਰਨਲ ਪੁਆਇੰਟ ਮੰਨ ਲੈਂਦੇ ਆ। ਹੁਣ ਡਾਇਗਰਾਮ ਦੇ ਹਿਸਾਬ ਨਾਲ ਤੁਸੀਂ ਇਹਨਾਂ ਦੇ ਜਿਹੜੇ ਨਾਮ ਨੇ ਉਹ ਤੁਸੀਂ ਜਿਹੜੇ ਮਰਜ਼ੀ ਰੱਖ ਲਓ। ਜਿਸ ਤਰ੍ਹਾਂ ਕੇਂਦਰ O ਲਿਆ ਵਾ, ਇੱਥੇ ਤੁਸੀਂ ਪੁਆਇੰਟ A ਲੈ ਲਓ। ਇਹ ਐਕਸਟਰਨਲ ਪੁਆਇੰਟ ਬਣ ਗਿਆ ਛੋਟੇ ਸਰਕਲ ਦਾ। ਹੁਣ ਇਹਦੇ ਨਾਲ ਅਸੀਂ ਇਹਦੇ ਇੱਕ ਸਪਰਸ਼ ਰੇਖਾ ਖਿੱਚਣੀ ਆ, ਅਤੇ ਉਹ ਇਹਦੇ ਨਾਲ ਟੱਚ ਕਰਕੇ ਜਾਏਗੀ। ਦੇਖੋ, A ਬਿੰਦੂ ਤੋਂ ਅਸੀਂ ਲੈ ਕੇ ਇਹਨੂੰ ਖਿੱਚਾਂਗੇ A ਤੋਂ। ਆਹ ਦੇਖੋ, ਇਹ ਬਣ ਗਈ ਇਸ ਤਰ੍ਹਾਂ। ਹੁਣ ਆਹ ਬਣ ਗਈ ਸਪਰਸ਼ ਰੇਖਾ, ਅਤੇ ਇਹ ਬਣ ਗਈ ਵੱਡੇ ਸਰਕਲ ਦੀ ਕੌਰਡ। ਕਿਉਂਕਿ ਸਰਕਲ ਨੂੰ ਦੋ ਪਾਸਿਓਂ ਟੱਚ ਕਰਦੀ ਹੈ, ਧਿਆਨ ਰੱਖਿਓ। ਅਤੇ ਇੱਥੇ ਇਹਦਾ ਬਣ ਗਿਆ ਸਪਰਸ਼ ਬਿੰਦੂ। ਹੁਣ ਇਹ ਸਪਰਸ਼ ਬਿੰਦੂ ਦਾ ਨਾਮ ਤੁਸੀਂ ਕੁਛ ਵੀ ਰੱਖ ਸਕਦੇ ਹੋ। ਇੱਥੇ ਮੰਨ ਲਓ ਮੈਂ ਨਾਮ ਰੱਖ ਲਿਆ P। ਹੁਣ ਇਹਦੇ ਨਾਲ ਬਣੇਗਾ ਇੱਥੇ ਅਰਧ ਵਿਆਸ। ਹੁਣ ਇਹਦਾ ਅਰਧ ਵਿਆਸ ਸਾਨੂੰ ਪਤਾ ਕਿ ਛੋਟੇ ਸਰਕਲ ਦਾ ਕਿੰਨਾ ਵਾ? 15 ਸੈਂਟੀਮੀਟਰ ਆ ਗਿਆ। ਵੱਡੇ ਸਰਕਲ ਦਾ ਅਰਧ ਵਿਆਸ ਸੀਗਾ 17 ਸੈਂਟੀਮੀਟਰ। ਅੰਦਰ ਤੱਕ 15 ਸੀ, ਅਤੇ ਪੂਰਾ ਕਿੰਨਾ ਹੋ ਗਿਆ? 17। ਹੁਣ ਇਹਦੀ ਬਣ ਗਈ ਸਪਰਸ਼ ਰੇਖਾ ਛੋਟੇ ਸਰਕਲ ਦੀ, ਲੇਕਿਨ ਵੱਡੇ ਸਰਕਲ ਦੀ ਕੀ ਆ? ਉਹ ਕੌਰਡ, ਜੀਵਾ। ਇਹ ਕੰਡੀਸ਼ਨ ਵਾ, ਇਸ ਕਰਕੇ ਇਹ ਡਾਇਗਰਾਮ ਇਸ ਤਰ੍ਹਾਂ ਦੀ ਬਣੀ। ਹੁਣ ਅਗਲੀ ਗੱਲ ਮੈਂ ਤੁਹਾਨੂੰ ਪਿੱਛੇ ਦੱਸਿਆ ਸੀ ਕਿ
ਸਾਡੇ ਕੋਲ ਆ ਗਿਆ ਕੁਐਸਚਨ ਨੰਬਰ 9 ਦਾ ਆਨਸਰ, ਜੋ ਉਹਨਾਂ ਨੇ ਸਾਨੂੰ ਕਿਹਾ ਸੀਗਾ ਕਿ ਫਾਈਂਡ ਕਰਨ ਵਾਸਤੇ ਕਿਹਾ ਸੀਗਾ ਕਿ ਲੈਂਥ ਜਿਹੜੀ ਫਾਈਂਡ ਕਰਨੀ ਆ ਕੋਡ ਦੀ ਏ ਬੀ ਦੀ, ਉਹ 8 ਜਮਾ 8 ਜਾਂ 2 ਮਲਟੀਪਲਾਈ 8 ਕਰਕੇ ਏ ਬੀ ਬਰਾਬਰ ਹੈ 16 ਸੈਂਟੀਮੀਟਰ। ਇਹ ਸਾਡਾ ਆਨਸਰ ਆ ਗਿਆ 9ਵੇਂ ਕੁਐਸਚਨ ਦਾ। ਚਲੋ ਦੇਖਦੇ ਹਾਂ ਨੈਕਸਟ ਕੁਐਸਚਨ, ਕੁਐਸਚਨ ਨੰਬਰ 10। ਆ ਦੇਖੋ ਬੱਚਿਓ, 10ਵਾਂ ਕੁਐਸਚਨ ਜਿਹੜਾ ਵਾ ਉਹਦੇ ਵਿੱਚ ਕੀ ਆ ਕਿ ਜੇਕਰ ਇੱਕ ਬਿੰਦੂ P ਤੋਂ ਉਹ ਕੇਂਦਰ ਵਾਲੇ ਕਿਸੇ ਚੱਕਰ ਤੇ PA ਤੇ PB ਸਪਰਸ਼ ਰੇਖਾਵਾਂ ਆਪਸ ਵਿੱਚ 80 ਡਿਗਰੀ ਦੇ ਕੋਣ ਤੇ ਝੁਕੀਆਂ ਹੋਣ, ਤਾਂ ਜਿਹੜਾ ਕੋਣ ਵਾ ਉਹ ਕਿਹੜਾ ਪਤਾ ਕਰਨਾ, POA ਪਤਾ ਕਰੋ ਵੀ ਉਹ ਕਿੰਨਾ ਹੋਏਗਾ। ਇਫ ਟੈਂਜੈਂਟਸ PA ਐਂਡ PB ਫਰੋਮ ਅ ਪੁਆਇੰਟ P to a circle with center O are inclined to each other at angle of 80 degree, then find the angle POA। ਚਲੋ ਇਹਦੀ ਬੱਚਿਓ ਮੈਂ ਤੁਹਾਨੂੰ ਡਾਇਗਰਾਮ ਬਣਾ ਕੇ ਤੇ ਫਿਰ ਸਮਝਾਉਣਾ ਕਿ ਅਸੀਂ ਸਟੇਟਮੈਂਟ 'ਚ ਜੋ ਪੜ੍ਹਿਆ ਉਹ ਕੀ ਆ ਤੇ ਅਸੀਂ ਇਹਨੂੰ ਸੋਲਵ ਕੀ ਕਰਨਾ ਵਾ। ਆ ਦੇਖੋ ਬੱਚਿਓ, ਸਭ ਤੋਂ ਪਹਿਲਾਂ ਅਸੀਂ ਡਾਇਗਰਾਮ ਬਣਾਵਾਂਗੇ। ਮੈਂ ਇੱਕ ਸਰਕਲ ਡਰਾ ਕਰ ਲਿਆ, ਇਹਦਾ ਕੇਂਦਰ O ਲੈ ਲਿਆ। ਹੁਣ ਕਹਿੰਦੇ ਕੀ ਆ, ਇੱਕ ਐਕਸਟਰਨਲ ਪੁਆਇੰਟ ਆ, ਇਹਦੇ ਬਾਹਰ ਇੱਕ ਪੁਆਇੰਟ ਵਾ ਇੱਥੇ ਕਿਤੇ, ਉਹ ਕਿਤੇ ਵੀ ਤੁਸੀਂ ਇੱਕ ਬਿੰਦੂ ਲੈ ਲਓ, ਉਹਦਾ ਨਾਮ ਮੰਨ ਲਓ ਮੈਂ ਰੱਖ ਲਿਆ P। ਹੁਣ ਕਹਿੰਦੇ ਇਹਦੇ ਤੋਂ ਜਿਹੜੀਆਂ ਸਪਰਸ਼ ਰੇਖਾਵਾਂ ਨੇ ਉਹ ਜਿੱਥੇ ਝੁਕਦੀਆਂ ਨੇ ਇਸ ਬਾਹਰੀ ਬਿੰਦੂ ਦੇ ਉੱਪਰ ਕਿੰਨੇ ਡਿਗਰੀ ਦਾ ਕੋਣ ਬਣਾਉਂਦੀਆਂ, 80 ਡਿਗਰੀ ਦਾ। ਸਭ ਤੋਂ ਪਹਿਲਾਂ ਤਾਂ ਮੈਂ ਸਪਰਸ਼ ਰੇਖਾਵਾਂ ਖਿੱਚਾਂਗਾ ਇਸ ਐਕਸਟਰਨਲ ਪੁਆਇੰਟ ਤੋਂ। ਤੁਸੀਂ ਵੀ ਨਾਲ ਨਾਲ ਡਾਇਗਰਾਮ ਬਣਾਓ, ਤੁਹਾਨੂੰ ਵੀ ਸਵਾਲ ਦੀ ਜ਼ਿਆਦਾ ਸਮਝ ਲੱਗੇਗੀ ਜਦੋਂ ਤੁਸੀਂ ਕੁਐਸਚਨ ਨੂੰ ਨਾਲ ਨਾਲ ਸੋਲਵ ਕਰੋਗੇ। ਆ ਦੇਖੋ, ਤੁਸੀਂ ਵੀ ਇਸ ਤਰ੍ਹਾਂ ਡਾਇਗਰਾਮ ਡਰਾ ਕਰੋ ਆਪਣੀ ਕਾਪੀ ਦੇ ਉੱਪਰ। ਇਹ ਇੱਕ ਸਪਰਸ਼ ਰੇਖਾ ਆ ਗਈ, ਇਹਦਾ ਇੱਥੇ ਜਿਹੜਾ ਵਾ ਸਪਰਸ਼ ਬਿੰਦੂ ਉਹਦਾ ਮੈਂ ਨਾਮ ਰੱਖ ਲਾਂਗਾ। ਉਸੇ ਤਰ੍ਹਾਂ ਹੀ ਦੂਸਰੇ ਪਾਸੇ ਇਹ ਸਪਰਸ਼ ਰੇਖਾ ਇੱਧਰ ਨੂੰ ਆ ਗਈ, ਇਹਦਾ ਵੀ ਮੈਂ ਇੱਕ ਇੱਥੇ ਨਾਮ ਰੱਖ ਲੈਣਾ। ਨਾਮ ਜੋ ਮਰਜ਼ੀ ਰੱਖ ਲਓ, ਬਾਹਰ ਮੈਂ P ਲਿਆ ਵਾ, ਮੰਨ ਲਓ ਇਹ ਬਿੰਦੂ A ਲੈ ਲਿਆ ਤੇ ਇਹ ਬਿੰਦੂ B ਲੈ ਲਿਆ। ਹੁਣ ਇਹਦੇ 'ਚ ਸਾਨੂੰ ਉਹਨਾਂ ਨੇ ਦੱਸਿਆ ਕੀ ਕੀ ਆ। ਪਹਿਲਾਂ ਤਾਂ ਅਸੀਂ ਇਹਦੇ ਰੇਡੀਅਸ ਡਰਾ ਕਰ ਲੈਂਦੇ ਹਾਂ। ਇਹ ਰੇਡੀਅਸ ਇੱਕ ਆ ਗਿਆ ਤੇ ਇੱਥੇ ਰੇਡੀਅਸ ਇਹਦਾ ਦੂਸਰਾ ਆ ਜਾਏਗਾ। ਹੁਣ ਆ ਵੀ ਆ ਗਿਆ। ਫਿਰ ਸਾਨੂੰ ਪਤਾ ਕਿ ਜਿਹੜੇ ਰੇਡੀਅਸ ਨੇ ਉਹ ਸਪਰਸ਼ ਰੇਖਾ ਨਾਲ ਕਿੰਨੇ ਡਿਗਰੀ ਦਾ ਕੋਣ ਬਣਾਉਂਦੇ ਆ, 90 ਡਿਗਰੀ ਦਾ। ਇਹ ਦੋਨੋਂ ਕੋਣ ਕਿੰਨੇ ਡਿਗਰੀ ਦੇ ਆ ਗਏ, 90 ਡਿਗਰੀ ਦੇ। ਜਿਹੜਾ ਕੋਣ ਇੱਥੇ ਬਣ ਰਿਹਾ ਵਾ, ਮੈਂ ਤੁਹਾਨੂੰ ਸਟੇਟਮੈਂਟ ਦਿਖਾਉਣਾ ਤੁਹਾਡੇ ਫਿਰ ਇਹਦੇ ਨਾਲ ਨਾਲ। ਆ ਦੇਖੋ, ਕਹਿੰਦੇ ਕਿ ਜੇਕਰ ਇੱਕ ਬਿੰਦੂ P ਤੋਂ, ਬਾਹਰੀ ਬਿੰਦੂ P ਸੀਗਾ, ਇੱਥੇ ਗਿਵਨ ਸੀਗਾ, ਮੈਂ ਇਸ ਕਰਕੇ ਉਹਦਾ ਨਾਮ P ਲੈ ਲਿਆ। ਉਹ ਕੇਂਦਰ ਸੀਗਾ, ਕੇਂਦਰ O ਲੈ ਲਿਆ। ਕਿਸੇ ਚੱਕਰ ਤੇ PA ਤੇ PB ਸਪਰਸ਼ ਰੇਖਾਵਾਂ ਆਪਸ ਵਿੱਚ 80 ਡਿਗਰੀ ਦੇ ਕੋਣ ਤੇ ਝੁਕੀਆਂ ਹੋਣ। ਹੁਣ 80 ਡਿਗਰੀ ਦੇ ਕੋਣ ਤੇ ਝੁਕੀਆਂ ਹੋਣ ਤੇ ਐਂਗਲ POA। ਹੁਣ ਆ ਦੇਖੋ, ਇੱਥੇ ਕੋਣ ਕਿੰਨੇ ਡਿਗਰੀ ਦਾ ਬਣ ਰਿਹਾ ਵਾ, 80 ਡਿਗਰੀ ਦਾ। ਇਹ ਕੋਣ ਹੈਗਾ ਜੇ 80 ਡਿਗਰੀ ਦਾ। ਤੇ ਪਤਾ ਕੀ ਕਰਨਾ ਵਾ, ਐਂਗਲ POA, ਯਾਨੀ ਕਿ ਮੈਂ ਇੱਥੋਂ ਇਹਨੂੰ ਡਾਇਗਰਾਮ ਨੂੰ ਡਰਾ ਕਰਾਂਗਾ, ਇੱਥੋਂ ਤੱਕ P ਤੋਂ O ਤੱਕ ਜਿਹੜੀ ਚੀਜ਼ ਅਸੀਂ ਪ੍ਰੂਵ ਕਰਨੀ ਆ। ਆ ਦੇਖੋ, ਸਾਨੂੰ ਚਾਹੀਦਾ ਐਂਗਲ POA, ਯਾਨੀ ਕਿ ਆਹ ਐਂਗਲ ਸਾਨੂੰ ਚਾਹੀਦਾ। ਇਹ ਕਿੰਨਾ ਹੋਏਗਾ, ਇਹ ਸਾਡਾ ਕੁਐਸਚਨ ਜੇ। ਹੁਣ ਇਹਨੂੰ ਕਿਸ ਤਰ੍ਹਾਂ ਪ੍ਰੂਵ ਕਰਨਾ, ਦੇਖੋ ਮੈਂ ਤੁਹਾਨੂੰ ਪਿੱਛੇ ਵੀ ਜਿਹੜੇ ਕੁਐਸਚਨ ਕਰਾਏ ਸੀਗੇ ਉਹ 'ਚ ਦੱਸਿਆ ਸੀ ਕਿ ਆਹ ਸਾਡੇ ਕੋਲ ਇੱਕ ਚਤੁਰਭੁਜ ਬਣ ਗਈ ਆ, AOBP ਜਾਂ PAOB, PBOA, ਜਿੱਧਰੋਂ ਮਰਜ਼ੀ ਨਾਮ ਲੈ ਲਓ ਇਹਦਾ। ਇਹ ਚਤੁਰਭੁਜ ਦੇ ਚਾਰਾਂ ਕੋਣਾਂ ਦਾ ਜੋੜ ਕਿੰਨਾ ਹੁੰਦਾ, ਕਿ ਕੋਈ ਵੀ ਚਤੁਰਭੁਜ ਹੋਏ ਉਹਦੇ ਚਾਰਾਂ ਕੋਣਾਂ ਦਾ ਜੋੜ 360 ਡਿਗਰੀ। ਇਹਦੇ 'ਚ ਸਾਡੇ ਕੋਲ ਆਹ ਕੋਣ 90, ਆਹ ਵੀ ਕੋਣ 90 ਤੇ ਆਹ 80, ਤੇ ਅਸੀਂ ਆਹ ਪੂਰਾ ਕੋਣ ਲੱਭ ਲਾਂਗੇ। ਸਾਡੇ ਕੋਲ ਆਹ ਪੂਰਾ ਕੋਣ ਆਏਗਾ ਇੱਥੋਂ ਲੈ ਕੇ ਇੱਥੋਂ ਤੱਕ। ਉਹ ਕੋਣ ਕਿਹੜਾ ਹੋਏਗਾ, AO ਤੇ B। ਅਸੀਂ ਇਹ ਕੋਣ ਫਾਈਂਡ ਕਰ ਲਾਂਗੇ। ਉਹਦੇ ਤੋਂ ਫਿਰ ਅਸੀਂ ਅੱਗੇ ਦੇਖਾਂਗੇ ਕਿ ਆਹ ਕੋਣ ਅਸੀਂ ਕਿਸ ਤਰ੍ਹਾਂ ਲੱਭਣਾ, ਵੀ ਜਿਹੜਾ POA ਕੋਣ ਵਾ ਉਹ ਅਸੀਂ ਕਿਸ ਤਰ੍ਹਾਂ ਫਾਈਂਡ ਕਰਨਾ।
ਚਲੋ ਇਹਨੂੰ ਕਰਦੇ ਹਾਂ ਨਾਲ ਨਾਲ ਸੋਲਵ। ਸਭ ਤੋਂ ਪਹਿਲਾਂ ਅਸੀਂ ਲਿਖਾਂਗੇ ਕਿਉਂਕਿ ਅਸੀਂ ਕੰਡੀਸ਼ਨ ਦੱਸਣੀ ਆ ਵੀ ਆਹ ਜਿਹੜੇ ਕੋਣ 90 ਡਿਗਰੀ ਦੇ ਬਣੇ ਆ ਉਹਦੇ ਬਾਰੇ। ਸਭ ਤੋਂ ਪਹਿਲਾਂ ਕੀ ਅਸੀਂ ਲਿਖਾਂਗੇ ਕਿਉਂਕਿ ਬਾਹਰੀ ਬਿੰਦੂ ਕਿਹੜਾ ਬਾਹਰੀ ਬਿੰਦੂ ਸੀਗਾ P। ਬਾਹਰੀ ਬਿੰਦੂ P ਤੋਂ ਚੱਕਰ 'ਤੇ ਦੋ ਸਪਰਸ਼ ਰੇਖਾਵਾਂ ਅਸੀਂ ਖਿੱਚੀਆਂ, ਉਹਦਾ ਨਾਂ ਕੀ ਆ PA ਅਤੇ PB। ਇਹ ਦੋ ਅਸੀਂ ਸਪਰਸ਼ ਰੇਖਾਵਾਂ ਖਿੱਚੀਆਂ ਨੇ PA ਅਤੇ PB ਦਾ ਮੈਂ ਡਾਇਗਰਾਮ ਦੇ ਉੱਪਰ ਦਿਖਾਇਆ ਸੀਗਾ। ਖਿੱਚੀਆਂ ਗਈਆਂ ਸਪਰਸ਼ ਰੇਖਾਵਾਂ ਹਨ। ਹੁਣ ਇਹਦੇ 'ਚ ਕਿਹੜਾ ਕਿਹੜਾ ਐਂਗਲ ਕਿੰਨਾ ਬਣ ਗਿਆ ਸੀਗਾ। ਦੇਅਰਫੋਰ ਐਂਗਲ OAP ਮੈਂ ਤੁਹਾਨੂੰ ਇੱਥੋਂ ਦਿਖਾ ਦਿੰਦਾ ਵਾਂ। ਆ ਦੇਖੋ ਡਾਇਗਰਾਮ 'ਚ ਐਂਗਲ OAP ਇਹ ਐਂਗਲ 90 ਡਿਗਰੀ ਦਾ। ਇਸ ਤਰ੍ਹਾਂ ਐਂਗਲ OBP ਇਹ ਵੀ 90 ਡਿਗਰੀ। ਹੁਣ ਇਹ ਦੋਨੋਂ ਐਂਗਲਾਂ ਬਾਰੇ ਇੱਥੇ ਲਿਖ ਲਾਂਗੇ। ਪਹਿਲਾਂ ਅਸੀਂ ਐਂਗਲ OAP 90 ਡਿਗਰੀ, ਦੂਸਰਾ ਐਂਗਲ OBP ਵੀ ਕਿੰਨਾ ਆ ਗਿਆ, ਉਹ ਵੀ 90 ਡਿਗਰੀ, ਕਿਉਂਕਿ ਅਰਧ ਵਿਆਸ ਅਤੇ ਸਪਰਸ਼ ਰੇਖਾ ਦੇ ਜਿਹੜੇ ਸਪਰਸ਼ ਬਿੰਦੂ 'ਤੇ ਜਿਹੜੇ ਬਣਿਆ ਕੋਣ ਵਾ ਉਹ ਵਾਲਾ। ਹੁਣ ਸਾਨੂੰ ਆਹ ਐਂਗਲ ਇੱਕ 80 ਡਿਗਰੀ ਦਿੱਤਾ ਹੋਇਆ ਵਾ। ਉਹ ਐਂਗਲ ਕਿਹੜਾ ਵਾ APB ਆਹ ਵਾਲਾ APB। ਇਹ ਕਿੰਨਾ ਦਿੱਤਾ ਹੋਇਆ ਸਾਨੂੰ 80 ਡਿਗਰੀ। ਉਹ ਵੀ ਨਾਲ ਇੱਥੇ ਲਿਖ ਲਓ ਵੀ ਜਿਹੜਾ ਐਂਗਲ APB ਆ ਉਹ ਕਿੰਨਾ ਹੈਗਾ 80 ਡਿਗਰੀ। ਹੁਣ ਜਿੱਦਾਂ ਦਾ ਮੈਂ ਦੱਸਿਆ ਸੀ ਵੀ ਚਤੁਰਭੁਜ ਲੈ ਲੈਣੀ ਆ ਅਤੇ ਫਿਰ ਉਹਦੇ 'ਚ ਅਸੀਂ ਪ੍ਰੂਵ ਕਰ ਲਾਂਗੇ ਵੀ ਜਿਹੜਾ ਇੱਕ ਐਂਗਲ ਵਾ ਉਹ ਜਿਹੜਾ ਬਚਿਆ ਉਹ ਕਿੰਨੇ ਡਿਗਰੀ ਦਾ ਹੋਏਗਾ। ਚਤੁਰਭੁਜ OAPB ਵਿੱਚ ਜਿਹੜੀ ਮਰਜ਼ੀ ਨਾਮ ਇਹਦਾ ਲਿਖ ਲਓ। ਉਹ 'ਚ ਜਿਹੜੇ ਚਾਰੇ ਕੋਣ ਆ ਉਹ ਲਿਖਾਂਗੇ ਅਸੀਂ ਕਿ ਜਿਹੜੇ ਚਾਰ ਕੋਣ ਬਣਦੇ ਨੇ ਉਹ ਕਿਸ ਤਰ੍ਹਾਂ ਨੇ। ਅਸੀਂ ਲਿਖ ਲਾਂਗੇ ਐਂਗਲ AOB ਜਿਹੜਾ ਅਸੀਂ ਲੱਭਣਾ ਵਾ। ਬਾਕੀ ਜਿਹੜੇ ਐਂਗਲ ਸਾਨੂੰ ਦਿੱਤੇ ਹੋਏ ਨੇ ਉਹ ਅਸੀਂ ਲਿਖ ਲਾਂਗੇ OAP ਇਹ ਉੱਪਰ ਹੀ ਨਾਮ ਲਿਖਿਆ, ਫਿਰ OBP ਅਤੇ ਪਲੱਸ ਐਂਗਲ APB। ਇਹ ਸਾਰੇ ਮਿਲ ਕੇ ਕਿੰਨਾ ਕੋਣ ਬਣਾਉਂਦੇ ਆ 360 ਡਿਗਰੀ। ਇਹਦੇ ਨਾਲ ਜੇ ਕੰਡੀਸ਼ਨ ਲਿਖਣੀ ਹੋਏਗੀ ਤਾਂ ਤੁਸੀਂ ਲਿਖ ਸਕਦੇ ਹੋ ਚਤੁਰਭੁਜ ਦੇ ਸਾਰੇ ਕੋਣਾਂ ਦਾ ਜੋੜ। ਚਤੁਰਭੁਜ ਦੇ ਸਾਰੇ ਕੋਣਾਂ ਦਾ ਜੋੜ ਜਾਂ ਚਾਰਾਂ ਕੋਣਾਂ ਦਾ ਜੋੜ 360 ਡਿਗਰੀ। ਇਹ ਕੰਡੀਸ਼ਨ ਲਗਾ ਦਿੱਤੀ ਨਾਲ। ਹੁਣ ਇੱਥੇ ਵੈਲਿਊਜ਼ ਪੁੱਟ ਕਰ ਦਿਓ। ਐਂਗਲ AOB ਪਲੱਸ ਇਹ ਵਾਲਾ ਐਂਗਲ 90 ਡਿਗਰੀ ਪਲੱਸ ਇਹ ਵੀ 90 ਡਿਗਰੀ, ਅਗਲਾ ਐਂਗਲ 80 ਡਿਗਰੀ ਜਿਹੜਾ ਸਾਨੂੰ ਦਿੱਤਾ ਹੈ, ਅਤੇ ਇੱਧਰ ਇਕੁਅਲ ਟੂ 360। ਹੁਣ ਸਾਰਿਆਂ ਨੂੰ ਪਲੱਸ ਕਰ ਲਓ। ਐਂਗਲ AOB ਪਲੱਸ 90 90 180 ਅਤੇ ਜਿਸ ਵਿੱਚ 80 ਹੋਰ ਜੋੜ ਦਿੱਤੇ ਅਤੇ ਕਿੰਨੇ ਆ ਗਏ 260। 260 ਡਿਗਰੀ ਬਰਾਬਰ 360। ਹੁਣ ਇੱਧਰ ਕੀ ਆ ਜਾਏਗਾ ਇੱਥੇ ਐਂਗਲ AOB ਇਜ਼ ਇਕੁਅਲ ਟੂ 360 ਡਿਗਰੀ ਮਾਈਨਸ 260 ਡਿਗਰੀ। ਪਲੱਸ ਵਾਲਾ ਇੱਧਰ ਆ ਕੇ ਮਾਈਨਸ ਦਾ ਹੋ ਜਾਏਗਾ ਅਤੇ ਇੱਥੋਂ ਸਾਡੇ ਕੋਲ AOB ਦੀ ਵੈਲਿਊ ਕਿੰਨੀ ਆ ਜਾਏਗੀ 100 ਡਿਗਰੀ। ਇਹ ਸਾਡੇ ਕੋਲ ਐਂਗਲ AOB ਆ ਗਿਆ। ਕਿਹੜਾ ਐਂਗਲ ਆਇਆ AOB ਆ ਦੇਖੋ ਡਾਇਗਰਾਮ ਦੇ ਵਿੱਚ ਆਹ ਵਾਲਾ ਐਂਗਲ ਪੂਰਾ ਬਾਹਰੋਂ ਇਹ ਕਿੰਨਾ ਆ ਗਿਆ 100 ਡਿਗਰੀ। ਹੁਣ ਅਸੀਂ ਪ੍ਰੂਵ ਕਿੰਨਾ ਕਰਨਾ ਵਾ ਸਿਰਫ ਐਂਗਲ POA ਇੱਥੋਂ ਤੱਕ ਐਂਗਲ ਜਿਹੜਾ ਵਾ ਆਹ ਵਾਲਾ POA ਆਹ ਐਂਗਲ ਦੱਸਣਾ ਕਿ ਇਹ ਕਿੰਨਾ ਵਾ। ਇਹ ਐਂਗਲ ਦੱਸਣ ਵਾਸਤੇ ਅਸੀਂ ਕੀ ਕਰਾਂਗੇ, ਸਾਡੇ ਕੋਲ ਦੋ ਟਰਾਇੰਗਲਸ ਬਣ ਰਹੀਆਂ ਨੇ। ਇੱਕ ਟਰਾਇੰਗਲ ਹੈਗੀ ਜੇ AOP ਆਹ ਵਾਲੀ ਟਰਾਇੰਗਲ, ਅਤੇ ਦੂਸਰੀ ਟਰਾਇੰਗਲ ਕਿਹੜੀ ਆ ਟਰਾਇੰਗਲ BOP। ਇਹ ਦੋਨੋਂ ਟਰਾਇੰਗਲਸ ਨੂੰ ਅਸੀਂ ਕਾਂਗਰੂਐਂਟ ਪ੍ਰੂਵ ਕਰਾਂਗੇ, ਅਤੇ ਜਦੋਂ ਕਾਂਗਰੂਐਂਟ ਪ੍ਰੂਵ ਕਰਾਂਗੇ ਤਾਂ CPCT ਨਾਲ ਆ ਅਤੇ ਆ ਐਂਗਲ ਦੋਨੋਂ ਬਰਾਬਰ ਆ ਜਾਣਗੇ, ਅਤੇ ਫਿਰ ਅਸੀਂ ਇਹਨੂੰ ਬਰਾਬਰ ਐਂਗਲਸ ਆਉਣਗੇ, ਯਾਨੀ ਕਿ ਜੇ ਆ 100 ਡਿਗਰੀ ਆ ਅਤੇ ਦੋਨਾਂ ਆਪਸ ਵਿੱਚ ਵੰਡੇ ਜਾਣਗੇ, ਅੱਧਾ ਅੱਧਾ ਹੋ ਜਾਏਗਾ, ਅਤੇ ਇਹਨੂੰ ਅਸੀਂ 2 ਨਾਲ ਡਿਵਾਈਡ ਕਰਾਂਗੇ ਅਤੇ ਸਾਡੇ ਕੋਲ ਆਹ ਵਾਲਾ ਐਂਗਲ ਆ ਜਾਏਗਾ। ਹੁਣ ਦੇਖੋ ਕਾਂਗਰੂਐਂਟ ਪ੍ਰੂਵ ਕਰਾਂਗੇ ਪਹਿਲਾਂ ਅਸੀਂ, ਸਾਨੂੰ ਪਤਾ ਲੱਗ ਗਿਆ ਵੀ ਜੇ ਆਹ ਐਂਗਲ 100 ਆ
ਤੇ ਜੇ ਇਹ ਦੋਨੋਂ ਕੋਣ ਬਰਾਬਰ ਆਉਂਦੇ ਆ ਕਾਂਗਰੂਐਂਟ ਟਰਾਇੰਗਲਸ ਦੇ ਵਿੱਚ CPCT ਪਾਰਟ ਨਾਲ, ਤੇ ਫਿਰ ਇਹਨੂੰ 2 ਨਾਲ ਡਿਵਾਈਡ ਕਰਾਂਗੇ ਤੇ 50 ਡਿਗਰੀ ਆਂਸਰ ਆਏਗਾ। ਤੇ ਚਲੋ ਇਹਨੂੰ ਅਸੀਂ ਸੋਲਵ ਕਰਕੇ ਅੱਗੇ ਦੇਖਦੇ ਹਾਂ ਕਿ ਲਿਖਣਾ ਅਸੀਂ ਕਿਸ ਤਰ੍ਹਾਂ ਵਾ ਇਹਨੂੰ। ਕੀ ਲਿਖਾਂਗੇ? ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਿਆ 2 ਟਰਾਇੰਗਲ ਬਣੀਆਂ ਨੇ AOP, ਤੇ ਦੂਸਰੀ ਟਰਾਇੰਗਲ ਕਿਹੜੀ ਬਣੀ ਆ? ਟਰਾਇੰਗਲ BOP ਵਿੱਚ। ਇਹਨਾਂ ਦੋਨਾਂ ਟਰਾਇੰਗਲਸ ਵਿੱਚ ਅਸੀਂ ਦੇਖਾਂਗੇ ਕਿਹੜੇ ਕਿਹੜੇ ਪਾਰਟਸ ਇਕੁਅਲ ਨੇ। ਤੇ ਸਭ ਤੋਂ ਪਹਿਲਾਂ ਐਂਗਲ PAO ਇਹ ਕਿਹਦੇ ਬਰਾਬਰ ਵਾ? ਐਂਗਲ PBO ਦੇ। PAO ਇਕੁਅਲ ਟੂ PBO, ਇਹ ਦੋਨੋਂ ਐਂਗਲ ਕਿੰਨੇ ਡਿਗਰੀ ਦੇ ਨੇ? 90 ਡਿਗਰੀ ਦੇ, ਹਰੇਕ 90 ਡਿਗਰੀ ਦਾ, 90 ਡਿਗਰੀ ਈਚ। ਉਸ ਤੋਂ ਬਾਅਦ ਅਗਲੀ ਜਿਹੜੀ ਗੱਲ ਆ ਉਹ ਕੀ ਹੈ ਇਹਦੇ 'ਚ? OA ਇਜ਼ ਇਕੁਅਲ ਟੂ OB। ਤੁਸੀਂ ਡਾਇਗਰਾਮ ਨਾਲ ਨਾਲ ਦੇਖੀ ਜਾਓ। ਇਹ ਜਿਹੜੀ ਲਾਈਨ ਜਿਹੜੀ ਆ, ਇਹ OA ਤੇ OB ਕੀ ਨੇ? ਅਰਧ ਵਿਆਸ। ਇਹ ਬਰਾਬਰ ਹੁੰਦੇ ਨੇ, ਅਰਧ ਵਿਆਸ ਨੇ। ਇਹ ਅਰਧ ਵਿਆਸ ਆਪਸ ਵਿੱਚ ਬਰਾਬਰ ਹੁੰਦੇ ਨੇ। ਇਹ ਵਾਲੀ ਭੁਜਾ ਬਣ ਗਈ ਇੱਕ, ਇਹ ਬਰਾਬਰ ਹੋ ਗਈ। ਉਸ ਤੋਂ ਬਾਅਦ ਜਿਹੜਾ OP, ਇਹ OP ਦੇ ਬਰਾਬਰ ਵਾ। ਸੈਂਟਰ ਵਾਲੀ ਲਾਈਨ ਜਿਹੜੀ ਆ, ਬਿਲਕੁਲ ਤੁਸੀਂ ਡਾਇਗਰਾਮ ਨੂੰ ਨਾਲ ਨਾਲ ਚੈੱਕ ਕਰਦੇ ਰਹੋ। OP ਇਜ਼ ਇਕੁਅਲ ਟੂ OP, ਇਹ ਕੀ ਆ? ਕਰਨ, ਹਾਈਪੋਟੀਨਿਊਸ, ਤੇ ਨਾਲ ਕੀ ਆ ਇਹਦੇ? ਸਾਂਝਾ। ਇਹ ਦੋਨੋਂ ਕਾਮਨ ਸਾਈਡਾਂ ਨੇ, ਕਰਨ ਵਾ ਤੇ ਸਾਂਝਾ ਵਾ। ਇਹ ਅਸੀਂ ਇੱਥੇ ਲਿਖ ਲਿਆ। ਇਹ ਸਾਡੇ ਕੋਲ ਤਿੰਨੇ ਕੰਡੀਸ਼ਨਾਂ ਆ ਗਈਆਂ। ਹੁਣ ਇੱਕ ਐਂਗਲ ਆ ਗਿਆ ਤੇ 2 ਸਾਡੇ ਕੋਲ ਸਾਈਡਾਂ ਆ ਗਈਆਂ। ਤੇ ਫਿਰ ਕਿਹੜਾ ਰੂਲ ਲੱਗਾ ਇੱਥੇ ਇਹਦੇ 'ਚ? ਜਿਹੜਾ ਇੱਕ ਐਂਗਲ ਆਇਆ ਜੀ ਉਹ ਧਿਆਨ ਨਾਲ ਦੇਖਿਓ, ਉਹ ਕਿਹੜਾ ਆਇਆ? ਰਾਈਟ ਐਂਗਲ 90 ਡਿਗਰੀ। ਇੱਕ ਸਾਡੇ ਕੋਲ ਕਰਨ ਆ ਗਿਆ ਹਾਈਪੋਟੀਨਿਊਸ, ਤੇ ਇੱਕ ਸਾਈਡ ਆ ਗਈ। ਤੇ ਇਸ ਕਰਕੇ ਕੀ ਲਿਖਾਂਗੇ? RHS ਸਰਬੰਗ ਸਮਤਾ ਅਨੁਸਾਰ, ਰਾਈਟ ਐਂਗਲ ਹਾਈਪੋਟੀਨਿਊਸ ਤੇ ਸਾਈਡ RHS ਦੇ ਅਨੁਸਾਰ ਜਿਹੜੀ ਟਰਾਈਐਂਗਲ ਆ ਉਹ AOP ਜਿਹੜੀ ਆ ਉਹ ਕਾਂਗਰੂਐਂਟ ਹੋ ਗਈ, ਯਾਨੀ ਸਰਬੰਗ ਸਮ ਹੋ ਗਈ ਕਿਹਦੀ? ਟਰਾਈਐਂਗਲ ਦੇ, ਟਰਾਈਐਂਗਲ BOP ਦੇ। ਹੁਣ ਸਾਡੇ ਕੋਲ 2 ਐਂਗਲ ਸੀਗੇ ਜਿਹੜੇ ਅਸੀਂ ਪ੍ਰੂਵ ਕਰਨੇ ਆ। ਉਹ CPCT ਪਾਰਟ ਸਾਡੇ ਕੋਲ ਆ ਜਾਏਗਾ। ਐਂਗਲ POA ਇਜ਼ ਇਕੁਅਲ ਟੂ ਐਂਗਲ POB। ਇਹ ਦੋਨੋਂ ਐਂਗਲ ਬਰਾਬਰ ਹੋਣਗੇ। ਤੇ ਇਹ ਕਿਹਦੇ ਦੁਆਰਾ ਬਰਾਬਰ ਹੋਏ ਨੇ? CPCT, ਯਾਨੀ ਕਿ ਕੋਰਸਪੋਂਡਿੰਗ ਪਾਰਟਸ ਆਫ ਕਾਂਗਰੂਐਂਟ ਟਰਾਈਐਂਗਲਸ। ਇਹ ਸਾਡੇ ਕੋਲ ਆ ਗਏ। ਇਹ ਸਾਡੇ ਕੋਲ ਇਹ ਦੋਨੋਂ ਇਕੁਅਲ ਆ ਗਏ। ਹੁਣ ਸਾਡੇ ਕੋਲ ਐਂਗਲ ਕਿੰਨਾ ਆਇਆ ਸੀਗਾ? ਐਂਗਲ ਸਾਡੇ ਕੋਲ ਆਇਆ ਸੀ 100 ਡਿਗਰੀ। ਤੁਸੀਂ ਆਪਣੀ ਕਾਪੀ ਦੇ ਉੱਪਰ ਨਾਲ ਨਾਲ ਦੇਖੋ, ਜਿੱਥੇ ਤੁਸੀਂ ਲਿਖ ਰਹੇ ਹੋ ਉਹ ਸਾਡੇ ਕੋਲ ਜਿਹੜਾ ਐਂਗਲ ਆਇਆ ਸੀਗਾ 100 ਡਿਗਰੀ ਮਾਈਨਸ ਕਰਕੇ, ਉਹ ਐਂਗਲ ਸੀਗਾ AOB। ਤੇ ਇਹ ਦੋਨੋਂ ਐਂਗਲ ਜਿਹੜੇ ਨੇ AOB ਦੇ ਵਿੱਚੋਂ ਨਿਕਲੇ ਨੇ, ਦੋਨੋਂ ਬਰਾਬਰ ਨੇ। ਤੇ ਇਸ ਕਰਕੇ ਆਹ ਐਂਗਲ ਤੇ ਆਹ ਐਂਗਲ ਜੇ ਬਰਾਬਰ ਵਾ, ਤੇ ਇਹ ਕਿਹਦੇ ਬਰਾਬਰ ਹੋਏਗਾ? ਐਂਗਲ POA ਇਜ਼ ਇਕੁਅਲ ਟੂ ਕਿਹਦੇ ਬਰਾਬਰ ਹੋਏਗਾ? ਪੂਰੇ ਐਂਗਲ ਦਾ ਹਾਫ, ਕਿਉਂਕਿ ਦੋਨੋਂ ਸਾਈਡਾਂ ਬਰਾਬਰ ਨੇ ਇਸ ਕਰਕੇ। ਤੇ 2 ਨਾਲ ਇਹਨੂੰ ਕੱਟ ਕਰ ਦਿਓ ਤੇ ਕਿੰਨਾ ਆ ਗਿਆ? 50। ਤੇ ਐਂਗਲ POA ਇਜ਼ ਇਕੁਅਲ ਟੂ 50 ਡਿਗਰੀ ਆਂਸਰ। ਇਹ ਸਾਡੇ ਕੋਲ ਐਂਗਲ ਆ ਗਿਆ। ਹੁਣ ਤੁਸੀਂ ਇਹਨੂੰ ਬੱਚਿਓ ਦੂਸਰੇ ਤਰੀਕੇ ਨਾਲ ਵੀ ਲਿਖ ਸਕਦੇ ਹੋ। ਦੇਖੋ, ਜੇ ਤੁਹਾਨੂੰ ਇਸ ਤਰ੍ਹਾਂ ਨਹੀਂ ਸਮਝ ਲੱਗੀ ਜਾਂ ਨਹੀਂ ਲੱਗਦਾ ਕਿ ਇਸ ਤਰ੍ਹਾਂ ਲਿਖਣਾ ਵਾ, ਤਾਂ ਤੁਸੀਂ ਕੀ ਲਿਖ ਸਕਦੇ ਹੋ? ਜਿਹੜਾ ਐਂਗਲ ਪੂਰਾ 100 ਡਿਗਰੀ ਆਇਆ ਸੀਗਾ, ਉਹ ਸਾਡੇ ਕੋਲ ਕਿਹੜਾ ਐਂਗਲ ਸੀਗਾ? ਉਹਦਾ ਸਭ ਤੋਂ ਪਹਿਲਾਂ ਤੁਸੀਂ ਨਾਮ ਲਿਖੋਗੇ, ਐਂਗਲ AOB ਇਜ਼ ਇਕੁਅਲ ਟੂ 100 ਡਿਗਰੀ। ਹੁਣ AOB ਐਂਗਲ ਕਿਹਦੇ ਬਰਾਬਰ ਵਾ? ਐਂਗਲ POA ਪਲੱਸ ਐਂਗਲ POB ਦੇ। ਇਹ ਦੋਨੋਂ ਮਿਲ ਕੇ ਕਿੰਨਾ ਬਣਾਇਆ? 100 ਡਿਗਰੀ। ਹੁਣ POA ਤੇ POB ਅਸੀਂ ਪ੍ਰੂਵ ਕੀਤਾ ਵਾ ਕਿ ਦੋਨੋਂ ਇਕੁਅਲ ਨੇ। ਤੇ ਮੈਂ ਇੱਥੇ ਇਹਨਾਂ ਦਾ ਨਾਮ ਇੱਕੋ ਲਿਖ ਦਿੰਦਾ, POA ਪਲੱਸ ਐਂਗਲ POA ਇਜ਼ ਇਕੁਅਲ ਟੂ 100 ਡਿਗਰੀ। ਹੁਣ ਆਹ ਕਿੰਨਾ ਆ ਗਿਆ? 2 ਐਂਗਲ POA ਬਰਾਬਰ 100 ਡਿਗਰੀ। ਤੇ ਇਹਦੇ 'ਚੋਂ ਐਂਗਲ POA ਬਰਾਬਰ ਹੈ 100 ਡਿਗਰੀ ਦਾ। 2 ਇੱਧਰ ਆ ਕੇ ਇਹਨੂੰ ਡਿਵਾਈਡ ਕਰੇਗਾ, ਤੇ 2 ਨਾਲ ਇਹਨੂੰ ਕਟਿੰਗ ਕੀਤੀ ਤੇ 50 ਆ ਗਿਆ। ਤੇ ਐਂਗਲ POA ਇਜ਼ ਇਕੁਅਲ ਟੂ 50 ਡਿਗਰੀ।
ਬਿਲਕੁਲ ਉਹੀ, ਚਾਹੇ ਤੁਸੀਂ ਸਿੱਧਾ ਲਿਖ ਦਿਓ ਅਤੇ ਜਾਂ ਤੁਸੀਂ ਇਹ ਇਸ ਤਰ੍ਹਾਂ ਕਰਕੇ ਪੂਰਾ ਫਿਰ ਸੋਲਵ ਕਰਕੇ ਲਿਖ ਸਕਦੇ ਹੋ। ਇਹ ਸੀਗਾ ਸਾਡਾ ਕੁਐਸਚਨ ਨੰਬਰ 10। ਇਹਦਾ ਆਨਸਰ ਆ ਗਿਆ ਸਾਡੇ ਕੋਲ ਐਂਗਲ POA ਕਿੰਨਾ ਹੋਏਗਾ 50 ਡਿਗਰੀ। ਚਲੋ ਦੇਖਦੇ ਹਾਂ ਨੈਕਸਟ ਕੁਐਸਚਨ। ਆ ਦੇਖੋ ਬੱਚਿਓ 11ਵੇਂ ਕੁਐਸਚਨ 'ਚ ਕੀ ਦੱਸਿਆ ਸਟੇਟਮੈਂਟ ਦੇਖੋ, ਹੇਠ ਦਿੱਤੇ ਚਿੱਤਰ ਵਿੱਚ O ਕੇਂਦਰ ਵਾਲੇ ਚੱਕਰ ਦੀ PT ਇੱਕ ਸਪਰਸ਼ ਰੇਖਾ ਹੈ। ਜੇਕਰ PT 12 ਸੈਂਟੀਮੀਟਰ AP 8 ਸੈਂਟੀਮੀਟਰ ਹੋਵੇ ਤਾਂ ਚੱਕਰ ਦਾ ਅਰਧ ਵਿਆਸ ਪਤਾ ਕਰੋ। ਇਨ ਦਾ ਬਿਲੋ ਫਿਗਰ PT ਇਜ਼ tangent to a circle with center O, PT is equal to 12 centimeter, AP is equal to 8 centimeter. Find the radius of the circle। ਅਸੀਂ ਇਹ 'ਚ ਸਰਕਲ ਦਾ ਰੇਡੀਅਸ ਫਾਈਂਡ ਕਰਨਾ ਵਾ। ਆਹ ਸਾਨੂੰ ਡਾਇਗਰਾਮ ਦਿੱਤੀ ਹੋਈ ਆ, ਆਹ ਦੇਖੋ ਧਿਆਨ ਨਾਲ। ਇਹਦੇ ਵਿੱਚ ਕੀ ਆ, ਜਿਹੜਾ ਆਹ ਐਕਸਟਰਨਲ ਪੁਆਇੰਟ P ਆ ਉਹਦੇ ਤੋਂ T ਇੱਕ ਜਿਹੜਾ ਟੈਂਜੈਂਟ ਬਣਾਇਆ ਯਾਨੀ ਕਿ ਸਪਰਸ਼ ਰੇਖਾ ਵਾ, ਉਹ ਕੇਂਦਰ ਵਾ, ਉੱਥੋਂ OP ਦਿੱਤੀ ਆ ਅਤੇ OA ਅਤੇ OT ਇਹ ਦੋਨੋਂ ਚੱਕਰ ਦੇ ਅਰਧ ਵਿਆਸ ਬਣਦੇ ਜੇ। ਸਾਨੂੰ ਉਹਨਾਂ ਨੇ ਕਿਹਾ ਕਿ ਅਸੀਂ ਅਰਧ ਵਿਆਸ ਦੀ ਲੰਬਾਈ ਪਤਾ ਕਰਨੀ ਆ। ਸਾਨੂੰ ਇੱਥੇ ਆ ਜਿਹੜਾ PT ਆ ਇਹ ਦਿੱਤਾ 12 ਸੈਂਟੀਮੀਟਰ ਅਤੇ AP 8 ਸੈਂਟੀਮੀਟਰ। ਇਹੀ ਡਾਇਗਰਾਮ ਮੈਂ ਕਾਪੀ ਦੇ ਉੱਪਰ ਇਸੇ ਤਰ੍ਹਾਂ ਡਰਾ ਕਰਕੇ ਫਿਰ ਮੈਂ ਤੁਹਾਨੂੰ ਸਾਰਾ ਲਿਖ ਕੇ ਦੱਸਦਾ ਵਾਂ। ਆਹ ਦੇਖੋ ਬੱਚਿਓ, ਮੈਂ ਸੇਮ ਡਾਇਗਰਾਮ ਜਿਸ ਤਰ੍ਹਾਂ ਬੁੱਕ ਵਿੱਚ ਦਿੱਤੀ ਆ ਇੱਥੇ ਡਰਾ ਕਰ ਲਈ ਆ। ਹੁਣ ਜਿਹੜਾ ਸਾਨੂੰ ਗਿਵਨ ਆ ਉਹ ਕੀ ਆ, PT ਜਿਹੜੀ ਸਪਰਸ਼ ਰੇਖਾ ਵਾ ਉਹਦੀ ਜਿਹੜੀ ਲੰਬਾਈ ਸਾਨੂੰ ਦਿੱਤੀ ਹੋਈ ਆ ਕਿੰਨੀ ਆ 12 ਸੈਂਟੀਮੀਟਰ। ਅਸੀਂ ਇੱਥੇ ਲਿਖ ਲਾਂਗੇ 12 ਸੈਂਟੀਮੀਟਰ। ਦੂਸਰੇ ਪਾਸੇ ਸਾਨੂੰ AP ਦੀ ਲੰਬਾਈ ਦਿੱਤੀ ਆ ਇੱਥੋਂ ਲੈ ਕੇ ਅਤੇ ਇੱਥੋਂ ਤੱਕ, ਯਾਨੀ ਕਿ ਆ ਚੱਕਰ ਦੇ ਉੱਪਰ ਜਿਹੜਾ ਬਿੰਦੂ ਆ ਰਿਹਾ A ਅਤੇ ਇੱਥੋਂ ਲੈ ਕੇ P ਤੱਕ ਕਿੰਨਾ ਵਾ 8 ਸੈਂਟੀਮੀਟਰ। ਹੁਣ ਸਾਨੂੰ ਪ੍ਰੂਵ ਕਰਨ ਲਈ ਕੀ ਕਿਹਾ ਕਿ ਚੱਕਰ ਦਾ ਰੇਡੀਅਸ ਯਾਨੀ ਕਿ ਅਰਧ ਵਿਆਸ ਅਸੀਂ ਕੱਢਣਾ ਵਾ ਚੱਕਰ ਦਾ। ਆ ਇਹਦਾ ਕੇਂਦਰ ਹੋ ਜੇ। ਹੁਣ ਅਰਧ ਵਿਆਸ ਕਿਹੜਾ ਵਾ OT ਅਤੇ ਦੂਜੇ ਪਾਸੇ ਅਰਧ ਵਿਆਸ ਹੋਰ ਕਿਹੜਾ ਬਣਦਾ OA। ਹੁਣ ਇਹ ਦੋਨੋਂ ਬਰਾਬਰ ਨੇ। ਅਰਧ ਵਿਆਸ ਤੁਹਾਨੂੰ ਪਤਾ ਚੱਕਰ ਦੇ ਸਾਰੇ ਜਿਹੜੇ ਉਹ ਬਰਾਬਰ ਹੀ ਹੁੰਦੇ ਨੇ। ਹੁਣ ਸਾਡੇ ਕੋਲ OA ਅਤੇ OT ਦੋਨੋਂ ਬਰਾਬਰ ਨੇ ਅਤੇ ਅਸੀਂ ਇਹਦੇ 'ਚ ਪਾਇਥਾਗੋਰਸ ਥਿਊਰਮ ਲਗਾਵਾਂਗੇ। ਪਾਇਥਾਗੋਰਸ ਥਿਊਰਮ ਲਗਾ ਕੇ ਅਤੇ ਫਿਰ ਅਸੀਂ ਜਿਹੜਾ ਇਹਦਾ ਅਰਧ ਵਿਆਸ ਜੋ ਫਾਈਂਡ ਕਰਨਾ ਵਾ ਉਹ ਅਸੀਂ ਕਰ। ਆਹ ਦੇਖੋ ਬੱਚਿਓ, ਅਸੀਂ ਕੀ ਲਿਖਾਂਗੇ ਸਭ ਤੋਂ ਪਹਿਲਾਂ ਦੱਸਾਂਗੇ ਵੀ ਸਪਰਸ਼ ਰੇਖਾ ਕਿਹੜੀ ਆ। ਲਿਖਾਂਗੇ PT O ਕੇਂਦਰ ਵਾਲੇ ਚੱਕਰ ਦੀ ਸਪਰਸ਼ ਰੇਖਾ ਹੈ। ਹੁਣ ਅਸੀਂ ਲੰਬਾਈਆਂ ਲਿਖ ਲਾਂਗੇ। ਇਸ ਲਈ PT ਬਰਾਬਰ 12 ਸੈਂਟੀਮੀਟਰ। ਦੂਸਰੀ ਲੰਬਾਈ ਸਾਨੂੰ ਦਿੱਤੀ ਹੋਈ ਆ AP ਦੀ, ਉਹ ਕਿੰਨੀ ਦਿੱਤੀ ਆ 8 ਸੈਂਟੀਮੀਟਰ। ਹੁਣ ਅਸੀਂ ਇੱਥੇ ਕਿਹੜਾ ਸਿਧਾਂਤ ਲਗਾਉਣਾ ਪਾਇਥਾਗੋਰਸ ਦਾ। ਪਾਇਥਾਗੋਰਸ ਦਾ ਸਿਧਾਂਤ ਕਰਨ ਦਾ ਵਰਗ ਉਹੀ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ। ਅਤੇ ਇਹ 'ਚ ਕਰਨ ਕਿਹੜਾ ਬਣਦਾ 90 ਡਿਗਰੀ ਦੇ ਕੋਣ ਵਾਲੇ ਸਾਹਮਣੇ ਵਾਲੀ ਜਿਹੜੀ ਭੁਜਾ ਹੁੰਦੀ ਆ ਉਹ ਵਾਲੀ OP। ਇੱਥੇ ਅਸੀਂ ਕੀ ਲਿਖਾਂਗੇ, ਇਸ ਲਈ OP ਦਾ ਵਰਗ ਬਰਾਬਰ ਇਹ ਕਿਹਦੇ ਬਰਾਬਰ ਆਏਗਾ, ਜਿਹੜੀਆਂ ਦੂਸਰੀਆਂ ਦੋ ਭੁਜਾਵਾਂ ਬਾਕੀ ਬਚੀਆਂ ਨੇ, ਇੱਕ ਆਧਾਰ ਅਤੇ ਇੱਕ ਲੰਬ, ਯਾਨੀ ਕਿ OT ਦਾ ਵਰਗ ਪਲੱਸ PT ਇਹਦਾ ਵਰਗ। ਹੁਣ ਇਹਦੀਆਂ ਵੈਲਿਊਜ਼ ਪੁੱਟ ਕਰ ਦਿਓ। ਜਿਹੜਾ OP ਆ ਉਹਦੀ ਸਾਡੇ ਕੋਲ ਵੈਲਿਊ ਨਹੀਂ ਹੈਗੀ। ਹੁਣ ਦੇਖੋ OP ਹੈ ਕਿਹਦੇ ਬਰਾਬਰ ਆ। ਆਹ ਦੇਖੋ OP ਇਹ ਕਿਹਦੇ ਬਰਾਬਰ ਆ OA ਪਲੱਸ AP। ਅਸੀਂ OP ਦੀ ਜਗ੍ਹਾ 'ਤੇ ਇਹ ਲਿਖਾਂਗੇ, ਕੀ ਲਿਖਾਂਗੇ OA ਪਲੱਸ AP ਇਹਦਾ ਵਰਗ ਇਜ਼ ਇਕੁਅਲ ਟੂ OT ਇਸੇ ਤਰ੍ਹਾਂ ਹੀ ਆਏਗਾ ਅਤੇ PT ਸਾਨੂੰ ਦਿੱਤਾ ਹੋਇਆ ਵਾ 12 ਸੈਂਟੀਮੀਟਰ। ਇੱਥੇ ਭਰ ਦਾਂਗੇ ਅਸੀਂ 12 ਦਾ ਵਰਗ। ਹੁਣ ਬੱਚੇ ਇੱਕ ਚੀਜ਼ ਦੇਖੋ, ਮੈਂ ਤੁਹਾਨੂੰ ਇੱਥੇ ਦੱਸੀ ਸੀ ਕਿ ਪਹਿਲਾਂ ਹੀ ਕਿ ਜਿਹੜਾ OA ਆ ਉਹ ਕਿਹਦੇ ਬਰਾਬਰ ਵਾ OT ਦੇ, ਅਤੇ ਮੈਂ OA ਦੀ ਜਗ੍ਹਾ 'ਤੇ OT ਲਿਖ ਸਕਦਾ ਕਿਉਂਕਿ ਇਹ ਦੋਨੋਂ ਕੀ ਨੇ ਅਰਧ ਵਿਆਸ। ਅਤੇ ਮੈਂ ਇੱਥੇ ਕੀ ਲਿਖਾਂਗਾ OA ਦੀ ਜਗ੍ਹਾ 'ਤੇ OT ਪਲੱਸ ਹੁਣ AP ਜਿਹੜੀ ਆ ਉਹਦੀ ਵੈਲਿਊ ਪੁੱਟ ਕਰ ਦਾਂਗਾ। AP ਦੀ ਵੈਲਿਊ ਕਿੰਨੀ ਆ 8 ਸੈਂਟੀਮੀਟਰ। ਮੈਂ ਇੱਥੇ ਲਿਖ ਦਿੱਤਾ 8 ਇਹਦਾ ਵਰਗ। ਇਹ ਆ ਗਿਆ ਇਕੁਅਲ ਟੂ OT ਇਸੇ ਤਰ੍ਹਾਂ ਹੀ ਪਲੱਸ 12 ਦਾ ਵਰਗ 144। ਹੁਣ ਇੱਧਰ ਕਿਹੜਾ ਫਾਰਮੂਲਾ ਬਣਦਾ ਜੇ A ਪਲੱਸ B ਦਾ ਹੋਲ ਸਕੇਅਰ। A ਸਕੇਅਰ ਯਾਨੀ ਕਿ OT ਦਾ ਸਕੇਅਰ ਪਲੱਸ B ਸਕੇਅਰ 8 8 64 ਪਲੱਸ 2AB
2 8 16 ਦੇ ਨਾਲ OT 16 OT। ਆ ਇੱਥੇ ਧਿਆਨ ਰੱਖਿਓ ਵੀ ਆ 16 ਦੇ ਨਾਲ OT ਲਿਖਿਆ ਜੇ, ਇਹਨੂੰ ਧਿਆਨ ਨਾਲ ਪੜ੍ਹਿਓ। ਇੱਧਰ ਆ ਗਿਆ ਸਾਡੇ ਕੋਲ OT ਦਾ ਵਰਗ ਪਲੱਸ 144। ਹੁਣ ਆ ਦੇਖੋ OT ਸਕੇਅਰ ਅਤੇ ਇੱਧਰ ਵੀ OT ਸਕੇਅਰ ਦੋਨੋਂ ਕੀ ਹੋ ਗਏ, ਕੈਂਸਲ। 64 ਇੱਧਰ ਜਾ ਕੇ ਮਾਈਨਸ ਦਾ ਹੋ ਜਾਏਗਾ, 16 OT ਇਸੇ ਤਰ੍ਹਾਂ ਹੀ, ਅਤੇ 144 ਮਾਈਨਸ 64, ਆ 64 ਪਲੱਸ ਦਾ ਇੱਧਰ ਜਾ ਕੇ ਮਾਈਨਸ ਹੋ ਜਾਏਗਾ, ਅਤੇ ਇਹ ਸਾਡੇ ਕੋਲ ਕੀ ਆ ਗਿਆ 16 OT ਬਰਾਬਰ ਇੱਧਰ ਆਇਆ 0, 14 ਚੋਂ 6 ਗਏ ਅਤੇ 8, 80 ਆ ਗਿਆ। ਹੁਣ ਮੈਂ ਇਹਨੂੰ ਇੱਥੇ ਸਾਈਡ 'ਤੇ ਸੋਲਵ ਕਰ ਦਿੰਦਾ। OT ਦੀ ਵੈਲਿਊ ਕਿੰਨੀ ਆ ਗਈ, OT ਬਰਾਬਰ 80/16। ਇਹ 16 ਇਹਨੂੰ ਇੱਧਰ ਆ ਕੇ ਡਿਵਾਈਡ ਕਰੇਗਾ, ਇਹਨੂੰ ਕਟਿੰਗ ਕੀਤੀ, 16 5 80, OT ਬਰਾਬਰ 5 ਸੈਂਟੀਮੀਟਰ। ਅਤੇ ਜਿਹੜਾ OT ਆ ਇਹ ਕੀ ਹੈ, ਚੱਕਰ ਦਾ ਅਰਧ ਵਿਆਸ। ਅਰਧ ਵਿਆਸ ਅਸੀਂ ਫਾਈਂਡ ਕਰਨਾ ਹੈ। ਦੇਖੋ ਡਾਇਗਰਾਮ 'ਚ OT ਚੱਕਰ ਦਾ ਅਰਧ ਵਿਆਸ ਸਾਡੇ ਕੋਲ ਕਿੰਨਾ ਆ ਗਿਆ, 5 ਸੈਂਟੀਮੀਟਰ। ਅਸੀਂ ਇੱਥੇ ਲਿਖ ਦਾਂਗੇ ਥੱਲੇ ਲਾਸਟ ਵਿੱਚ ਕਿ ਚੱਕਰ ਦਾ ਅਰਧ ਵਿਆਸ ਯਾਨੀ ਕਿ ਰੇਡੀਅਸ ਆਫ ਸਰਕਲ ਇਜ਼ ਇਕੁਅਲ ਟੂ 5 ਸੈਂਟੀਮੀਟਰ। ਆਨਸਰ ਇਹ ਸੀਗਾ ਬੱਚਿਓ ਸਾਡਾ ਕੁਐਸਚਨ ਨੰਬਰ 11 ਜਿਹੜਾ ਅਸੀਂ ਹੁਣ ਸੋਲਵ ਕੀਤਾ ਵਾ। ਇਹਦੀ ਡਾਇਗਰਾਮ ਨੂੰ ਧਿਆਨ ਨਾਲ ਸਮਝ ਕੇ ਕੁਐਸਚਨ ਸੋਲਵ ਕਰਿਓ, ਬੜਾ ਈਜ਼ੀ ਆ। ਇਸ ਤੋਂ ਬਾਅਦ ਦੇਖਦੇ ਹਾਂ ਅਸੀਂ ਕੁਐਸਚਨ ਨੰਬਰ 12। ਆ ਦੇਖੋ ਬੱਚਿਓ ਜਿਹੜਾ 12ਵਾਂ ਕੁਐਸਚਨ ਵਾ ਉਹਦੇ 'ਚ ਕੀ ਆ ਕਿ ਚਿੱਤਰ ਵਿੱਚ L ਅਤੇ M ਚੱਕਰ ਦੀਆਂ ਕ੍ਰਮਵਾਰ ਬਿੰਦੂ A ਅਤੇ B 'ਤੇ ਖਿੱਚੀਆਂ 2 ਸਮਾਂਤਰ ਸਪਰਸ਼ ਰੇਖਾਵਾਂ ਹਨ। ਆ ਦੇਖੋ ਬੱਚਿਓ ਆ ਸਾਨੂੰ ਪੈਰਲਲ 2 ਜਿਹੜੀਆਂ ਨੇ ਸਪਰਸ਼ ਰੇਖਾਵਾਂ ਦਿੱਤੀਆਂ ਹੋਈਆਂ ਨੇ। ਇਹਨਾਂ ਦਾ ਨਾਮ ਕੀ ਆ, ਇੱਕ ਦਾ L ਅਤੇ ਦੂਸਰੀ ਦਾ ਨਾਮ ਕੀ ਆ M। ਆ ਸਾਈਡ 'ਤੇ ਨਾਮ ਲਿਖਿਆ ਡਾਇਗਰਾਮ ਵਿੱਚ। ਬਿੰਦੂ C 'ਤੇ ਖਿੱਚੀ ਸਪਰਸ਼ ਰੇਖਾ, ਆ ਦੇਖੋ ਆ ਜਿਹੜੀ ਬਿੰਦੂ C ਆ ਜਿਹੜਾ ਚੱਕਰ ਦੇ ਉੱਪਰ ਆ ਦੇਖੋ ਬਾਹਰ ਪੁਆਇੰਟ ਲਿਆ ਹੋਇਆ C, ਇਹਦੇ 'ਤੇ ਸਪਰਸ਼ ਰੇਖਾ ਜਿਹੜੀ ਖਿੱਚੀ ਹੋਈ ਆ ਉਹਦਾ ਨਾਮ ਕੀ ਆ DE। ਕਹਿੰਦੇ ਜਿਹੜੀ ਬਿੰਦੂ C 'ਤੇ ਖਿੱਚੀ ਸਪਰਸ਼ ਰੇਖਾ ਜਿਹੜੀ ਆ L ਅਤੇ M ਨੂੰ ਕ੍ਰਮਵਾਰ D ਅਤੇ E 'ਤੇ ਕੱਟਦੀ ਹੈ। ਆ ਸਪਰਸ਼ ਰੇਖਾ ਦੇਖੋ D ਅਤੇ E ਬਿੰਦੂ ਦੇ ਉੱਪਰ ਕੱਟਦੀ ਆ। ਸਿੱਧ ਕਰੋ ਕਿ ਕੋਣ DFE ਬਰਾਬਰ 90 ਡਿਗਰੀ। ਆ ਜਿਹੜਾ ਕੋਣ ਵਿੱਚ ਬਣ ਰਿਹਾ ਨਾ DFE, ਇਹ ਅਸੀਂ ਪ੍ਰੂਵ ਕਰਨਾ ਵਾ ਵੀ ਇਹ 90 ਡਿਗਰੀ ਦਾ ਵਾ। ਇੰਗਲਿਸ਼ ਵਿੱਚ ਦੇਖ ਲਓ ਸਟੇਟਮੈਂਟ, ਇਨ ਫਿਗਰ L ਐਂਡ M ਆਰ 2 ਪੈਰਲਲ ਟੇਂਜੈਂਟਸ ਐਂਡ A ਐਂਡ B। ਆ ਦੇਖੋ ਪੈਰਲਲ ਟੇਂਜੈਂਟਸ ਕਿਹੜੇ ਪੁਆਇੰਟ 'ਤੇ ਨੇ, ਐਟ A ਐਂਡ B। ਦ ਟੇਂਜੈਂਟ ਐਟ C makes an intercept DE between the tangent L and M। ਇੱਥੇ ਉਹ ਇੰਟਰਸੈਪਟ ਬਣਾ ਰਿਹਾ, ਇਹਦੇ 'ਤੇ ਉਹ ਇੱਥੇ ਪੁਆਇੰਟ ਟੱਚ ਕਰ ਰਿਹਾ ਵਾ। ਪ੍ਰੂਵ ਦੈਟ ਐਂਗਲ DFE ਇਜ਼ ਇਕੁਅਲ ਟੂ 90 ਡਿਗਰੀ। ਅਸੀਂ ਇਹਦੇ 'ਚ 90 ਡਿਗਰੀ ਪ੍ਰੂਵ ਕਰਨਾ ਆ ਐਂਗਲ ਨੂੰ। ਚਲੋ ਮੈਂ ਇਹੀ ਡਾਇਗਰਾਮ ਸੇਮ ਕਾਪੀ ਦੇ ਉੱਪਰ ਬਣਾ ਕੇ ਫਿਰ ਤੁਹਾਨੂੰ ਮੈਂ ਦੱਸਦਾ ਕਿ ਇਹਨੂੰ ਸੋਲਵ ਕਿਸ ਤਰ੍ਹਾਂ ਕਰਨਾ। ਆ ਦੇਖੋ ਬੱਚਿਓ ਮੈਂ ਕਾਪੀ ਦੇ ਉੱਪਰ ਡਾਇਗਰਾਮ ਬਣਾ ਲਈ, ਆ ਸਰਕਲ ਬਣਾ ਲਿਆ, ਇਹਦਾ ਸੈਂਟਰ ਸਾਨੂੰ F ਦਿੱਤਾ ਹੋਇਆ ਵਾ। ਅਸੀਂ F ਸੈਂਟਰ ਡਰਾ ਕਰ ਲਿਆ ਔਰ ਆਹ ਲਾਈਨਾਂ ਸਾਨੂੰ ਪੈਰਲਲ ਦਿੱਤੀਆਂ ਨੇ, L ਅਤੇ M ਦੋਨੋਂ ਪੈਰਲਲ ਨੇ। ਇੱਥੋਂ ਇੱਕ ਜਿਹੜੀ ਲਾਈਨ ਜਿਹੜੀ ਇੰਟਰਸੈਪਟ ਕਰ ਰਹੀ ਹੈ ਯਾਨੀ ਕਿ ਸਪਰਸ਼ ਰੇਖਾ ਜਿਹੜੀ ਬਣ ਰਹੀ ਆ ਉਹ C ਦੇ ਉੱਪਰ ਇਹਨੂੰ ਸਰਕਲ ਨੂੰ ਟੱਚ ਕਰਦੀ ਆ, ਅਤੇ L ਅਤੇ M ਨੂੰ D ਅਤੇ E ਬਿੰਦੂ ਦੇ ਉੱਪਰ ਕੱਟ ਕਰਦੀ ਆ ਜਾਂ ਟੱਚ ਕਰਦੀ ਆ। ਦੇਖੋ ਇੱਥੇ ਦੋਨੋਂ ਇੰਟਰਸੈਕਟ ਕਰਦੀਆਂ ਪਈਆਂ ਲਾਈਨਾਂ। ਹੁਣ ਪ੍ਰੂਵ ਕੀ ਕਰਨਾ ਇਸ ਕੁਐਸਚਨ ਦੇ ਵਿੱਚ ਕਿ ਜਿਹੜਾ ਐਂਗਲ DFE ਯਾਨੀ ਕਿ ਆਹ ਵਾਲਾ ਜਿਹੜਾ ਐਂਗਲ ਬਣਦਾ ਪਿਆ ਵਾ ਇਹ ਪ੍ਰੂਵ ਕਰਨਾ ਅਸੀਂ ਕਿ ਇਹ 90 ਡਿਗਰੀ ਦਾ ਵਾ। ਆਹ ਐਂਗਲ ਅਸੀਂ ਪ੍ਰੂਵ ਕਰਨਾ। ਹੁਣ ਦੇਖੋ ਬੱਚਿਓ ਇਹਨੂੰ ਪ੍ਰੂਵ ਕਰਨ ਵਾਸਤੇ ਸਾਨੂੰ ਕੀ ਕਰਨਾ ਪਏਗਾ, ਇਹਦੇ 'ਚ ਕੁਛ ਪਾਰਟ ਸਾਨੂੰ ਕੰਸਟਰਕਸ਼ਨ ਕਰਨੇ ਪੈਣਗੇ। ਪਹਿਲਾਂ ਤਾਂ ਜੋ ਗਿਵਨ ਆ ਉਹ ਲਿਖਾਂਗੇ। ਸਭ ਤੋਂ ਪਹਿਲਾਂ ਸਾਨੂੰ ਆ F ਅਤੇ C ਜਿਹੜਾ ਵਾ ਇਹਨਾਂ ਨੂੰ ਮਿਲਾਉਣਾ ਪਏਗਾ। ਅਸੀਂ ਇਹਨੂੰ ਕੰਸਟਰਕਟ ਕਰਾਂਗੇ ਇਸ ਤਰ੍ਹਾਂ ਕਰਕੇ, ਸਕੇਲ ਦੇ ਨਾਲ ਤੁਸੀਂ ਇਹਨੂੰ ਟੱਚ ਕਰ ਲਿਓ ਕਿ ਇਹ ਕੰਸਟਰਕਸ਼ਨ ਪਾਰਟ ਵਿੱਚ ਆ ਜਾਏਗਾ ਕਿ ਜਿਹੜਾ FC ਆ ਇਹਨੂੰ ਟੱਚ ਕਰਕੇ ਉਸ ਤੋਂ ਬਾਅਦ ਜਿਹੜੇ ਸਾਡੇ ਬਾਕੀ ਜਿਹੜੇ ਹੋਰ ਕੰਸਟਰਕਸ਼ਨ ਪਾਰਟ ਆਉਣਗੇ ਮੈਂ ਤੁਹਾਨੂੰ ਨਾਲ ਨਾਲ ਦੱਸਦਾ ਰਹਾਂਗਾ ਕਿ ਅਸੀਂ ਇਹਦੇ 'ਚ ਹੋਰ ਕਿਹੜੀ ਕਿਹੜੀ ਚੀਜ਼ ਨੂੰ ਜਿਹੜੀ ਉਹ ਕੰਸਟਰਕਟ ਕਰਨੀ ਆ, ਮੈਂ ਨਾਲ ਨਾਲ ਦੱਸਾਂਗਾ ਕੁਐਸਚਨ ਦੇ ਵਿੱਚ। ਤੁਸੀਂ ਪਹਿਲਾਂ ਸਿਰਫ ਆਰਾਮ ਨਾਲ ਇੰਨਾ ਕੁ ਪਾਰਟ ਸਮਝੋ ਪਹਿਲਾਂ,
ਕਿ ਅਸੀਂ ਮਿਲਾ ਲਿਆ ਵਾ FC ਨੂੰ। ਹੁਣ ਜੋ ਸਾਨੂੰ ਗਿਵਨ ਸੀਗਾ ਉਹ ਲਿਖ ਲਾਂਗੇ ਅਤੇ ਉਸ ਤੋਂ ਬਾਅਦ ਅਸੀਂ ਕੀ ਸਿੱਧ ਕਰਨਾ ਵਾ ਉਹ ਤੁਹਾਨੂੰ ਪਤਾ ਲੱਗ ਗਿਆ। DFE ਕੋਣ 90 ਡਿਗਰੀ ਆ, ਇਹ ਅਸੀਂ ਸਿੱਧ ਕਰਨਾ ਵਾ। ਅਤੇ ਮੈਂ ਹੁਣ ਤੁਹਾਨੂੰ ਇਹ ਕੁਐਸਚਨ ਦੱਸਦਾ ਕਿਸ ਤਰ੍ਹਾਂ ਲਿਖਣਾ। ਸਭ ਤੋਂ ਪਹਿਲਾਂ ਅਸੀਂ ਕੀ ਲਿਖਾਂਗੇ, ਜੋ ਸਾਨੂੰ ਦਿੱਤਾ ਹੋਇਆ ਵਾ ਉਹ ਲਿਖਾਂਗੇ ਗਿਵਨ ਜੋ ਹੈਗਾ ਵਾ ਪਹਿਲਾਂ ਉਹ ਲਿਖ ਲਓ। ਸਾਨੂੰ ਗਿਵਨ ਕੀ ਆ, L, ਸਭ ਤੋਂ ਪਹਿਲਾਂ ਸਾਨੂੰ ਇੱਕ L ਅਤੇ ਇੱਕ M, L ਅਤੇ M ਕਿਹੜਾ ਕੇਂਦਰ ਵਾ ਸਰਕਲ ਦਾ, F ਕੇਂਦਰ ਵਾਲੇ ਕਿਸੇ ਚੱਕਰ, ਇਹ ਕੀ ਆ ਗਿਆ, ਕਿਸੇ ਚੱਕਰ 'ਤੇ ਦੋ ਸਮਾਂਤਰ, ਇਹ ਪੈਰਲਲ ਵੀ ਨੇ ਆਪਸ ਵਿੱਚ, ਦੋ ਸਮਾਂਤਰ ਰੇਖਾਵਾਂ ਹਨ। ਹੁਣ ਇਹ ਕਿੱਥੇ ਸਪਰਸ਼ ਕਰਦੀਆਂ ਨੇ, ਅਤੇ ਸਪਰਸ਼ ਬਿੰਦੂ, ਇੱਕ ਆ ਜਿਹੜਾ ਬਿੰਦੂ ਦਿੱਤਾ ਹੋਇਆ ਸਾਨੂੰ C, ਤੇ ਕਿਹੜੀ ਰੇਖਾ ਆ ਰਹੀ ਹੈ, ਸਪਰਸ਼ ਰੇਖਾ DE, ਇਹ ਜਿਹੜੀ DE ਆ ਰਹੀ ਉੱਪਰੋਂ ਸਿੱਧੀ ਥੱਲੇ, DE L ਨੂੰ, ਜਿਹੜੀ L ਨੂੰ ਕਿੱਥੇ ਕੱਟਦੀ ਆ, ਇਹ ਆ ਦੇਖੋ, L ਨੂੰ D ਤੇ, L ਨੂੰ D ਅਤੇ M ਨੂੰ ਬਿੰਦੂ ਕਿਹੜਾ ਵਾ, E ਤੇ ਕੱਟਦੀ ਹੈ। ਇਹ ਸਾਨੂੰ ਗਿਵਨ ਸੀਗਾ। ਹੁਣ ਅਸੀਂ ਲਿਖਾਂਗੇ ਟੂ ਪ੍ਰੂਵ, ਕਿ ਅਸੀਂ ਸਿੱਧ ਕੀ ਕਰਨਾ। ਜਿਹੜੇ ਸਵਾਲ ਬੱਚੇ ਥੋੜ੍ਹੇ ਜਿਹੇ ਇਸ ਤਰ੍ਹਾਂ ਦੇ ਹੁੰਦੇ ਆ ਨਾ, ਸਾਨੂੰ ਕਈ ਵਾਰੀ ਲੱਗਦਾ ਕਿ ਪਤਾ ਨਹੀਂ ਇਹਦੇ 'ਚ ਕੀ ਹੈ। ਜੋ ਗਿਵਨ ਸੀਗਾ ਪਹਿਲਾਂ ਉਹ ਲਿਖਿਆ, ਇਹਨੂੰ ਬੜੇ ਧਿਆਨ ਨਾਲ ਲਿਖਣਾ ਤੁਸੀਂ। ਸਾਰਾ ਗਿਵਨ ਲਿਖ ਕੇ ਫਿਰ ਅਸੀਂ ਜੋ ਸਿੱਧ ਕਰਨਾ ਵਾ ਉਹ ਲਿਖਣਾ ਵਾ। ਅਸੀਂ ਪ੍ਰੂਵ ਕਰਨਾ ਐਂਗਲ DFE ਉਹ ਕਿੰਨੇ ਡਿਗਰੀ ਦਾ ਵਾ, 90 ਡਿਗਰੀ ਦਾ। ਹੁਣ ਇਹਦੇ 'ਚ ਇੱਕ ਪਾਰਟ ਜਿਹੜਾ ਵੈਸੇ ਤਾਂ ਅਸੀਂ ਅੱਗੇ ਪ੍ਰੂਵ ਕਰਦੇ ਸੀਗੇ, ਇਹਦੇ 'ਚ ਅਸੀਂ ਇੱਕ ਕੰਸਟਰਕਸ਼ਨ ਪਾਰਟ ਯਾਨੀ ਕਿ ਰਚਨਾ ਜਿਹੜੀ ਕੀਤੀ ਆ ਉਹ ਜ਼ਰੂਰ ਇਹ 'ਚ ਦੱਸਾਂਗੇ ਕਿ ਕੀ ਕੀਤਾ ਅਸੀਂ। FC ਨੂੰ ਮਿਲਾਓ, ਅਸੀਂ ਉਹ ਮਿਲਾ ਚੁੱਕੇ ਹਾਂ ਕਿ F ਅਤੇ C ਨੂੰ, ਆ ਦੇਖੋ ਇੱਥੇ ਅਸੀਂ ਮਿਲਾ ਦਿੱਤਾ F ਅਤੇ C ਨੂੰ। ਹੁਣ ਅੱਗੇ ਕੀ ਕਰਨਾ, ਅਸੀਂ ਜਿਹੜਾ ਇਹਦਾ ਪ੍ਰੂਫ ਲਿਖਣਾ ਵਾ ਉਹ ਲਿਖਾਂਗੇ ਅਸੀਂ ਸਬੂਤ, ਯਾਨੀ ਕਿ ਪ੍ਰੂਫ ਦੇ ਵਿੱਚ ਕੀ ਲਿਖਾਂਗੇ ਕਿ ਜਿਹੜਾ F ਵਾ ਉਹ C ਤੱਕ, ਆ ਦੇਖੋ F ਬਿੰਦੂ ਜਿਹੜਾ ਵਾ ਉਹ C ਤੱਕ ਚੱਕਰ ਦਾ ਕੀ ਬਣ ਰਿਹਾ, ਅਰਧ ਵਿਆਸ। ਹੁਣ ਇਹਨੂੰ ਪਹਿਲਾਂ ਲਿਖਾਂਗੇ ਅਸੀਂ FC, ਕਿਉਂਕਿ ਕੰਸਟਰਕਸ਼ਨ ਕੀਤੀ ਆ ਅਤੇ ਉਹਦਾ ਕੋਈ ਰੀਜ਼ਨ ਹੋਏਗਾ ਤਾਂ ਅਸੀਂ ਉਹਦੇ ਬਾਰੇ ਲਿਖਾਂਗੇ ਪਹਿਲਾਂ। FC ਚੱਕਰ ਦਾ ਅਰਧ ਵਿਆਸ ਹੈ ਅਤੇ ਜਿਹੜਾ ਬਿੰਦੂ ਜਿਹੜਾ C ਆ, ਬਿੰਦੂ C ਤੋਂ ਸਪਰਸ਼ ਰੇਖਾ, ਕਿਹੜੀ ਸਪਰਸ਼ ਰੇਖਾ ਵਾ, DE ਖਿੱਚੀ ਗਈ ਹੈ। ਇਹ ਲਿਖ ਲਿਆ। ਆ ਦੇਖੋ FC ਚੱਕਰ ਦਾ ਕੀ ਆ, ਆ ਦੇਖੋ ਡਾਇਗਰਾਮ, ਅਰਧ ਵਿਆਸ ਸਰਕਲ ਦੇ ਉੱਪਰ ਆ ਰਿਹਾ, ਇੱਥੇ ਬਿੰਦੂ, ਆ ਕੇਂਦਰ ਇਹਦਾ F, ਅਤੇ ਇਹਦੇ ਉੱਪਰ ਇੱਕ ਜਿਹੜੀ ਆ ਸਪਰਸ਼ ਰੇਖਾ C ਬਿੰਦੂ ਤੋਂ ਖਿੱਚੀ ਗਈ ਆ, ਉਹ ਕਿਹੜੀ ਆ, DE। ਇਹਦੇ ਬਾਰੇ ਅਸੀਂ ਲਿਖ ਲਿਆ ਇੱਥੋਂ। ਹੁਣ ਇਹਦੇ 'ਚ ਕੀ ਕਰਾਂਗੇ, ਜਿਹੜਾ ਕੋਣ ਜਿੰਨਾ ਦਿੱਤਾ ਵਾ ਅਸੀਂ ਉਹ ਲਿਖ ਲਾਂਗੇ ਇਹਦੇ ਵਿੱਚ। ਸਭ ਤੋਂ ਪਹਿਲਾਂ ਜਿਹੜੇ ਕੋਣ ਅਸੀਂ ਲਿਖਣੇ ਆ ਉਹ ਦੇਖੋ ਡਾਇਗਰਾਮ 'ਚ, ਦੇਖੋ ਮੈਂ ਤੁਹਾਨੂੰ ਦੱਸਿਆ ਸੀ ਸਪਰਸ਼ ਰੇਖਾ ਜਿਹੜੀ ਆ ਉਹ ਚੱਕਰ ਦੇ ਜਿਹੜੇ ਅਰਧ ਵਿਆਸ ਨਾਲ 90 ਡਿਗਰੀ ਦਾ ਕੋਣ ਬਣਾਉਂਦੀ ਹੈ, ਅਤੇ ਆਹ ਕੋਣ ਵੀ 90 ਡਿਗਰੀ ਦਾ,
ਤੇ ਦੂਸਰੇ ਪਾਸਿਓਂ ਆ ਵੀ ਕੋਣ 90 ਡਿਗਰੀ ਦਾ। ਹੁਣ ਇਹ ਦੋਨਾਂ ਕੋਣਾਂ ਬਾਰੇ ਇੱਥੇ ਲਿਖ ਲਾਂਗੇ ਅਸੀਂ ਕਿ ਇਹ ਦੋਨੋਂ 90 ਡਿਗਰੀ ਦੇ ਕੋਣ ਨੇ। ਕਿਸ ਤਰ੍ਹਾਂ ਲਿਖਣਾ ਵਾ, ਕਿਹੜਾ ਕਿਹੜਾ ਕੋਣ ਵਾ? ਇੱਕ ਕੋਣ ਹੈਗਾ ਸਾਡੇ ਕੋਲ ਕੋਣ ਐਫ ਸੀ ਤੇ ਡੀ, ਇਹ ਵੀ 90 ਡਿਗਰੀ। ਦੂਸਰਾ ਕੋਣ ਸਾਡੇ ਕੋਲ ਹੈਗਾ ਜੇ ਐਫ, ਆ ਦੇਖੋ ਬੱਚਿਓ ਇੱਥੇ ਤੇ ਸਪਰਸ਼ ਰੇਖਾ ਵਾਲੇ ਦੋਨੋਂ ਕੋਣ 90 ਡਿਗਰੀ ਆ ਗਏ। ਮੈਂ ਇੱਕ ਕੋਣ ਲਿਖ ਲਿਆ ਵਾ ਕਿ ਜਿਹੜਾ ਐਫ ਸੀ ਡੀ ਕੋਣ ਵਾ ਉਹ 90 ਡਿਗਰੀ ਆ। ਇਹਦੇ 'ਚ ਇੱਕ ਪਾਰਟ ਅਸੀਂ ਹੋਰ ਜਿਹੜਾ ਡਰਾ ਕਰਨਾ ਵਾ ਉਹ ਕੀ ਆ ਕਿ ਜਿਹੜਾ ਏ ਤੇ ਬੀ ਆ, ਜਿੱਥੇ ਇਹ ਸਪਰਸ਼ ਕਰਦੇ ਪਏ ਨੇ, ਅਸੀਂ ਇਹਨੂੰ ਇਹਦੇ ਨਾਲ ਟੱਚ ਕਰਾਂਗੇ ਏ ਤੇ ਬੀ ਪੁਆਇੰਟ ਨੂੰ ਵੀ ਐਫ ਤੋਂ ਪਾਸ ਕਰਦੇ ਹੋਏ ਇੱਥੇ ਇਸ ਤਰ੍ਹਾਂ। ਆ ਦੇਖੋ ਹੁਣ ਇਹਦੇ 'ਚ ਕੀ ਹੋ ਜਾਏਗਾ ਕਿ ਜਿਹੜਾ ਆ ਐਫ ਏ ਆ ਇਹ ਵੀ ਅਰਧ ਵਿਆਸ ਬਣ ਗਿਆ ਚੱਕਰ ਦਾ, ਤੇ ਆ ਬਾਹਰੋਂ ਸਪਰਸ਼ ਰੇਖਾ ਵਾ ਐਲ, ਤੇ ਇਹਦੇ ਨਾਲ ਵੀ ਇੱਥੇ ਐਂਗਲ ਕਿਹੜਾ ਬਣੇਗਾ 90 ਡਿਗਰੀ ਦਾ। ਇੱਧਰ ਵੀ 90 ਡਿਗਰੀ ਦਾ ਬਣੇਗਾ। ਹੁਣ ਜਿਹੜੇ ਸਾਨੂੰ ਪਹਿਲਾਂ ਅਸੀਂ ਆ ਐਂਗਲ ਲਿਖਿਆ ਉੱਪਰ ਵਾਲਾ ਐਫ ਸੀ ਡੀ, ਦੂਸਰਾ ਐਂਗਲ ਲਿਖਾਂਗੇ ਐਫ ਏ ਡੀ, ਇਹ ਵੀ 90 ਡਿਗਰੀ ਆ। ਹੁਣ ਇਹਨੂੰ ਲਿਖਾਂਗੇ ਅਸੀਂ ਇੱਥੇ ਐਂਗਲ ਐਫ ਏ ਤੇ ਡੀ, ਇਹ ਵੀ ਕਿੰਨਾ ਵਾ 90 ਡਿਗਰੀ। ਇਹ ਦੋਨੋਂ ਕੋਣ ਅਸੀਂ ਲਿਖ ਲਏ ਆ 90 ਡਿਗਰੀ ਦੇ ਨੇ। ਹੁਣ ਅਸੀਂ ਕਰਨਾ ਕੀ ਆ, ਜਿਹੜੀਆਂ ਆ ਦੋ ਟਰਾਇੰਗਲ ਨੇ, ਇੱਕ ਟਰਾਇੰਗਲ ਆਹ ਵਾਲੀ ਸਾਰੀ ਤੇ ਦੂਸਰੀ ਟਰਾਇੰਗਲ ਆਹ ਵਾਲੀ, ਯਾਨੀ ਕਿ ਐਫ ਸੀ ਡੀ ਤੇ ਐਫ ਏ ਡੀ, ਇਹਨਾਂ ਦੋਨਾਂ ਨੂੰ ਅਸੀਂ ਕਾਂਗੂਰੈਂਟ ਪ੍ਰੂਵ ਕਰਾਂਗੇ। ਦੇਖੋ ਅਸੀਂ ਪਹੁੰਚਣਾ ਕਿੱਥੇ, ਟਾਰਗੇਟ ਸਾਡਾ ਕੀ ਆ, ਆਹ ਐਂਗਲ ਪਤਾ ਕਰਨਾ। ਹੁਣ ਅਸੀਂ ਇਹਦੇ 'ਤੇ ਕਿਸ ਤਰ੍ਹਾਂ ਆਵਾਂਗੇ, ਜਦੋਂ ਸਾਡੇ ਕੋਲ ਆ ਦੇਖੋ ਸਾਡੇ ਕੋਲ ਟਰਾਇੰਗਲ ਕਿਹੜੀ ਬਣ ਰਹੀ ਆ ਐਫ ਡੀ ਤੇ ਆ ਈ, ਆ ਦੇਖੋ ਇਹ ਸਾਰੀ ਵੱਡੀ ਟਰਾਇੰਗਲ ਆ ਸਾਡੇ ਕੋਲ। ਹੁਣ ਇਹਦੇ ਅੰਦਰ ਸਾਡੇ ਕੋਲ ਇੱਕ ਐਂਗਲ ਵੀ ਨਹੀਂ ਹੈਗਾ। ਅਸੀਂ ਇਹਨੂੰ ਪ੍ਰੂਵ ਕੀ ਕਰਨਾ ਵਾ, ਸਾਡੇ ਕੋਲ ਪਹਿਲਾਂ ਐਂਗਲ ਆਹ ਵਾਲਾ ਆਏਗਾ। ਆ ਦੇਖੋ ਜਦੋਂ ਇਸ ਟਰਾਇੰਗਲ ਦੇ ਵਿੱਚ ਅਸੀਂ ਆ ਦੋ ਐਂਗਲ ਪਤਾ ਕਰ ਲਾਂਗੇ, ਇੱਕ ਆ ਤੇ ਇੱਕ ਆ, ਤੇ ਫਿਰ ਅਸੀਂ ਸਮ ਆਫ ਦਾ ਐਂਗਲਸ ਆਫ ਟਰਾਇੰਗਲ ਇਜ਼ ਇਕੁਅਲ ਟੂ 180 ਡਿਗਰੀ ਵਾਲੀ ਪ੍ਰੋਪਰਟੀ ਲਗਾ ਕੇ ਅਸੀਂ ਆ ਤੀਸਰਾ ਐਂਗਲ ਜਿਹੜਾ ਫਾਈਂਡ ਕਰਨਾ ਵਾ ਡੀ ਐਫ ਈ, ਉਹ ਪਤਾ ਕਰ ਲਾਂਗੇ। ਹੁਣ ਅਸੀਂ ਪਹਿਲਾਂ ਆ ਦੋ ਟਰਾਇੰਗਲਾਂ ਕਾਂਗੂਰੈਂਟ ਕਰਾਂਗੇ ਤੇ ਆ ਐਂਗਲ ਦੇਖਾਂਗੇ, ਫਿਰ ਅੱਗੇ ਅਸੀਂ ਦੂਸਰੇ ਪਾਸੇ ਆ ਜਾਾਂਗੇ, ਉਹਦੇ 'ਚੋਂ ਅਸੀਂ ਆ ਐਂਗਲ ਲੱਭ ਲਾਂਗੇ ਕਿ ਕਿੰਨਾ ਵਾ। ਅਸੀਂ ਇਹਨਾਂ ਐਂਗਲਸ ਨੂੰ ਨੰਬਰ ਦੇ ਲੈਂਦੇ ਹਾਂ ਇੱਥੇ। ਮੰਨ ਲਓ ਆ ਐਂਗਲ ਜਿਹੜਾ ਵਾ ਇਹਦਾ ਨੰਬਰ ਹੈਗਾ 1 ਤੇ ਇਹਦਾ ਨੰਬਰ 2। ਇਸੇ ਤਰ੍ਹਾਂ ਹੀ ਦੂਸਰੇ ਪਾਸੇ ਅਸੀਂ ਆ ਐਂਗਲ ਨੂੰ ਨੰਬਰ 3 ਤੇ ਜਿਹੜਾ ਬਾਹਰ ਵਾਲਾ ਐਂਗਲ ਆ ਉਹਨੂੰ ਨੰਬਰ 4, ਇਹ ਨੰਬਰ ਦੇ ਦਿੱਤੇ ਆ। ਹੁਣ ਅਸੀਂ ਪਹਿਲਾਂ ਤੇ ਆ ਦੋ ਟਰਾਇੰਗਲਸ ਜਿਹੜੀਆਂ ਨੇ ਕਾਂਗੂਰੈਂਟ ਪ੍ਰੂਵ ਕਰਾਂਗੇ। ਇਹਦੇ ਵਿੱਚ ਸਾਡੇ ਕੋਲ ਦੋ ਚੀਜ਼ਾਂ ਆ ਚੁੱਕੀਆਂ ਨੇ, ਕਿਹੜੀਆਂ? ਇੱਕ ਤੇ ਆ ਐਂਗਲ 90 ਡਿਗਰੀ, ਉਸ ਤੋਂ ਬਾਅਦ ਆ ਰੇਡੀਅਸ ਇਹਨਾਂ ਦੇ ਨੇ, ਦੋਨੋਂ ਅਰਧ ਵਿਆਸ ਨੇ, ਐਫ ਸੀ ਤੇ ਐਫ ਏ, ਇਹ ਵੀ ਦੋਨੋਂ ਇਕੁਅਲ ਨੇ। ਤੇ ਇਹਦੇ ਵਿੱਚ ਇੱਕ ਆ ਸਾਈਡ ਜਿਹੜੀ ਆ ਕਾਮਨ ਆ ਰਹੀ ਆ, ਇਹ ਜਿਹੜੀ ਆ ਕਾਮਨ ਸਾਈਡ ਵਾ, ਤੇ ਅਸੀਂ ਇਹ ਲਿਖ ਕੇ ਤੇ ਇਹ ਦੋਨੋਂ ਟਰਾਇੰਗਲਸ ਨੂੰ ਕਾਂਗੂਰੈਂਟ ਕਰ ਲਾਂਗੇ। ਚਲੋ ਦੇਖੋ ਅਸੀਂ ਲਿਖਣਾ ਕਿਸ ਤਰ੍ਹਾਂ ਵਾ। ਆ ਦੇਖੋ ਅਸੀਂ ਪਹਿਲਾਂ ਆ ਲਿਖ ਚੁੱਕੇ ਹਾਂ ਦੋਨੋਂ ਕੋਣ। ਹੁਣ ਅਸੀਂ ਲਿਖਾਂਗੇ ਕਿ ਸਮਕੋਣੀ ਤਿਕੋਣ। ਹੁਣ ਇਹ ਤਿਕੋਣਾਂ ਜਿਹੜੀਆਂ ਸਮਕੋਣੀ ਬਣਦੀਆਂ ਪਈਆਂ ਨੇ, ਸਮਕੋਣੀ ਤਿਕੋਣ ਸਭ ਤੋਂ ਪਹਿਲੀ ਹੈਗੀ ਸਾਡੇ ਕੋਲ ਐਫ ਡੀ ਸੀ ਅਤੇ ਐਫ ਏ ਡੀ ਵਿੱਚ, ਇਹ ਦੋਨੋਂ ਰਾਈਟ ਐਂਗਲ ਟਰਾਇੰਗਲ ਨੇ। ਹੁਣ ਇਹਦੇ ਵਿੱਚ ਸਾਡੇ ਕੋਲ ਤਿੰਨ ਪਾਰਟ ਸਾਡੇ ਕੋਲ ਇਕੁਅਲ ਆਉਣੇ ਆ। ਪਹਿਲਾ ਐਂਗਲ ਆ ਗਿਆ ਐਫ ਸੀ ਡੀ, ਇਹ ਅਸੀਂ ਆ ਉੱਪਰ ਹੀ ਪ੍ਰੂਵ ਕੀਤਾ ਆ ਵਾ। ਇਹ ਕਿਹਦੇ ਬਰਾਬਰ ਵਾ? ਐਂਗਲ ਐਫ ਏ ਡੀ, ਔਰ ਇਹ ਕੀ ਨੇ 90 ਡਿਗਰੀ ਈਚ, ਯਾਨੀ ਕਿ ਹਰੇਕ 90 ਡਿਗਰੀ ਦਾ। ਇੱਕ ਪਾਰਟ ਆ ਗਿਆ। ਉਸ ਤੋਂ ਬਾਅਦ ਮੈਂ ਤੁਹਾਨੂੰ ਕੀ ਦੱਸਿਆ ਸੀ ਕਿ ਉਹਦੇ ਵਿੱਚ ਐਫ ਡੀ ਤੇ ਐਫ ਡੀ ਦੋਨੋਂ ਇਕੁਅਲ ਨੇ। ਮੈਂ ਤੁਹਾਨੂੰ ਦੱਸਿਆ ਸੀ ਉਹ ਕਾਮਨ ਸਾਈਡ ਨੇ। ਐਫ ਡੀ ਇਜ਼ ਇਕੁਅਲ ਟੂ ਐਫ ਡੀ, ਇਹ ਕਿਹੜੀ ਸਾਈਡ ਆ? ਕਾਮਨ, ਕਾਮਨ ਯਾਨੀ ਸਾਂਝਾ। ਇੱਥੇ ਤੁਸੀਂ ਲਿਖ ਲਿਓ ਸਾਂਝਾ। ਇਹ ਆ ਗਿਆ ਸਾਡੇ ਕੋਲ। ਉਸ ਤੋਂ ਬਾਅਦ ਜਿਹੜੀ ਐਫ ਸੀ ਤੇ ਐਫ ਏ ਆ, ਐਫ ਸੀ ਇਜ਼ ਇਕੁਅਲ ਟੂ ਐਫ ਏ, ਮੈਂ ਦੱਸਿਆ ਸੀ ਉੱਪਰ ਰੇਡੀਅਸ ਨੇ ਦੋਨੋਂ, ਇਹਨਾਂ ਨੂੰ ਅਸੀਂ ਕੀ ਲਿਖਾਂਗੇ? ਅਰਧ ਵਿਆਸ ਯਾਨੀ ਕਿ ਰੇਡੀਅਸ।
ਹੁਣ ਇਹ ਜਿਸ ਤਰ੍ਹਾਂ ਅਸੀਂ ਪਿਛਲੇ ਸਵਾਲ 'ਚ ਕੀਤਾ ਸੀਗਾ, ਇੱਕ ਕੋਣ 90 ਡਿਗਰੀ ਦਾ, ਇੱਕ ਉਹਦਾ ਅਰਧ ਵਿਆਸ ਸੀ ਅਤੇ ਇੱਕ ਕਾਮਨ ਸਾਈਡ ਵਾ। ਇਹੀ ਰੂਲ ਫਿਰ ਇੱਥੇ ਲੱਗ ਗਿਆ ਜਿਹੜਾ ਪਿਛਲੇ ਕੁਐਸਚਨ ਆਰ ਐਚ ਐਸ ਕੌਂਗਰੈਂਸੀ ਜਿਹੜੀ ਆ ਉਹ ਵਾਲਾ ਰੂਲ ਇੱਥੇ ਲਿਖਾਂਗੇ। ਆਰ ਐਚ ਐਸ ਸਰਬੰਗ ਸਮਤਾ ਅਨੁਸਾਰ। ਸਾਡੇ ਕੋਲ ਕਿਹੜੀ ਟਰਾਈਐਂਗਲ ਐਫ ਡੀ ਸੀ, ਇਹ ਕੀ ਹੋ ਗਈ, ਕਾਂਗੂਰੈਂਟ ਹੋ ਗਈ ਕਿਹੜੀ ਟਰਾਈਐਂਗਲ ਦੇ, ਟਰਾਈਐਂਗਲ ਐਫ ਡੀ ਏ ਦੇ। ਇਹ ਦੋਨੋਂ ਟਰਾਈਐਂਗਲਸ ਕਾਂਗੂਰੈਂਟ ਆ ਗਈਆਂ। ਹੁਣ ਤੁਹਾਨੂੰ ਮੈਂ ਡਾਇਗਰਾਮ 'ਚ ਦੱਸਿਆ ਸੀਗਾ ਕਿ ਪਿੱਛੇ ਐਂਗਲ 1 ਅਤੇ 2 ਉਹ ਤੁਹਾਨੂੰ ਮੈਂ ਦਿਖਾਇਆ ਸੀ, ਮੈਂ ਦੁਬਾਰਾ ਦਿਖਾਉਂਦਾ ਤੁਹਾਨੂੰ। ਆਹ ਦੇਖੋ ਤੁਸੀਂ ਬੱਚੋ ਡਾਇਗਰਾਮ ਬਣਾ ਕੇ ਨਾ ਆਪਣੇ ਕੁਐਸਚਨ ਦੇ ਡਾਇਗਰਾਮ ਡਰਾ ਕਰਕੇ ਅਤੇ ਉਹਦੇ ਨਾਲ ਹੀ ਰੱਖਿਓ। ਕੁਐਸਚਨ ਦੇ ਡਰਾ ਕੀਤੀ ਹੋਈ ਡਾਇਗਰਾਮ ਦਾ ਤੁਹਾਨੂੰ ਇਹ ਫਾਇਦਾ ਰਹੇਗਾ ਕਿ ਜਿਸ ਤਰ੍ਹਾਂ ਮੈਂ ਕੁਐਸਚਨ ਸੋਲਵ ਕਰਾਂਗਾ, ਜੋ ਵੀ ਮੈਂ ਬੋਲਾਂਗਾ ਤੁਸੀਂ ਆਪਣੀ ਡਾਇਗਰਾਮ ਤੋਂ ਦੇਖਦੇ ਰਹੋ। ਆਹ ਦੇਖੋ ਇੱਥੇ ਸਾਡੇ ਕੋਲ ਇਹ ਦੋਨੋਂ ਟਰਾਇੰਗਲਸ ਕਾਂਗੂਰੈਂਟ ਹੋ ਗਈਆਂ। ਹੁਣ ਐਂਗਲ 1 ਅਤੇ ਐਂਗਲ 2 ਕੀ ਹੋਣਗੇ, ਈਕੁਅਲ ਹੋਣਗੇ ਦੋਨੋਂ ਐਂਗਲ। ਹੁਣ ਆਹ ਦੋਨੋਂ ਐਂਗਲ ਸਾਡੇ ਕੋਲ ਈਕੁਅਲ ਆ ਗਏ ਅਤੇ ਇਹ ਐਂਗਲ ਕਿਹੜੇ ਦਾ ਵਾ, ਆਹ ਦੇਖੋ ਐਂਗਲ ਡੀ। ਇਹ ਜਿਹੜਾ ਐਂਗਲ ਡੀ ਆ ਇਹਦੇ ਦੋ ਪਾਰਟ ਹੋ ਜਾਣੇ ਆ। ਹੁਣ ਦੋਨੋਂ ਈਕੁਅਲ ਨੇ ਅਤੇ ਇਹਨੂੰ ਲਿਖਣਾ ਕਿਸ ਤਰ੍ਹਾਂ ਵਾ, ਆਹ ਦੇਖੋ ਜਦੋਂ ਇਹ ਦੋਨੋਂ ਕਾਂਗੂਰੈਂਟ ਹੋ ਗਈਆਂ ਅਤੇ ਬਾਏ ਸੀਪੀਸੀਟੀ ਐਂਗਲ 1 ਇਜ਼ ਇਕੁਅਲ ਟੂ ਐਂਗਲ 2। ਇੱਥੇ ਤੁਸੀਂ ਲਿਖ ਸਕਦੇ ਹੋ ਬਾਏ ਸੀਪੀਸੀਟੀ। ਇਹ ਸਾਡੇ ਕੋਲ ਦੋਨੋਂ ਐਂਗਲ ਈਕੁਅਲ ਆ ਗਏ। ਹੁਣ ਇਹ ਜਿਹੜਾ ਐਂਗਲ ਸੀਗਾ ਦੋਨੋਂ ਬਰਾਬਰ ਨੇ। ਜਿਹੜਾ ਐਂਗਲ 2 ਆ, ਮੈਂ ਇੱਕ ਐਂਗਲ ਕੋਈ ਵੀ ਲਿਖ ਲੈਣਾ ਵਾ, ਐਂਗਲ 2 ਟਰਾਇੰਗਲ ਦੇ ਅੰਦਰ ਆ ਰਿਹਾ ਵਾ। ਆਹ ਦੇਖੋ ਮੈਂ ਤੁਹਾਨੂੰ ਦਿਖਾ ਦੇਣਾ ਇੱਥੇ, ਆਹ ਦੇਖੋ ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀ ਵੀ ਅਸੀਂ ਆਹ ਟਰਾਈਐਂਗਲ ਦੇ ਦੋ ਐਂਗਲ ਕੱਢ ਲੈਣੇ ਆ, 2 ਅਤੇ 3 ਨੰਬਰ, ਅਤੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਪਲੱਸ ਕਰਕੇ ਅਤੇ ਆਹ ਐਂਗਲ ਕੱਢਾਂਗੇ ਐਂਗਲ ਸਮ ਪ੍ਰੋਪਰਟੀ ਲਗਾ ਕੇ ਟਰਾਇੰਗਲਸ ਦੀ। ਹੁਣ ਸਾਡੇ ਕੋਲ 2 ਐਂਗਲ ਜਿਹੜਾ ਵਾ ਉਹ ਕਿੰਨਾ ਆ ਗਿਆ, ਆਹ ਦੇਖੋ ਐਂਗਲ 2 ਇਜ਼ ਇਕੁਅਲ ਟੂ 1/2 ਹਾਫ ਕਿਹੜੇ ਐਂਗਲ ਦਾ, ਡੀ ਐਂਗਲ ਦਾ, ਕਿਉਂਕਿ ਉੱਥੇ ਐਂਗਲ ਡੀ ਆ ਉਹਦਾ ਹਾਫ ਹੋਏਗਾ ਇਹ। ਅਤੇ ਇਹ ਸਾਡੇ ਕੋਲ ਆ ਗਈ ਕੰਡੀਸ਼ਨ ਨੰਬਰ 1। ਹੁਣ ਸਿਮੀਲਰਲੀ ਮੈਂ ਤੁਹਾਨੂੰ ਦੱਸਿਆ ਸੀ ਵੀ ਦੂਸਰਾ ਪਾਸਾ ਵੀ ਅਸੀਂ ਇਸੇ ਤਰ੍ਹਾਂ ਪ੍ਰੂਵ ਕਰਨਾ ਵਾ। ਆਹ ਦੇਖੋ ਇਹ 'ਚ ਵੀ ਦੋ ਟਰਾਇੰਗਲਸ, ਉਹਦੇ 'ਚ ਐਂਗਲ 3 ਅਤੇ 4 ਜਿਹੜੇ ਕਾਮਨ, ਆਹ ਦੇਖੋ ਆਹ ਵੀ ਐਂਗਲ 90 ਡਿਗਰੀ, ਆਹ ਵੀ 90, ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਸੀ। ਆਹ ਇਹਨਾਂ ਦੀ ਕਾਮਨ ਸਾਈਡ ਆ ਗਈ ਐਫ ਈ, ਇਹਦੇ 'ਚ ਐਫ ਸੀ ਅਤੇ ਐਫ ਬੀ ਦੋਨੋਂ ਰੇਡੀਅਸ ਸਾਂਝੇ ਹੋ ਗਏ, ਬਿਲਕੁਲ ਸੇਮ ਉਹੀ ਪ੍ਰੋਸੈਸ। ਅਤੇ ਅਸੀਂ ਇਹਨੂੰ ਸਿੱਧਾ ਲਿਖ ਸਕਦੇ ਹਾਂ ਸਿਮੀਲਰਲੀ, ਯਾਨੀ ਕਿ ਇਸੇ ਤਰ੍ਹਾਂ ਇੱਥੇ ਅਸੀਂ ਕੀ ਲਿਖ ਸਕਦੇ ਹਾਂ, ਸਿਮੀਲਰਲੀ। ਪੰਜਾਬੀ 'ਚ ਇਸੇ ਤਰ੍ਹਾਂ ਜਿਹੜਾ ਐਂਗਲ ਵਾ 3 ਟਰਾਈਐਂਗਲ ਦੇ ਅੰਦਰ ਵਾਲਾ, ਉਹ ਕਿਹੜੇ ਐਂਗਲ ਦਾ ਹਾਫ ਹੋਏਗਾ, 1/2 ਆਫ ਐਂਗਲ ਈ। ਐਂਗਲ ਈ ਕਿਉਂ, ਕਿਉਂਕਿ ਆਹ ਦੇਖੋ ਇੱਥੇ ਐਂਗਲ ਈ ਆ ਰਿਹਾ, ਜਿਸ ਤਰ੍ਹਾਂ ਇੱਥੇ ਡੀ ਸੀਗਾ ਇਸੇ ਤਰ੍ਹਾਂ ਇੱਥੇ ਈ, ਇਹ ਈ ਦਾ ਹਾਫ ਹੋਏਗਾ। ਇਹ ਤੁਹਾਨੂੰ ਪਤਾ ਲੱਗ ਗਿਆ ਬਿਲਕੁਲ ਸਹੀ। ਆਹ ਦੇਖੋ ਇਹ ਸਾਡੇ ਕੋਲ ਕਿੰਨਾ ਨੰਬਰ ਆ ਗਿਆ, ਨੰਬਰ 2। ਹੁਣ ਇਹਨਾਂ ਦੋਨਾਂ ਨੂੰ ਐਡ ਕਰ ਦਿਓ, ਐਡਿੰਗ 1 ਐਂਡ 2, ਯਾਨੀ ਕਿ 1 ਅਤੇ 2 ਨੂੰ ਜੋੜਨ 'ਤੇ ਐਡਿੰਗ 1 ਐਂਡ। ਆਹ ਦੇਖੋ ਬੱਚੋ ਜਦੋਂ ਦੋਨਾਂ ਨੂੰ ਐਡ ਕੀਤਾ ਅਤੇ ਐਂਗਲ 2 ਪਲੱਸ ਐਂਗਲ 3 ਇਜ਼ ਇਕੁਅਲ ਟੂ 1/2, ਆਹ ਵਾਲਾ ਐਂਗਲ ਡੀ ਪਲੱਸ 1/2 ਐਂਗਲ ਈ ਆ ਗਿਆ। ਉਸੇ ਤਰ੍ਹਾਂ ਹੀ ਇਹਦੇ 'ਚੋਂ 1/2 ਕਾਮਨ ਕੱਢ ਲਿਆ ਅਤੇ ਇਹ ਕੀ ਆ ਗਿਆ, ਐਂਗਲ ਡੀ ਪਲੱਸ ਐਂਗਲ ਈ। ਹੁਣ ਆਹ ਦੇਖੋ ਕਿ ਇਹ ਜਿਹੜੇ ਐਂਗਲ ਨੇ ਡੀ ਪਲੱਸ ਈ, ਇਹ ਐਂਗਲ ਕਿੰਨੇ ਡਿਗਰੀ ਦੇ ਬਣਦੇ ਨੇ, ਮੈਂ ਤੁਹਾਨੂੰ ਡਾਇਗਰਾਮ ਤੋਂ ਦੱਸਦਾ ਵਾਂ। ਆਹ ਦੇਖੋ ਜਿਹੜੇ ਆ ਐਂਗਲ ਡੀ ਅਤੇ ਐਂਗਲ ਈ ਨੇ, ਆਹ ਦੇਖੋ ਆ ਵੀ ਪੈਰਲਲ ਲਾਈਨ, ਇਹ ਵੀ ਪੈਰਲਲ ਲਾਈਨ। ਜਿਹੜਾ ਡੀ ਈ ਆ ਇਹ ਕੀ ਆ ਕਿ ਟਰਾਂਸਵਰਸਲ ਵਾ, ਅਤੇ ਜਿਹੜੀ ਕਾਟਵੀਂ ਰੇਖਾ ਦੇ ਇੱਕੋ ਪਾਸੇ ਦੇ ਜਿਹੜੇ ਅੰਦਰਲੇ ਕੋਣ ਹੁੰਦੇ ਨੇ ਉਹ ਕਿੰਨੇ ਡਿਗਰੀ ਦੇ ਹੁੰਦੇ ਨੇ, 180 ਡਿਗਰੀ ਦੇ। ਅਸੀਂ ਇਹੀ ਕੰਡੀਸ਼ਨ ਲਗਾ ਕੇ ਉੱਥੇ ਲਿਖਾਂਗੇ। ਮੈਂ ਤੁਹਾਨੂੰ ਕੰਡੀਸ਼ਨ ਵੀ ਲਿਖ ਦਿੰਦਾ ਇਹਦੇ ਨਾਲ, ਇੱਥੇ ਨਾਲ ਮੈਂ ਕੰਡੀਸ਼ਨ ਲਿਖ ਦਿੰਦਾ ਵਾਂ। ਇੱਥੇ ਲਿਖਾਂਗੇ ਕਿਉਂਕਿ L
ਪੈਰਲਲ M ਹੈ ਅਤੇ ਜਿਹੜੀ ਉਹ ਲਾਈਨ ਆ ਰਹੀ ਸੀ ਉੱਪਰੋਂ DE ਤੁਹਾਨੂੰ ਦੱਸਿਆ ਸੀ ਉਹ ਕੀ ਆ, ਇੱਕ ਕਾਟਵੀਂ ਰੇਖਾ ਹੈ। ਕਾਟਵੀਂ ਰੇਖਾ ਹੈ, ਇਸ ਲਈ ਜਿਹੜਾ ਐਂਗਲ D ਆ, D ਪਲੱਸ ਜਿਹੜਾ ਐਂਗਲ E ਆ ਉਹ ਕਿੰਨਾ ਹੋਏਗਾ, 180 ਡਿਗਰੀ। ਇਹ ਤੁਹਾਨੂੰ ਪਤਾ ਹੀ ਆ ਵੀ ਕਾਟਵੀਂ ਰੇਖਾ ਦੇ ਇੱਕੋ ਪਾਸੇ ਦੇ ਜਿਹੜੇ ਅੰਦਰਲੇ ਕੋਣ ਹੁੰਦੇ ਆ ਉਹਨਾਂ ਦਾ ਜੋੜ 180 ਡਿਗਰੀ ਹੁੰਦਾ। ਜੇ ਆ ਦੋਨਾਂ ਦਾ ਜੋੜ 180 ਡਿਗਰੀ ਤੇ ਵੈਲਿਊ ਇੱਥੇ ਪੁੱਟ ਕਰ ਦਾਂਗੇ, ਕੀ ਲਿਖਾਂਗੇ, ਐਂਗਲ 2 ਪਲੱਸ ਐਂਗਲ 3 ਇਜ਼ ਇਕੁਅਲ ਟੂ 1/2 ਮਲਟੀਪਲਾਈ ਇੱਥੇ D ਪਲੱਸ E ਦੀ ਵੈਲਿਊ ਆ ਦੇਖੋ 180 ਡਿਗਰੀ ਇੱਥੇ ਲਿਖ ਦਿੱਤੀ। ਹੁਣ ਇਹ ਕਟਿੰਗ ਹੋ ਗਈ, 2 ਨਾਲ 18 90। ਹੁਣ ਐਂਗਲ 2 ਪਲੱਸ ਐਂਗਲ 3 ਇਜ਼ ਇਕੁਅਲ ਟੂ 90 ਡਿਗਰੀ। ਹੁਣ ਸਾਡੇ ਕੋਲ ਇਹ ਦੋਨਾਂ ਐਂਗਲ ਦਾ ਜੋੜ ਆ ਗਿਆ, 2 ਤੇ 3 90 ਡਿਗਰੀ ਆ। ਹੁਣ ਦੇਖੋ ਇਹ ਦੋਨੋਂ ਐਂਗਲ ਕਿਹੜੇ ਨੇ, ਆ ਦੇਖੋ ਬੱਚਿਓ ਡਾਇਗਰਾਮ ਦੇ ਵਿੱਚ ਐਂਗਲ 2 ਤੇ 3 ਇਹਨਾਂ ਦੋਨਾਂ ਦਾ ਜੋੜ ਕਿੰਨਾ ਆ ਗਿਆ, 90 ਡਿਗਰੀ। ਅਸੀਂ ਆਹ ਵਾਲਾ ਪ੍ਰੂਵ ਕਰਨਾ ਵਾ। ਇੱਥੇ ਹੁਣ ਮੈਂ ਕੀ ਲਿਖਾਂਗਾ, ਐਂਗਲ DFE। ਹੁਣ ਇਹ ਤੇ ਨਾਲ ਐਂਗਲ 2 ਪਲੱਸ ਐਂਗਲ 3 ਇਜ਼ ਇਕੁਅਲ ਟੂ 180 ਡਿਗਰੀ ਐਂਗਲ ਸਮ ਪ੍ਰੋਪਰਟੀ ਲਗਾ ਕੇ ਤੇ ਮੈਂ ਆਹ ਵਾਲਾ ਐਂਗਲ ਪ੍ਰੂਵ ਕਰ ਲਾਂਗਾ। ਹੁਣ ਇੱਥੇ ਕੀ ਲਿਖਾਂਗਾ, ਜਿਹੜੀ ਟਰਾਈਐਂਗਲ ਆ ਸਾਡੇ ਕੋਲ ਉਹ ਕਿਹੜੀ ਹੈ, ਟਰਾਈਐਂਗਲ FD ਤੇ E। ਟਰਾਈਐਂਗਲ FDE ਵਿੱਚ ਕਿਹੜੇ ਕਿਹੜੇ ਐਂਗਲ ਨੇ ਉਹ ਸਾਰੇ ਇੱਥੇ ਲਿਖ ਲੈਣੇ ਆ। ਐਂਗਲ DFE ਜਿਹੜਾ ਅਸੀਂ ਪ੍ਰੂਵ ਕਰਨਾ ਸੀਗਾ ਉਹ ਵਾਲਾ ਐਂਗਲ, ਐਂਗਲ DFE ਪਲੱਸ ਇੱਕ ਐਂਗਲ 2 ਤੇ ਇੱਕ ਐਂਗਲ 3 ਜਿਹੜਾ ਅਸੀਂ ਪ੍ਰੂਵ ਕੀਤਾ, ਇਹ ਤਿੰਨੇ ਐਂਗਲ ਮਿਲ ਕੇ 180 ਡਿਗਰੀ ਬਣਾਉਣਗੇ। ਤੇ ਜਿਹੜਾ ਐਂਗਲ DFE ਆ ਉਹ ਤੇ ਆਹ ਦੋਨੋਂ ਐਂਗਲਾਂ ਦਾ ਜੋੜ ਕਿੰਨਾ ਆ, 90 ਡਿਗਰੀ। ਮੈਂ ਇੱਥੇ ਲਿਖ ਦਿੱਤਾ 90 ਡਿਗਰੀ ਇਜ਼ ਇਕੁਅਲ ਟੂ 180 ਡਿਗਰੀ। ਇਸ ਤੋਂ ਬਾਅਦ ਐਂਗਲ DFE ਇਜ਼ ਇਕੁਅਲ ਟੂ 180 ਡਿਗਰੀ ਮਾਈਨਸ 90 ਡਿਗਰੀ। ਇਹਨਾਂ ਨੂੰ ਮਾਈਨਸ ਕੀਤਾ ਤੇ ਐਂਗਲ DFE ਕਿੰਨਾ ਆ ਗਿਆ ਸਾਡੇ ਕੋਲ, 90 ਡਿਗਰੀ। ਇਹ 90 ਡਿਗਰੀ ਸਾਡੇ ਕੋਲ DFE ਆ ਗਿਆ। ਇਹ ਕਿਸ ਤਰ੍ਹਾਂ ਆਇਆ, ਆਹ ਤੁਸੀਂ ਦੇਖ ਲਿਆ ਕਿ ਪਹਿਲਾਂ ਮੈਂ 2 ਐਂਗਲ ਟਰਾਇੰਗਲ ਦੇ ਫਾਈਂਡ ਕੀਤੇ ਸੀ। ਜਿਹੜੀ ਟਰਾਇੰਗਲ ਤੁਹਾਨੂੰ ਦਿਖਾਈ ਸੀ DEF ਡਾਇਗਰਾਮ 'ਚ, ਉਹ ਐਂਗਲ ਦਾ ਨਾਮ 2 ਤੇ 3 ਰੱਖਿਆ ਸੀ, ਉਹ ਦੋਨੋਂ ਐਂਗਲ ਆ ਗਏ। ਐਂਗਲ ਸਮ ਪ੍ਰੋਪਰਟੀ ਲਗਾਈ ਟਰਾਇੰਗਲ ਦੀ ਤੇ 90 ਡਿਗਰੀ ਆ ਗਿਆ। ਤੇ ਇਹੀ ਅਸੀਂ ਪ੍ਰੂਵ ਕਰਨਾ ਸੀਗਾ ਤੇ ਇਹ ਅਸੀਂ ਕੀ ਕਰ ਲਿਆ, ਪ੍ਰੂਵਡ ਹੋ ਗਿਆ। ਇਹ ਸੀਗਾ ਬੱਚਿਓ ਸਾਡਾ ਕੁਐਸਚਨ ਨੰਬਰ 12 ਜਿਹੜਾ ਸਾਡੀ ਵਰਕਸ਼ੀਟ ਦਾ ਲਾਸਟ ਕੁਐਸਚਨ ਸੀਗਾ ਇਹ। ਬੱਚਿਓ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੇ ਤੇ ਲਾਈਕ ਕਰਿਓ, ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਿਓ। ਬਿਲਕੁਲ ਫ੍ਰੀ ਚੈਨਲ ਜੇ, ਵੀਡੀਓਜ਼ ਤੁਹਾਡੇ ਵਾਸਤੇ ਬਣਦੀਆਂ ਨੇ। ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਤੁਹਾਡੀ ਸਬਸਕ੍ਰਿਪਸ਼ਨ ਦੇ ਨਾਲ ਸਾਨੂੰ ਮੋਟੀਵੇਸ਼ਨ ਮਿਲਦੀ ਆ ਔਰ ਸਾਨੂੰ ਇਹ ਲੱਗਦਾ ਕਿ ਸਾਡਾ ਜਿਹੜਾ ਕੰਮ ਆ ਉਹ ਤੁਹਾਡੇ ਕੰਮ ਆ ਰਿਹਾ ਔਰ ਸਾਡੀ ਮਿਹਨਤ ਜਿਹੜੀ ਆ ਉਹ ਸਫਲ ਹੋ ਰਹੀ ਆ। ਧੰਨਵਾਦ।